ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ, ਸ਼ਿਵਿੰਦਰ ਜੀ ਵੱਲੋਂ ਤੇ ਬਖਤੌਰ ਸਿੰਘ ਢਿੱਲੋਂ ਵੱਲੋਂ ਤੇ ਡਾਕਟਰ ਬੀਬਾ ਹਰਸ਼ਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਖੁਸ਼ਾਮਦੀਦ। ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ ਜੀ 22 ਮਾਰਚ, ਸ਼ਾਮ ਦੇ 6:30 ਹੋਏ ਨੇ। ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਹੋਏਗੀ ਸ਼ਿਵਿੰਦਰ ਜੀ ਨਾਲ, ਹਫ਼ਤਾ ਭਰ ਦੇ ਅਹਿਮ ਮਸਲਿਆਂ ਦੇ ਉੱਤੇ ਗੱਲਬਾਤ ਹੋਏਗੀ। ਡਾਕਟਰ ਹਰਸ਼ਿੰਦਰ ਕੌਰ ਜੀ ਜੁੜਨਗੇ। ਇਸ ਤੋਂ ਪਹਿਲਾਂ ਕਿ ਸ਼ਿਵਿੰਦਰ ਜੀ ਜੁੜਦੇ ਨੇ, ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ ਦੇ ਧੰਨਵਾਦੀ ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ। ਰੈਰਾ ਅਪਰੂਵਡ ਨੇ, ਏਅਰਪੋਰਟ ਰੋਡ ਐਰੋ ਸਿਟੀ ਮੋਹਾਲੀ 'ਚ ਇਹਨਾਂ ਦਾ ਦਫ਼ਤਰ ਹੈ। ਬਹੁਤ ਹੀ ਟਰਸਟਡ ਨੇਮ ਹੈ ਜੀ। ਇਹ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਇੰਡਸਟਰੀਅਲ ਪ੍ਰੋਪਰਟੀ ਦੇ ਵਿੱਚ ਤੁਹਾਡੀ ਇਨਵੈਸਟਮੈਂਟ ਕਰਾਉਂਦੇ ਨੇ, ਤੁਹਾਨੂੰ ਲੈ ਕੇ ਦਿੰਦੇ ਨੇ। ਗਰੰਟਿਡ ਇਨਕਮ ਵਾਲੇ ਵੀ ਤੁਹਾਨੂੰ ਪ੍ਰੋਪਰਟੀਜ਼ ਲੈ ਕੇ ਦਿੰਦੇ ਹੋ, ਭਾਵੇਂ ਮੋਹਾਲੀ, ਚੰਡੀਗੜ੍ਹ, ਜ਼ੀਰਕਪੁਰ ਜਾਂ ਖਰੜ ਹੋਵੇ। ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਸਲਾਹ ਮਸ਼ਵਰਾ ਕਰਨਾ ਕੋਈ ਹਰਜ਼ ਨਹੀਂ ਹੁੰਦਾ। ਹੋਰ ਕਿਤੇ ਵੀ ਪਲਾਟ ਲੈਣੇ ਹੈ, ਤੁਸੀਂ ਜ਼ਮੀਨ ਜਾਇਦਾਦ ਬਾਹਰ ਬੈਠੇ ਹੋ ਵੇਚਣੀ ਹੈ, ਤੁਹਾਡੇ ਉਹਦੇ ਵਿੱਚ ਵੀ ਮਦਦ ਕਰਨਗੇ। ਪੂਰੀ ਟਰਾਂਸਪੇਰੈਂਸੀ ਹੋਏਗੀ। ਕਿਸੇ ਪ੍ਰਕਾਰ ਦੀ ਧੋਖਾਧੜੀ ਜਾਂ ਬੇਈਮਾਨੀ ਦਾ ਇਹਨਾਂ ਕੋਲੇ ਖਾਤਾ ਹੀ ਨਹੀਂ ਹੈ। ਨੰਬਰ ਨੋਟ ਕਰੋ 8936000000, 8955555960, 9855540099 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਸੈਟਲ ਏਰੀਆ ਦੇ ਵਿੱਚ ਤੁਹਾਨੂੰ ਲੋਕਲ ਜੋਬ ਦਿੰਦੀ ਹੈ। ਤੁਸੀਂ ਆਪਣੇ ਬੱਚਿਆਂ ਦੇ ਨਾਲ ਪੂਰਾ ਸਮਾਂ ਬਤੀਤ ਕਰ ਸਕਦੇ ਹੋ, ਕਮਾਈ ਵੀ ਅੱਛੀ ਕਰ ਸਕਦੇ ਹੋ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ ਸੰਪਰਕ ਕਰ ਲਓ 2063544060 ਤੇ, ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਬਿਜਲੀ ਦੇ ਬਿੱਲਾਂ ਤੋਂ ਅੱਜ ਕੱਲ੍ਹ ਹਰ ਕੋਈ ਪਰੇਸ਼ਾਨ ਹੈ। ਹੁਣ ਇਹ ਘਟਾਉਣੇ ਕਿਵੇਂ ਹੈ? ਇਹ ਤੁਸੀਂ ਸੋਲਰ ਸਿਸਟਮ ਨਾਲ ਲਾ ਕੇ ਹੀ ਘਟਾ ਸਕਦੇ ਹੋ। ਅਤੇ ਅੱਛਾ ਸੋਲਰ ਸਿਸਟਮ ਹੋਵੇ ਅਤੇ ਟੈਕਸ ਰਿਬੇਟ ਵੀ ਲੈਣੀ ਹੋਵੇ ਤਾਂ ਇੱਕੋ ਇੱਕ ਨਾਂ ਜਤਿੰਦਰ ਸਿੰਘ ਤੂਰ ਹੋਰਾਂ ਦਾ ਬੇਕਰਸਫੀਲਡ ਦੇ ਵਿੱਚ 6617541722 ਤੇ ਕਾਲ ਕਰ ਸਕਦੇ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਸਰਦਾਰ ਬਲਬੀਰ ਸਿੰਘ ਉਸਮਾਨਪੁਰ, ਜਗਜੀਤ ਸਿੰਘ ਲੰਡਨ ਅਤੇ ਭਰਪੂਰ ਸਿੰਘ ਬੇਕਰਸਫੀਲਡ ਤੋਂ। ਸ਼ਿਵਿੰਦਰ ਜੀ ਨਾਲ ਅੱਗੇ ਖਬਰਾਂ 'ਤੇ ਚਰਚਾ ਕਰਨ ਤੋਂ ਪਹਿਲਾਂ ਆਪਾਂ ਕੁਛ ਹੋਰ ਵਪਾਰਕ ਸੁਨੇਹੇ ਲੈ ਲਈਏ ਤੇ ਫਿਰ ਆਪਾਂ ਜੁੜਦੇ ਹਾਂ। ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 60 यानी 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 6017977793। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਜ਼ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ, ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਐਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਐਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 days, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ।
ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501 Dreamliner Express Company, Calgary, Alberta, Canada। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ Freightline ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਜੱਸੀ ਆ ਕੀ, ਅਸੀਂ ਪਹੁੰਚ ਵੀ ਗਏ, ਤੁਸੀਂ ਹਾਲੇ ਤਿਆਰ ਨਹੀਂ ਹੋਏ। ਜਾਣਾ ਨਹੀਂ ਜਸਮੀਤ ਹੋਰਾਂ ਦੀ ਪਾਰਟੀ 'ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨਹੀਂ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ। ਘਰੇ ਤਾਂ ਆਉਣਾ ਨਹੀਂ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨਹੀਂ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ, ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-409-2000 या फिर कॉल करो 204-777-0460। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ 2 ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਸੋ ਪ੍ਰੋਗਰਾਮ ਜਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੇਰੇ ਨਾਲ ਇਸ ਵਕਤ ਜੁੜ ਗਏ ਨੇ ਜੀ ਸ਼ਿਵਿੰਦਰ ਜੀ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰ ਜੀ, ਮਿਹਰਬਾਨੀ ਜੀ। ਸ਼ਿਵਿੰਦਰ ਜੀ, ਸ਼ੁਰੂਆਤ ਮੈਂ ਸੋਚਿਆ ਸੀ ਅੱਛੀ ਕਿਸੇ ਖਬਰ ਤੋਂ ਕਰਾਂਗੇ, ਪਰ ਤੁਹਾਨੂੰ ਪਤਾ ਵੀ ਉੱਤਰਾਖੰਡ ਦੇ ਵਿੱਚ ਇੱਕ ਨਵੇਂ ਮੁੱਖ ਮੰਤਰੀ ਜੀ ਨੇ ਅਹੁਦਾ ਸੰਭਾਲਿਆ, ਪੁਰਾਣੇ ਅਸਤੀਫਾ ਦੇ ਗਏ। ਪਹਿਲਾਂ ਇੱਕ ਬਿਆਨ ਆਇਆ ਸੀਗਾ ਜੀਨ ਦੇ ਉੱਤੇ ਜੀ, ਹੁਣ ਇੱਕ ਹੋਰ ਬਿਆਨ ਸੁਣਾਉਣੇ ਆ ਤੁਹਾਨੂੰ, ਫਿਰ ਆਪਾਂ ਇਹ ਤੇ ਗੱਲ ਕਰਦੇ ਹਾਂ। ਬਿਲਕੁਲ। और हर घर में पर यूनिट 5 किलो राशन देने का काम किया।
जिसके 10 थे तो 50 किलो आ गया, 20 थे तो क्विंटल आ गया, 2 थे तो 10 किलो आ गया। लोगों ने स्टोर बना लिए, खरीदार सामने ढूंढ लिए। इतना बढ़िया चावल आया, कभी अपने आप भी लिया नहीं सामान्य जीवन में भी, आपदा के समय। लेकिन उसके बाद भी एक दूसरे से जलन होने लगी कि मुझे तो 2 हैं तो 10 किलो मिला, 20 वाले को क्विंटल क्यों मिला, इसको क्यों 20 मिला। भैया इसमें दोष किसका? उसने 20 पैदा किए, आपने 2 पैदा किए तो उसको 1 क्विंटल मिलना। अब इसमें जलन काहे का? जब समय था तब आपने 2 ही पैदा किए, 20 क्यों नहीं किए? काहे का जलन भाई? जी शिविੰਦਰ ਜੀ 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 ਕੀ ਕਹੋਗੇ ਸਾਡੇ ਨੇਤਾਵਾਂ ਦੀ ਬੁੱਧੀ ਨੂੰ? ਅਸਲ ਦੇ ਵਿੱਚ ਨਾ ਜੇ ਇਹਨਾਂ ਦਾ ਕਸੂਰ ਇਹ ਹੈਗਾ ਕਿ ਜਿਹੜੀ ਪਾਰਟੀ ਨਾਲ ਸੰਬੰਧਿਤ ਨੇ ਨਾ, ਉੱਥੇ ਇੱਕ ਤੋਂ ਵੱਧ ਇੱਕ ਨਮੂਨੇ ਹੈਗੇ ਨੇ ਜੀ। ਤੇ ਯੋਗੀ ਮਹਾਰਾਜ ਯੂਪੀ ਦੇ ਏਡੇ ਵੱਡੇ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਇਸ ਤਰ੍ਹਾਂ ਦੇ ਬੜੇ ਬਿਆਨ ਦਿੱਤੇ ਹੋਏ ਨੇ ਕਿ ਜੇ ਮੇਰਾ ਵੱਸ ਚੱਲੇ ਮੈਂ ਹਰੇਕ ਜੋੜੇ ਨੂੰ ਜੇਲ੍ਹ 'ਚ ਸੁੱਟ ਦਿਆਂ, ਜਿੰਨਾ ਚਿਰ 5 ਨਿਆਣੇ ਨਾ ਜੰਮੇ ਮੈਂ ਬਾਹਰ ਨਾ ਕੱਢਾਂ। ਉਹਦਾ ਇਹ ਵੀ ਬਿਆਨ ਸੀਗਾ ਕਿ ਸਾਡਾ ਠੇਕਾ ਨਹੀਂ ਲਿਆ ਹੋਇਆ ਹੈਗਾ ਤੁਹਾਨੂੰ ਸੰਭਾਲਣ ਦਾ, ਹੈ ਤੇ ਵੀ ਅਸੀਂ ਜਿਹੜਾ ਹੈਗਾ ਤੁਹਾਨੂੰ ਆ ਕੇ ਤੁਹਾਡੇ ਨਿਆਣਿਆਂ ਦੀ, ਜਦੋਂ ਉਹਦੇ ਹਸਪਤਾਲ ਦੇ ਵਿੱਚ ਇਹ ਘਟਨਾ ਵਾਪਰੀ ਸੀਗੀ, ਉਹਦੇ ਆਪਣੇ ਇਲਾਕੇ ਦੇ ਵਿੱਚ ਹੀ ਬੱਚੇ ਮਰ ਗਏ ਸੀਗੇ, ਕਿ ਅਸੀਂ ਹੁਣ ਤੁਹਾਡੇ ਨਿਆਣੇ ਨੂੰ ਪਾਲਣ ਤੱਕ ਦਾ ਠੇਕਾ ਤਾਂ ਨਹੀਂ ਲਿਆ ਹੋਇਆ। ਇਸੇ ਤਰ੍ਹਾਂ ਸਾਧਵੀ ਪ੍ਰਗਿਆ, ਉਹਦਾ ਇੱਕ ਬਿਆਨ ਸੀਗਾ ਕਿ ਸਾਡੀ ਇਹ ਜ਼ਿੰਮੇਵਾਰੀ ਨਹੀਂ ਵੀ ਅਸੀਂ ਤੁਹਾਡੀਆਂ ਟੱਟੀਆਂ ਨਾਲੀਆਂ ਤੱਕ ਸਾਫ਼ ਕਰੀਏ, ਹੈ ਤੇ ਇਸੇ ਢੰਗ ਦੇ ਇੱਕ ਹੋਰ ਹੈ ਵੀ ਉਹਦਾ ਬਿਆਨ ਇਹ ਸੀਗਾ ਕਿ ਸਾਡਾ ਇਹ ਠੇਕਾ ਨਹੀਂ ਲਿਆ, ਕਿ ਅਸੀਂ ਜਿਹੜਾ ਹੈਗਾ ਤੁਹਾਡੇ ਨੌਕਰ ਲੋੜੋਂ ਲੱਗੇ ਹੋਏ ਆ। ਹੁਣ ਸਵਾਲ ਮਸਲਾ ਇਹ ਹੈਗਾ ਕਿ ਜਿਹੜੇ ਬਿਆਨ ਨੇ ਸਾਰੇ ਲੋਕਤੰਤਰ ਵਿੱਚ ਦੇਖਿਆ ਜਾਵੇ ਤਾਂ ਤੁਸੀਂ ਨੌਕਰੀ ਨਹੀਂ ਹੈਗੇ ਹੋ, ਤੁਸੀਂ ਸਰਵਿਸ ਪ੍ਰੋਵਾਈਡਰ ਹੈਗੇ ਹੋ, ਕਿਉਂਕਿ ਹੁਣ ਇਹ ਲੋਕ ਆਪਣੇ ਆਪ ਨੂੰ ਜਿੱਥੋਂ ਇਹ ਨਾ ਊਰਜਾ ਲੈਂਦੇ ਨੇ ਵਿਚਾਰਧਾਰਕ, ਇਹ ਸਮਝਦੇ ਨੇ ਕਿ ਅਸੀਂ ਲੋਕਾਂ ਦੇ ਪਿਰਤ ਪਾਲਕ ਹਾਂ, ਅਸੀਂ ਜਿਹੜੇ ਹੈਗੇ ਆ ਕੋਈ ਬਹੁਤ ਵੱਡੀ ਚੀਜ਼ ਆ, ਸਾਡਾ ਲੋਕਾਂ ਨਾਲ ਇੰਨਾ ਕੀ ਰਿਸ਼ਤਾ ਵੀ ਉਹਨਾਂ ਨੇ ਵੋਟਾਂ ਪਾਉਣੀਆਂ, ਅਸੀਂ ਰਾਜ ਕਰਨਾ। ਹੁਣ ਜਿਵੇਂ ਇਹਨੇ ਕਿਹਾ ਕਿ ਜੇ ਇੰਨਾ ਰਾਸ਼ਨ ਚਾਹੀਦਾ ਤਾਂ ਨਿਆਣੇ ਜਿਹੜੇ ਹੈਗੇ ਵੱਧ ਹੋਣੇ ਚਾਹੀਦੇ ਆ, ਹੁਣੀ ਹਾਲੇ ਤੁਹਾਡੇ ਤੋਂ ਪ੍ਰੋਗਰਾਮ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਹੀ ਮੈਂ ਇਹੀ ਖਬਰ ਵਾਇਰ ਦੇ ਵਿੱਚ ਪੜ੍ਹ ਕੇ ਹਟਿਆ ਸੀਗਾ। ਤੇ ਹੁਣ ਨਵਾਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਸਿਆਸਤ ਦੇ ਵਿੱਚ ਇਹ ਬੰਦਾ ਪਹਿਲਾਂ ਵੀ ਕਾਫੀ ਹਲਕੀਆਂ ਗੱਲਾਂ ਕਰਕੇ ਮਸ਼ਹੂਰ ਰਿਹਾ ਹੈਗਾ, ਕਿਉਂਕਿ ਉਹਨੇ ਕੱਦ ਦਾ ਨਹੀਂ ਸੀਗਾ। ਬੀਜੇਪੀ ਉੱਥੇ ਉੱਤਰਾਖੰਡ 'ਚ ਕੋਈ ਵਧੀਆ ਨੇਤਾ ਪੈਦਾ ਨਹੀਂ ਕਰ ਸਕੀ, ਬਹੁਤ ਥੋੜੇ ਸਮੇਂ ਦੇ ਵਿੱਚ ਬੜੇ ਸਾਰੇ ਲੀਡਰ ਉਹਨੂੰ ਚੇਂਜ ਕਰਨੇ ਪਏ। ਵੈਸੇ ਤਾਂ ਇਹ ਉੱਤਰਾਖੰਡ ਦੀ ਤਰਾਸਦੀ ਹੈ, ਚਾਹੇ ਹੋਵੇ ਕਾਂਗਰਸ ਦੀ ਹਕੂਮਤ ਚਾਹੇ ਹੋਵੇ ਬੀਜੇਪੀ ਦੀ, ਉਹਨਾਂ ਨੇ ਮੁੱਖ ਮੰਤਰੀ ਬਹੁਤ ਬਦਲੇ ਨੇ। ਇਹਦਾ ਮਤਲਬ ਏਰੀਆ ਤਾਂ ਬਣਾ ਦਿੱਤਾ, ਸੂਬਾ ਤਾਂ ਬਣ ਗਿਆ, ਪਰ ਲੀਡਰ ਨਹੀਂ ਕੋਈ ਵਧੀਆ ਉਹਨਾਂ ਨੂੰ ਚੁਣਿਆ ਮਿਲਿਆ ਹੈਗਾ। ਏਦੋਂ ਪਹਿਲਾਂ ਉਹਨੇ ਜੀਨ ਵਾਲੀ ਗੱਲ ਕੀਤੀ ਸੀਗੀ, ਤੁਹਾਨੂੰ ਯਾਦ ਹੋਣਾ ਵੀ ਉਹ ਔਰਤਾਂ ਦਾ ਕਰੈਕਟਰ ਜੀਨ ਦੇ ਨਾਲ ਮਿਸਦਾ ਹੈਗਾ, ਵੀ ਜੀਨ ਪਾਈਏ ਤਾਂ ਕਿਹੋ ਜਿਹੇ ਸੰਸਕਾਰ ਹੈਗੇ ਨੇ, ਨਹੀਂ ਪਾਈ ਤਾਂ ਵਧੀਆ ਸੰਸਕਾਰ ਹੈਗੇ ਨੇ। ਮਸਲਾ ਇਹਨਾਂ ਦੀ ਸਮੱਸਿਆ ਹੈਗੀ ਹੈ ਕਿ ਜਿਹੜੀਆਂ ਪੁਰਾਣੀਆਂ ਰੂੜੀਆਂ ਨੇ ਨਾ, ਇਹੋ ਜਿਹੀਆਂ ਗੱਲਾਂ ਕਰ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਰੂੜੀਆਂ ਨੂੰ ਭਰਨਾ ਚਾਹੁੰਦੇ। ਹੁਣ ਦੇਖੋ ਮਸਲਾ ਬਹੁਤ ਗੰਭੀਰ ਹੈ ਜਿਹਦੇ ਬਾਰੇ ਟਿੱਪਣੀ ਕਰ ਰਿਹਾ, ਇਹ ਹੈਗਾ ਕਿ ਜਿਹੜੇ ਸਾਰੇ ਖਾਦ ਪਦਾਰਥਾਂ ਦੀ ਜਮਾਖੋਰੀ ਦਾ ਮਾਮਲਾ। ਹੁਣ ਜੇ ਮੰਨ ਲਓ ਮੈਂ ਆਪਣੇ ਫੈਮਿਲੀ ਦੇ ਵਿੱਚ ਇਕੱਲਾ ਹੀ ਹਾਂ ਤੇ ਮੈਂ 5-10 ਕਿਲੋ ਵੀ ਜਮਾ ਕਰ ਲਏ, ਉਹ ਕੋਈ ਜਮਾਖੋਰੀ ਨਹੀਂ ਹੈਗੀ। ਜਮਾਖੋਰੀ ਹੁੰਦੀ ਹੈ ਲੋਕਾਂ ਦਾ ਭੋਜਨ ਜਮਾ ਕਰਨ ਨਾਲ ਜਮਾਖੋਰੀ ਨਹੀਂ ਹੁੰਦੀ। ਇਹ ਤਾਂ ਜਿਹੜੇ ਵੱਡੇ ਜਿਹੜੇ ਹੈਗੇ ਨੇ ਨਾ ਕੰਪਨੀਆਂ ਨੇ, ਅਦਾਰੇ ਨੇ, ਉਹ ਜਦੋਂ ਮਾਲ ਨੂੰ ਜਿਹੜਾ ਹੈਗਾ ਜਮਾ ਕਰਕੇ ਰੱਖਦੇ ਨੇ, ਉਹ ਜਮਾਖੋਰੀ ਹੁੰਦੀ ਆ। ਉਲਟਾ ਹੁਣ ਇਹਨਾਂ ਨੇ ਜਮਾਖੋਰੀ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਵੀ ਦੇਖੋ ਜੀ ਇਹਦਾ ਮਤਲਬ ਕੀ ਹੋ ਗਿਆ, ਜਿਹਨੂੰ ਐਂ ਸਮਝੋ ਇਹਦਾ ਮਤਲਬ ਹੋ ਗਿਆ ਵੀ ਸਰਕਾਰ ਤੁਹਾਡੀ ਪ੍ਰਤੀਪਾਲਕ ਆ। ਉਹ ਜਿਹੜੇ ਵੱਡੇ ਜਮਾਖੋਰ ਆ ਜਿਨ੍ਹਾਂ ਲਈ ਤੀਜਾ ਖੇਤੀ ਕਾਨੂੰਨ ਇਹਨਾਂ ਨੇ ਬਣਾਇਆ ਹੋਇਆ ਹੈਗਾ, ਉਹਨਾਂ ਨੂੰ ਜਮਾ ਕਰਨ ਦਾ ਹੱਕ ਆ। ਤੁਸੀਂ ਸਿਰਫ 2-2 ਕਿਲੋ ਦੇ ਮੁਹਤਾਜ ਹੈਗੇ ਹੋ ਜੀ, ਤੇ ਤੁਹਾਡੇ ਕੋਲ ਜਿੰਨੇ ਫੈਮਿਲੀ ਦੇ ਬੰਦੇ ਆ ਉਹਨਾਂ ਕੀ ਤੁਹਾਨੂੰ ਖਾਣਾ ਮਿਲੂਗਾ। ਇਸ ਕਰਕੇ ਤੁਸੀਂ ਮਤਲਬ ਧਾਰਾ ਨੂੰ ਜਿਹੜੀ ਜਮਾਖੋਰੀ ਵਾਲੀ ਧਾਰਨਾ ਵਾ ਨਾ, ਉਹਨੂੰ ਲੈ ਦੇ ਕੇ ਲੋਕਾਂ ਦੇ ਉੱਤੇ ਸੁੱਟ ਦਿੱਤਾ ਵੀ ਨਾਲੇ ਸਿੱਧੀ ਤਾਂ ਮੁਸਲਮਾਨਾਂ ਦੇ ਉੱਤੇ ਵੀ ਭਾਈਚਾਰਾ ਵੀ ਉਹ ਭਾਈ ਉਹਨਾਂ ਦੀ ਆਬਾਦੀ ਜ਼ਿਆਦਾ, ਉਹ ਜਵਾਕ ਬਹੁਤ ਪੈਦਾ ਕਰਦੇ, ਤੁਸੀਂ ਕਿਉਂ ਨਹੀਂ ਕੀਤੇ? ਜੋ ਤੁਹਾਡੇ ਕੋਲੇ ਟਾਈਮ ਸੀ ਕਰ ਲੈਂਦੇ, ਅੱਜ ਕਿਉਂ ਪਿੱਟਦੇ ਹੋ? ਹਾਂ ਬਿਲਕੁਲ, ਮੁਸਲਮਾਨਾਂ ਉੱਤੇ ਤਾਂ ਪਹਿਲੇ ਨੰਬਰ ਤੇ ਜਾਂਦੀ ਹੈ ਗੱਲ। ਤੇ ਲੇਕਿਨ ਮੈਂ ਜਿਹੜੀ ਧਿਆਨ ਦਿਵਾਉਣਾ ਚਾਹੁੰਦਾ, ਜਿਹੜਾ ਜਮਾਖੋਰੀ ਵਾਲੀ ਇਹ ਮਾਮਲਾ ਹੈਗਾ, ਬਿੱਲ ਹੈ ਜਿਹੜਾ,
ਉਹ ਮਤਲਬ ਜਮਾਖੋਰੀ ਤਾਂ ਵੀ ਵੱਡੇ ਵੱਡੇ ਸਾਨੂੰ ਪਤਾ ਵੀ ਘਰਾਣੇ ਕਰਦੇ ਹੈਗੇ ਨੇ ਜਿਨ੍ਹਾਂ ਦਾ ਬਾਅਦ ਦਾਅ ਚੱਲਦਾ ਹੈਗਾ। ਫਿਰ ਉਹ ਸਮੇਂ ਆਉਣ ਦੇ ਉੱਤੇ ਜਦੋਂ ਫਿਰ ਉਹਨਾਂ ਦਾ ਉਹਨੂੰ ਰੇਟ ਵਧਾ ਦਿੰਦੇ ਨੇ। ਤੇ ਹੁਣ ਇਹ ਸਾਰੀ ਇਹਨੇ ਜਿਹੜੀ ਧਾਰਨਾ ਬਦਲਤੀ ਹੁਣ ਆਮ ਬੰਦਾ ਤਾਂ ਹੀ ਸੋਚਦਾ, ਜਿਵੇਂ ਮੁੱਖ ਮੰਤਰੀ ਸੋਚਦਾ ਉਹ ਵੀ ਆਹੀ ਸੋਚਦਾ ਆਮ ਬੰਦਾ, ਕਿਉਂਕਿ ਸਾਡੇ ਕੋਲ ਉਰੇ ਮੁਲਕ ਦੇ ਵਿੱਚ ਜਿੱਦਾਂ ਦਾ ਐਜੂਕੇਸ਼ਨ ਦਾ ਪੱਧਰ ਆ ਜਾਂ ਸਰਕਾਰਾਂ ਨੇ ਜਿਸ ਤਰ੍ਹਾਂ ਦਾ ਪੱਧਰ ਰੱਖਿਆ ਹੋਇਆ ਉਹਦੇ ਜਾਂ ਹੁਣ ਜਿਸ ਤਰ੍ਹਾਂ ਦੇ ਮੁਹਾਵਰੇ ਘੜੇ ਜਾ ਰਹੇ ਨੇ, ਇਹ ਮੁਹਾਵਰੇ ਮੇਰਾ ਮੰਨਣਾ ਤਾਂ ਹੈਗਾ ਸੋਚੀ ਸਮਝੀ ਸਾਜ਼ਿਸ਼ ਹੈ। ਉਹ ਇਹ ਸਾਜ਼ਿਸ਼ ਹੈ ਵੀ ਲੋਕਾਂ ਦੇ ਮਨਾਂ 'ਚ ਇਹੋ ਜਿਹੀਆਂ ਰੂੜੀਆਂ ਨੂੰ ਇੰਨੀਆਂ ਤਿੱਖੀਆਂ ਕਰ ਦਿਓ ਕਿ ਜਿਵੇਂ ਹੁਣ ਆਪਾਂ ਗੱਲਾਂ ਕਰਦੇ ਹਾਂ ਨਾ ਦੋਵੇਂ ਜਾਣੇ ਵੀ ਏਦਾਂ ਗੱਲ ਨਾ ਹੋ ਸਕੇ ਸੰਵਾਦ ਵੀ ਅੱਛਾ ਫਿਰ ਜਮਾਖੋਰੀ ਕੌਣ ਕਰਦਾ, ਜਮਾਖੋਰੀ ਦੀ ਧਾਰਨਾ ਕੌਣ ਆ, ਇਹੋ ਜਿਹੀਆਂ ਟੁੱਚੀਆਂ ਗੱਲਾਂ ਕਰਕੇ ਲੋਕਾਂ ਨੂੰ ਲੱਗੇ ਵੀ ਭਾਈ ਇਹ ਸਾਰੀ ਹੋਣੀ ਦੇ ਨਾ ਜ਼ਿੰਮੇਵਾਰ ਵੀ ਅਸੀਂ ਆ। ਇਹ ਚੀਜ਼ਾਂ ਨੇ ਇਹ ਲੋਕਾਂ ਅੰਦਰ ਰੂੜੀਆਂ ਨੂੰ ਪੱਕਾ ਕਰਨ ਦੇ ਲਈ ਏਦਾਂ ਦੀ ਬਿਆਨਬਾਜ਼ੀ ਕੀਤੀ ਜਾਂਦੀ ਹੈ। ਵੈਸੇ ਕੁਛ ਹੱਦ ਤੱਕ ਆਪਦਾ ਇਹਨਾਂ ਦਾ ਏਜੰਡਾ ਵੀ ਹੈਗਾ ਨਾ, ਕਿਉਂਕਿ ਜਿਹੜੇ ਆਪਾਂ ਆਖੀਏ ਕਿ ਆਪਣੇ ਹੁਣ ਮੈਂ ਗੱਲ ਨਹੀਂ ਕਰਨੀ ਚਾਹੁੰਦਾ, ਆਪਣੇ ਸਿੱਖ ਧਰਮ ਦੇ ਵਿੱਚ ਵੀ ਬੜੇ ਜਿਹੜੇ ਨੇ ਉਹ ਕੱਟੜਪੰਥੀ ਸੋਚਦੇ, ਉਹਨਾਂ ਦੇ ਅੱਗੇ ਮੂੰਹ ਦੇ ਅੱਗੇ ਸਾਰਾ ਹੀ ਪਰਦਾ ਪਿਆ ਹੁੰਦਾ, ਉਹਨਾਂ ਨੂੰ ਹੋਰ ਕੋਈ ਚੀਜ਼ ਦੀਂਦੀ ਨਹੀਂ ਜਦੋਂ ਕੱਟੜਪੰਥੀ ਦੀ ਗੱਲ ਆ ਜੀ। ਕਿਉਂਕਿ ਇਹਨਾਂ ਦਾ ਤਾਂ ਇੱਕ ਏਜੰਡਾ ਨਾ ਵੀ ਕੱਟੜਪੰਥੀ ਦੇ ਨਾਂ ਦੇ ਉੱਤੇ ਵੋਟ ਲੈ ਕੇ ਤੇ ਅਸੀਂ ਜਿਹੜਾ ਸੱਤਾ ਦੇ ਵਿੱਚ ਰਹਿਣਾ, ਇਹ ਉਹਨਾਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ, ਕਿਉਂਕਿ ਉਹੋ ਜਿਹੇ ਲੋਕ ਬੜੇ ਨੇ ਜਿਹੜੇ ਦੇਖੋ ਮੋਦੀ ਨੇ ਇਸ ਮੁੱਖ ਮੰਤਰੀ ਜੀ ਨੇ ਸੀधा वो नाम ले दिया, उनको खींच लिया। हाँ, ਕਿਉਂਕਿ ਰੂੜੀਆਂ ਦਾ ਮਤਲਬ ਇਹੀ ਹੁੰਦਾ, ਰੂੜੀਆਂ ਕਿਉਂ ਭਰੀਆਂ ਜਾਂਦੀਆਂ, ਰੂੜੀਆਂ ਤਾਂ ਭਰੀਆਂ ਜਾਂਦੀਆਂ ਨੇ ਕਿ ਰੂੜੀਆਂ ਆਮ ਤੌਰ ਤੇ ਜਦੋਂ ਵੀ ਕੋਈ ਕੱਟੜਤਾ ਜਾਂ ਰੂੜੀਆਂ ਪਛਾਣ ਖਿੱਚੂ ਧਾਰਾ ਨਾਲ ਜੋੜ ਦੇਣਾ ਸਾਨੂੰ, ਉਹ ਬੰਦੇ ਨੂੰ ਕਮਿਊਨਲ ਬਣਾ ਕੇ ਆਪਣਾ ਉੱਲੂ ਸਿੱਧਾ ਕਰਨਾ ਉਹਦਾ ਮਸਲਾ ਹੁੰਦਾ ਹੈਗਾ। ਇਹਨਾਂ ਦਾ ਵੀ ਇਹੀ ਹੈ, ਇਹਨਾਂ ਦੀ ਰੂੜੀ ਦਾ ਮਤਲਬ ਹੈਗਾ ਪੋਲਰਾਈਜ਼ ਕਰਨਾ ਹਿੰਦੂ ਮੁਸਲਮਾਨ ਦੇ ਨਾਂ ਦੇ ਉੱਤੇ ਕਰਨਾ। ਤੇ ਜਿਵੇਂ ਆਹ ਧਾਰਾ ਹੈਗੀ ਹੈ, ਧਾਰਨਾ ਹੈਗੀ ਹੈ ਵੀ ਦੇਖੋ ਜੀ ਮੁਸਲਮਾਨਾਂ ਦੇ ਨਿਆਣੇ ਵੱਧ ਨੇ, ਇਸ ਕਰਕੇ ਜਿਹੜਾ ਮੁਸਲਮਾਨ ਤੁਹਾਡੇ ਵਿਕਾਸ 'ਚ ਰੋੜਾ। ਪਰ ਹੁਣ ਜਿਹੜੀਆਂ ਸਮੇਂ ਦੇ ਉੱਤੇ ਰਿਪੋਰਟਾਂ ਆਈਆਂ ਨੇ, ਇਹ ਰਿਪੋਰਟਾਂ ਅੱਜ ਦੀਆਂ ਨਹੀਂ 2002 ਦੀਆਂ ਆ ਰਹੀਆਂ, ਉਹ ਕਿੱਦਾਂ ਉਹ ਇਹ ਹੈਗਾ ਕਿ ਰਿਪੋਰਟਾਂ ਦੱਸ ਰਹੀਆਂ ਕਿ ਮੁਸਲਮਾਨ ਬਹੁਤੇ ਵਿਆਹ ਨਹੀਂ ਕਰਾਉਂਦੇ ਹੈਗੇ, ਗਲਤ ਧਾਰਨਾ ਹੈਗੀ ਹੈ ਇਹ। ਤੇ ਇੱਥੋਂ ਤੱਕ ਕਿ ਉਲਟਾ ਜਿਹੜੀ ਭਾਰਤ ਦੇ ਵਿੱਚ ਸਵਰਨ ਜਾਤੀ ਹੈ ਨਾ, ਉਹਦੇ ਵਿੱਚ ਵੱਧ ਵਿਆਹ ਪਾਏ ਜਾਂਦੇ ਹੈਗੇ ਨੇ। ਹੁਣ ਦੇਖੋ ਇਹਦਾ ਇੱਕ ਛੋਟਾ ਜਿਹਾ ਉਦਾਹਰਨ ਮੈਂ ਤੁਹਾਨੂੰ ਦੱਸਦਾ ਵੀ ਇੱਕ ਸਮਾਜ ਆ, ਜੇ ਆਪਣੇ ਸਰੋਤਿਆਂ ਨੂੰ ਵੀ ਸਮਝਾਉਣਾ ਹੋਵੇ, ਕਿਸੇ ਨੂੰ ਇਹ ਭੁਲੇਖਾ ਹੋਵੇ, ਇੱਕ ਸਮਾਜ ਆ ਜਾਂ ਇੱਕ ਘਰ ਆ, ਇਲਾਕਾ ਇੱਕ, ਉਹਦੇ ਵਿੱਚ 10 ਮਰਦ ਹੈਗੇ ਨੇ, ਠੀਕ ਹੈ ਜੀ, ਤੇ 10 ਮਰਦ ਨੇ ਤੇ 10 ਹੀ ਔਰਤਾਂ ਹੈਗੀਆਂ ਨੇ। ਇੱਕ ਮਰਦ ਨੇ 4 ਔਰਤਾਂ ਨਾਲ ਵਿਆਹ ਕਰਾ ਲਿਆ ਜੀ, ਕਰਾ ਲਿਆ, ਤੇ ਫਿਰ ਇੱਕ ਨੇ ਜਾਣੀ ਕਿ 3 ਬੰਦਿਆਂ ਦੀਆਂ ਵੱਧਦੀਆਂ ਹਿੱਸੇਦਾਰੀਆਂ ਦੀਆਂ ਔਰਤਾਂ ਖਿੱਚ ਲਈਆਂ ਉਹਨੇ ਬੰਦੇ ਨੇ, ਤੇ ਬਾਕੀ ਜਿਹੜਾ ਹੈਗਾ ਉਹ ਜਿਹਨੂੰ ਕਹਿੰਦੇ ਨੇ ਕੁਆਰੀ ਰਹਿਣਗੇ ਨਾ, ਉਹ ਇਹਦਾ ਮਤਲਬ ਉਹਨਾਂ ਦਾ ਵਿਆਹ ਹੋਏਗਾ ਨਹੀਂ। ਮਤਲਬ ਸ਼ਾਇਦ ਤੁਹਾਨੂੰ ਸਮਝ ਆ ਗਈ ਹੋਣੀ ਮੈਂ ਕੀ ਕਹਿਣਾ ਚਾਹੁੰਦਾ। ਬਿਲਕੁਲ ਹਾਂਜੀ। ਫਿਰ ਉਹ ਤੋਂ ਬਾਅਦ ਵਿੱਚ ਕਿ ਜੇ ਉਹ ਇੰਨੇ ਵਿਆਹ ਕਰਦੇ ਨੇ ਤਾਂ ਇੱਕ ਵਿਅਕਤੀ ਹੈ ਜਿਹਨੇ ਇੱਕ ਸਮਾਜ 'ਚ ਰਹਿਣਾ, ਉਹ ਇੱਕ ਸਮੇਂ ਕਿੰਨਿਆਂ ਨੂੰ ਆਪਣੇ ਨਾਲ ਰੱਖ ਸਕਦਾ। ਅੱਜ ਦੇ ਸਮੇਂ ਦੇ ਵਿੱਚ ਤਾਂ ਜੀ ਪਰਿਵਾਰ ਇੱਕ ਦੋ ਜਣੇ ਹੀ, ਅੱਜ ਕੱਲ੍ਹ ਤਾਂ ਹਿੰਦੁਸਤਾਨ 'ਚ ਕਨਸੈਪਟ ਚੱਲ ਪਏ ਨੇ ਵੀ ਬਹੁਤ ਸਾਰੇ ਜੋੜੇ ਇਹੋ ਜਿਹੇ ਨੇ ਜਿਹੜੇ ਕਿ ਇਕੱਠੇ ਰਹਿੰਦੇ ਨੇ, ਲਿਵਿੰਗ 'ਚ ਰਹਿੰਦੇ ਨੇ, ਵਿਆਹ ਕਰਾਉਂਦੇ ਨੇ, ਪਰ ਉਹ ਬੱਚਾ ਨਹੀਂ ਪੈਦਾ ਕਰਦੇ ਕਿਉਂਕਿ ਉਹਨਾਂ ਦੀ ਆਪਣੀ ਇੱਛਾ, ਆਪਣਾ ਕਾਰਨ ਵੀ ਹੈ, ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਜਿਹੜਾ ਸੰਭਾਲਣਾ ਔਖਾ ਵੀ ਹੋਇਆ ਬੱਚਾ ਨਹੀਂ, ਇੱਕ ਜਾਂ ਫਿਰ ਇੱਕ ਬੱਚਾ ਪੈਦਾ ਕਰਨ ਦੀ ਧਾਰਨਾ ਹੈਗੀ ਹੈ, 2 ਦੀ ਹੈਗੀ ਆ ਕਿ ਬੱਚਾ ਪੈਦਾ ਜਿਹੜਾ ਪੁਰਾਣੇ ਸਮੇਂ 'ਚ ਅਸੀਂ ਦੇਖਦੇ 7-8 ਬੱਚੇ ਪੈਦਾ ਹੁੰਦੇ ਸੀਗੇ, ਉਹ ਧਾਰਾ ਹੁਣ ਖਤਮ ਹੋ ਗਈ ਹੈ। ਹੁਣ ਨਵੀਂ ਸੋਚ ਆ ਚੁੱਕੀ ਹੈ, ਕੁਝ ਬੱਚੇ 2 ਤੋਂ ਵੀ 1 ਬੱਚਾ ਹੀ ਕਰਦੇ ਨੇ, ਤੇ ਇਹੋ ਜਿਹੇ ਜੋੜੇ ਵੀ ਮੈਂ ਤੁਹਾਨੂੰ ਮਿਲਾ ਦਿੰਦਾ ਜਿਹੜੇ ਸੁਚੇਤ ਨੇ, ਪੜ੍ਹੇ ਲਿਖੇ ਨੇ, ਜਾਂ ਉਹਨਾਂ ਨੂੰ ਲੱਗਦਾ ਉਹਨਾਂ ਦਾ ਇੱਕ ਆਪਣਾ ਹੈਗਾ ਸਮਝਣ ਦਾ ਢੰਗ ਵੀ ਨਹੀਂ, ਬੱਚਾ ਨਹੀਂ ਅਸੀਂ ਪੈਦਾ ਕਰਨਾ, ਅਸੀਂ ਉਂਝ ਹੀ ਰਹਿਣਾ ਹੈਗਾ, ਤੇ ਜਾਂ ਫਿਰ ਕੁਝ ਲਿਵਿੰਗ ਰਹਿੰਦੇ ਨੇ। ਇਸ ਕਰਕੇ ਸਮਾਜ ਕਈ ਪੜਾਵਾਂ ਤੇ ਬਦਲਦਾ ਹੁੰਦਾ, ਪਰ ਜਿਹੜੀਆਂ ਪੁਰਾਣੀਆਂ ਧਾਰਾਵਾਂ ਦੇ ਰਾਹੀਂ ਉਹਨਾਂ ਨੂੰ ਆਪਣੇ ਹਿਸਾਬ ਨਾਲ ਤੋੜ ਮਰੋੜ ਕੇ ਪੇਸ਼ ਕਰਕੇ ਆਮ ਜਿਹੜੇ ਲੋਕ ਆ ਉਹਨਾਂ ਨੂੰ ਇੱਕ ਖਾਸ ਧਰਮ ਦੇ ਵਿਰੁੱਧ ਨਾ ਇਹ ਭੜਕਾ ਕੇ ਆਪਣਾ ਉੱਲੂ ਸਿੱਧਾ ਕਰਨ ਦਾ। ਪਰ ਇਹ ਜਿਹੜੀਆਂ ਰੂੜੀਆਂ, ਤਾਂ ਹੀ ਕਦੇ ਮੁਨਸ਼ੀ ਪ੍ਰੇਮ ਚੰਦ ਨੇ ਕਿਹਾ ਸੀਗਾ ਕਿ ਜਿਹੜਾ ਕੱਟੜਤਾ ਹੈਗੀ ਆ, ਜਿਹੜੀ ਫਿਰਕਾ ਪ੍ਰਸਤੀ ਸੋਚ ਹੈ, ਉਹ ਹਮੇਸ਼ਾ ਸਭਿਅਤਾ ਦੇ ਕੱਪੜੇ ਪਾ ਕੇ ਆਉਂਦੀ ਹੈ, ਕਿਉਂਕਿ ਨੰਗੇ ਆਉਣ ਤੇ ਉਹਨੂੰ ਡਰ ਲੱਗਦਾ। ਉਹ ਹਮੇਸ਼ਾ ਤੁਹਾਨੂੰ ਨਾ ਉਦਾਹਰਨਾਂ ਦਊਗੀ, ਸੱਭਿਆਚਾਰਕ ਉਦਾਹਰਨਾਂ ਦਊਗੀ, ਸੱਭਿਆਚਾਰਕ ਪੇਟ ਲਪੇਟ ਕੇ, ਪਰ ਜਦੋਂ ਤੁਸੀਂ ਆਪਣੇ ਗਿਆਨ ਨਾਲ ਉਹਨੂੰ ਨੰਗਾ ਕਰੋਗੇ ਫਿਰ ਜਮਾਂ ਹੀ ਨੰਗੀ ਹੋ ਜੂਗੀ ਉਹ। ਬਿਲਕੁਲ, ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ। ਤੇ ਉਧਰ ਆਪਾਂ ਹੁਣ ਪੰਜਾਬ 'ਚ ਆਉਣ ਤੋਂ ਪਹਿਲਾਂ ਮਹਾਰਾਸ਼ਟਰ ਦਾ ਵੀ ਗੇੜਾ ਲਾ ਆਈਏ। ਹੁਣ ਮਹਾਰਾਸ਼ਟਰ ਦੇ ਵਿੱਚ ਕਿੰਨਾ ਘੱਟ ਇੱਕ ਨਵੀਂ ਗੱਲ ਸਾਹਮਣੇ ਆਈ ਹੈ, DGP ਪਰਮਵੀਰ ਦੇ ਦੋਸ਼ ਲਾਏ ਨੇ ਹੋਮ ਮਿਨਿਸਟਰ ਤੇ, ਉੱਥੇ ਮੁੜ ਤੋਂ ਸਿਆਸਤ ਭਖ ਗਈ ਹੈ। ਕੀ ਕਹੋਗੇ ਜੀ? 100 ਕਰੋੜ ਰੁਪਈਆ ਦਾ। ਦੇਖੋ ਇਹ ਦੋਸ਼ ਬੜੇ ਸੰਗੀਨ ਨੇ,
ਅੱਜ ਵੈਸੇ ਨਾ ਸ਼ਰਦ ਪਵਾਰ ਨੇ ਜਿਹੜੀ ਗੱਲ ਕੀਤੀ ਹੈ ਉਹ ਥੋੜੀ ਜਿਹੀ ਸਿਆਣੇ ਵਾਲੀ ਗੱਲ ਹੈ ਵੈਸੇ। ਜਿਵੇਂ ਹੁਣ ਉਹਨੇ ਕਿਹਾ ਵੀ ਠੀਕ ਹੈ ਭਾਈ ਇਹਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ, ਗੰਭੀਰਤਾ ਨਾਲ ਹੋਵੇ, ਪਰ ਦੂਜੇ ਪਾਸੇ ਜਿੱਦਾਂ ਉਹ ਗ੍ਰਹਿ ਮੰਤਰੀ ਦੇ ਉੱਤੇ ਦੋਸ਼ ਲਾ ਰਿਹਾ ਹੈ, ਸੂਬੇ ਦੇ ਗ੍ਰਹਿ ਮੰਤਰੀ ਉੱਤੇ ਦੋਸ਼ ਲਾ ਰਿਹਾ ਹੈਗਾ, ਉਹ ਦੋਸ਼ ਬਹੁਤ ਗੰਭੀਰ ਨੇ, ਉਹਨਾਂ ਦੀ ਵੀ ਜਾਂਚ ਹੋ ਜਾਣੀ ਚਾਹੀਦੀ ਹੈ। ਹਾਲਾਂਕਿ ਸ਼ਰਦ ਪਵਾਰ ਨੂੰ ਥੋੜਾ ਜਿਹਾ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹਦੀ ਆਪਣੀ ਪਾਰਟੀ ਦੇ ਨਾਲ ਮਤਲਬ ਗੱਠਜੋੜ ਨਾਲ ਜੁੜਿਆ ਹੋਇਆ, ਪਾਰਟੀ ਤਾਂ ਉਹਦੀ ਚਲੋ ਸ਼ਿਵ ਸੈਨਾ ਹੈਗੀ ਹੈ ਮੰਤਰੀ ਦੀ। ਮਸਲਾ ਇਹ ਹੈਗਾ ਕਿ ਅਸੀਂ ਦੇਖ ਰਹੇ ਸੀ ਆਉਂਦੇ ਸਮੇਂ ਦੇ ਵਿੱਚ ਕਿਵੇਂ ਜਿਹੜਾ ਇਹ ਪਰਮਵੀਰ ਸਿੰਘ ਨੇ ਕਈ ਬੰਦਿਆਂ ਨੂੰ ਐਕਸਪੋਜ਼ ਕੀਤਾ ਸੀ, ਨੰਗੇ ਕੀਤਾ ਸੀ, ਚਾਹੇ ਅਰਨਬ ਗੋਸਵਾਮੀ ਨੂੰ ਦਾ ਮਸਲਾ ਹੋਵੇ, ਚਾਹੇ ਫਿਰ ਉਹ ਫਿਲਮ ਸਟਾਰ ਜਿਹੜੇ ਬੀਜੇਪੀ ਦੇ ਮਗਰ ਸੀਗੇ ਉਹਨਾਂ ਦਾ ਵੀ ਹੋਵੇ। ਹੁਣ ਮਤਲਬ ਇਹਦੇ ਤੇ ਵੀ ਦੋਸ਼ ਲੱਗ ਗਿਆ। ਕਹਾਣੀ ਸ਼ੁਰੂ ਹੋਈ ਸੀਗੀ ਵੱਡੇ ਘਰ ਦੀ ਸਿਕਿਉਰਿਟੀ ਨਾਲ ਜੁੜੇ ਮਾਮਲੇ ਤੋਂ, ਤੇ ਪਹੁੰਚਦੀ ਕਿੱਥੇ ਪਹੁੰਚ ਚੁੱਕੀ ਹੈ। ਹਾਲੇ ਵੀ ਸਾਨੂੰ ਲੱਗਦਾ ਵੀ ਜਿਹੜੇ ਸਾਰੇ ਸਵਾਲ ਆਏ ਨੇ ਨਾ, ਹਾਲੇ ਇਹ ਉਸ ਕਗਾਰ ਦੇ ਉੱਤੇ ਮੁੱਦਾ ਵਾ ਜਿੱਥੇ ਅਸੀਂ ਇਹ ਕਹਿਣ ਦੀ ਹਾਲੇ ਹਾਲਤ ਵਿੱਚ ਨਹੀਂ ਹੈਗੇ ਵੀ ਪਰਮਵੀਰ ਸਿੰਘ ਗਲਤ ਹੈ ਜਾਂ ਫਿਰ ਸੂਬੇ ਦਾ ਗ੍ਰਹਿ ਮੰਤਰੀ ਹੈਗਾ। ਪਰ ਅਸੀਂ ਇੱਕ ਮੰਗ ਜ਼ਰੂਰ ਕਰਦੇ ਹੈਗੇ ਆ, ਜੇ ਇੱਕ ਪੱਤਰਕਾਰ ਅਸੀਂ ਇਹ ਗੱਲ ਦੇਖਦੇ ਹਾਂ ਵੀ ਜਿੰਨਾ ਚਿਰ ਸਾਡੇ ਕੋਲ ਤੱਥ ਨਹੀਂ ਸਾਹਮਣੇ ਆਉਂਦੇ ਹੈਗੇ। ਹੁਣ ਤੱਥਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਨਾ ਹਕੂਮਤ ਨੇ ਕਰਨੀ ਹੁੰਦੀ ਹੈ, ਥੋੜਾ ਨਿਰਪੱਖ ਹੋ ਗਈ ਵੀ ਭਾਈ ਠੀਕ ਹੈ ਚਲੋ ਜੀ ਇੱਕ ਜਾਂਚ ਬਣਾ ਦਿੱਤਾ ਜਾਵੇ, ਜਾਂਚ ਬਣਾਈ ਜਾਵੇ, ਉਹਦੇ ਵਿੱਚ ਥੋੜਾ ਜਿਹਾ ਸੰਭਾਵਨਾਵਾਂ ਤੇ ਤਲਾਸ਼ੀਆਂ ਜਾਣ ਚੀਜ਼ਾਂ ਦੀਆਂ ਕੀ ਹੋ ਸਕਦੀ ਹੈਗੀ ਆ। ਉਹ ਹੁਣ ਚੱਕਰ ਇਹ ਹੈਗਾ ਕਿ ਜਿਹੜੀ ਸ਼ਿਵ ਸੈਨਾ ਉਹ ਵੀ ਸਾਨੂੰ ਪਤਾ ਕੁਝ ਧੁੱਤੀ ਨਹੀਂ ਹੋਈ, ਉਹਨਾਂ ਨੇ ਇੱਕ ਆਪਣੇ ਸਮਾਨਾਂਤਰ ਆਪਣੀ ਫੋਰਸ ਜਮ੍ਹਾਂ ਕਰ ਰੱਖੀ ਹੈ, ਲੱਠ ਮਾਰ ਗੁੰਡੇ ਜਮ੍ਹਾਂ ਕਰ ਰੱਖੇ ਹੈਗੇ ਨੇ, ਉਹ ਸਾਰਾ ਕੁਝ ਚੱਲਦਾ ਹੈਗਾ। ਇਹਦੇ ਵਿੱਚ ਆਹੀ ਹੈ ਕਿ ਜੇ ਥੋੜਾ ਜਿਹਾ ਵੀ ਮੁੱਖ ਮੰਤਰੀ ਉਧਵ ਠਾਕਰੇ ਇਮਾਨਦਾਰੀ ਨਾਲ ਕੰਮ ਲਵੇ, ਥੋੜੀ ਜਾਂਚ ਜੀ ਕਰਾਵੇ ਤਾਂ ਕਾਫੀ ਹੱਦ ਤੱਕ ਤਸਵੀਰ ਆ ਸਕਦੀ ਹੈ ਸਾਹਮਣੇ। ਏਡਾ ਵੀ ਨਹੀਂ ਕੋਈ ਮਸਲਾ ਵੀ ਸਾਰਾ ਕੁਝ ਹੀ ਲੁਕਿਆ ਰਹਿ ਜਾਊਗਾ। ਜੀ ਵੈਸੇ ਗੱਲ ਇਹ ਹੈ ਕਿ ਉਧਰ ਰਬੈਰੋ ਸਾਹਿਬ ਨੇ ਵੀ ਜਿਹੜਾ ਕਿਹਾ ਕਿ ਉਹ ਕਹਿੰਦੇ ਕਿ ਉਹਨਾਂ ਨੂੰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇਸ਼ਮੁਖ ਤੇ ਲੱਗੇ ਭ੍ਰਿਸ਼ਟਾਚਾਰ ਦੀ ਜਾਂਚ ਦੀ ਕਹਿੰਦੇ ਪੇਸ਼ਕਸ਼ ਕੀਤੀ ਗਈ। ਕਹਿੰਦੇ ਭਾਈ ਮੈਂ ਇਸ ਮਾਮਲੇ 'ਚ ਨਹੀਂ ਪੈਣਾ ਕਿਉਂਕਿ ਰਬੈਰੋ ਨੂੰ ਐਂ ਲੱਗਦਾ ਵੀ ਇਹ ਹੁਣ ਜਿਹੜੀ ਕਹਾਣੀ ਹੈ ਪਤਾ ਨਹੀਂ ਕਿੱਥੇ ਨੂੰ ਚਲੀ ਜਾਵੇ, ਕਿਉਂਕਿ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਇਹਦੇ ਵਿੱਚ ਕਿ ਇਹਦੇ ਵਿੱਚ ਲੈ ਦੇ ਕੇ ਜੇ ਤੁਸੀਂ ਦੇਖੋ ਤਾਂ ਫਾਇਦਾ ਤਾਂ ਬੀਜੇਪੀ ਦਾ ਹੋ ਰਿਹਾ ਨਾ, ਤੇ ਵੀ ਕਿਤੇ ਕੋਈ ਗੇਮ ਤਾਂ ਨਹੀਂ ਚੱਲ ਰਹੀ ਹੈਗੀ, ਉੱਪਰੋਂ ਕੋਈ ਗੇਮ ਤਾਂ ਨਹੀਂ ਚੱਲ ਰਹੀ ਵੀ ਜਦੋਂ ਅਸੀਂ ਕੋਈ ਉੱਪਰ ਵਾਲੀ ਜਿਹੜੀ ਕੋਈ ਸਾਜ਼ਿਸ਼ ਹੈ ਉਹਦਾ ਹਿੱਸਾ ਨਾ ਬਣ ਜਾਈਏ। ਜਾਂ ਇਹ ਕਿਉਂਕਿ ਰਬੈਰੋ ਕਾਫੀ ਸਮੇਂ ਦਾ ਹੁਣ ਬੀਜੇਪੀ ਦੇ ਉਲਟ ਬਿਆਨ ਦਿੰਦਾ ਆ ਰਿਹਾ ਹੈਗਾ ਤੇ ਉਹਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਕਈ ਤਕੜੇ ਲੇਖ ਵੀ ਲਿਖੇ ਨੇ ਤੇ ਵਾਇਰ 'ਚ ਵੀ ਉਦੋਂ ਲੇਖ ਆਏ ਨੇ ਜਿਹੜੇ ਪੰਜਾਬੀ 'ਚ ਵੀ ਆਪਣੇ ਅਨੁਵਾਦ ਹੋਏ ਨੇ। ਇੱਕ ਵਾਰ ਪੰਜਾਬੀ ਟ੍ਰਿਬਿਊਨ 'ਚ ਵੀ ਸ਼ਾਇਦ ਆਇਆ ਸੀ ਉਹੀ ਅਨੁਵਾਦ ਹੋ ਕੇ ਲਿਖਦਾ, ਸਾਨੂੰ ਉਹਦੀ ਪੋਜੀਸ਼ਨ ਦਾ ਪਤਾ। ਸੋ ਮੈਨੂੰ ਇਹਦੇ ਵਿੱਚ ਐਂ ਲੱਗਦਾ ਵਾ ਐਜ ਏ ਜਰਨਲਿਸਟ ਵੀ ਸ਼ਾਇਦ ਰਬੈਰੋ ਹੈ ਜੋ ਉਹ ਇਹ ਸਮਝਦਾ ਹੋਊ ਵੀ ਕੋਈ ਗੇਮ ਪਲਾਨ ਹੈਗਾ ਵਾ ਜਿਹਦੇ ਵਿੱਚ ਸ਼ਾਇਦ ਮੈਂ ਨਾ ਫਸਟ ਆਵਾਂ, ਇਸ ਲਈ ਉਹਨੇ ਨਾ ਕੀਤੀ ਹੈ। ਕਿਉਂਕਿ ਸ਼ਰਦ ਪਵਾਰ ਨੇ ਜਿਹੜੇ ਨਾ ਨਿਰਪੱਖ ਜਾਂਚ ਲਈ ਜਿਹੜੇ ਬੰਦਿਆਂ ਦਾ ਨਾਂ ਦਿੱਤਾ ਸੀਗਾ ਉਹਨਾਂ ਵਿੱਚ ਰਬੈਰੋ ਦਾ ਨਾਂ ਇੱਕ ਸੀਗਾ। ਹੈਲੋ ਜੀ 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 ਬਿਲਕੁਲ। ਤੇ ਹੁਣ ਆਪਾਂ ਗੱਲ ਥੋੜਾ ਜਿਹਾ ਉਧਰ ਨੂੰ ਚੱਲ ਪਈਏ ਤਾਂ ਕਰਨਾਟਕਾ, ਮਹਾਰਾਸ਼ਟਰ ਤੋਂ ਥੋੜਾ ਜਿਹਾ ਪਰਾਂ ਨੂੰ ਕਰਨਾਟਕਾ ਵੱਲ ਨੂੰ ਹੋ ਜਾਈਏ। ਕਰਨਾਟਕਾ ਦੇ ਵਿੱਚ ਵੀ ਬਗਾਵਤ ਦੀਆਂ ਸੁਰਾਂ ਉੱਠ ਪਈਆਂ ਨੇ ਬੀਜੇਪੀ ਦੀ, ਕੋਈ ਚੰਗੇ ਜਿਹੜੇ ਨੇ ਉੱਥੇ ਸੰਕੇਤ ਨਹੀਂ ਆ ਰਹੇਗੇ। ਆਮ ਤੌਰ ਤੇ ਇੱਕ ਧਾਰਨਾ ਮੰਨੀ ਜਾਂਦੀ ਸੀਗੀ, ਉਹਦੇ ਵਿੱਚ ਸੱਚਾਈ ਵੀ ਹੈਗੀ ਆ ਕਿ ਦੇਖੋ ਜੀ ਬੀਜੇਪੀ ਹੈ ਨਾ ਉਹਦੇ ਬਹੁਤਾ ਕਾਡਰ ਹੈ ਜੋ ਉਹ ਉਹੀ ਗੱਲ ਮੰਨਦਾ ਜਿਹੜੇ ਉਹਦੇ ਵੱਡੇ ਲੀਡਰ ਕਹਿ ਜਾਂਦੇ ਹੈਗੇ ਨੇ, ਖਾਸ ਕਰਕੇ ਮੋਦੀ ਸ਼ਾਹ ਦੇ ਸਮੇਂ ਦੇ ਵਿੱਚ ਤਾਂ ਉੱਥੇ ਕੋਈ ਬਗਾਵਤ ਬਗੂਵਤ ਵਾਲੀ ਕੋਈ ਗੱਲ ਹੋ ਹੀ ਨਹੀਂ ਸਕਦੀ ਹੈਗੀ। ਲੇਕਿਨ ਉਹ ਧਾਰਨਾ ਗਲਤ ਸਾਬਤ ਹੋਈ ਆ। ਆਪਾਂ ਹੁਣੀ ਉੱਤਰਾਖੰਡ ਦੇ ਮੁੱਖ ਮੰਤਰੀ ਦੀ ਗੱਲ ਕਰ ਕੇ ਰਹੇ ਹਾਂ, ਇਧਰ ਪਹਿਲੇ ਦੇ ਵਿਰੁੱਧ ਜਿਹੜਾ ਮਾਹੌਲ ਬਣਿਆ ਸੀ ਉਹ ਮਾਹੌਲ ਇਹ ਬਣਿਆ ਕਿ ਇਸ ਤਰ੍ਹਾਂ ਦਾ ਨਮੂਨੇ ਕਿਸਮ ਦਾ ਬੰਦਾ ਆ ਗਿਆ ਤੇ ਹੁਣ ਜਿਹੜਾ ਇਹ ਮਾਹੌਲ ਕਰਨਾਟਕ ਦੇ ਵਿੱਚ ਬਣਿਆ। ਕਰਨਾਟਕ ਦੇ ਵਿੱਚ YS ਯੈਦੂਰੱਪਾ ਮੁੱਖ ਮੰਤਰੀ ਹੈ। ਇਹ ਨਹੀਂ ਕਿ ਪਹਿਲੀ ਵਾਰ ਬਣਿਆ, ਯੈਦੂਰੱਪਾ ਦੇ ਵਿਰੁੱਧ ਇਹ ਮਾਹੌਲ ਉਦੋਂ ਬਣਿਆ ਸੀਗਾ ਜਦੋਂ ਮਾਮਲਾ ਜਿਹੜਾ 2009 ਜਾਂ 10 ਦਾ ਸੀਗਾ। ਯੈਦੂਰੱਪਾ ਕੋਲ ਪਾਰਟੀ ਦੀ ਪ੍ਰਧਾਨਗੀ ਵੀ ਸੀਗੀ, ਯੈਦੂਰੱਪਾ ਦੇ ਕੋਲ ਮੁੱਖ ਮੰਤਰੀ ਦਾ ਅਹੁਦਾ ਵੀ ਸੀ। ਇਹਨੂੰ ਕਹਿੰਦੇ ਸੀ ਭਾਈ ਕੋਲਾ ਘਟਾਲੇ ਚ ਤੇਰਾ ਨਾਮ ਆਇਆ ਹੋਇਆ, ਅਹੁਦਾ ਨਹੀਂ ਛੱਡਿਆ। ਉਹ ਉਲਟਾ ਕਹਿਣ ਲੱਗਾ ਕਿ ਕਿਉਂਕਿ ਲਿੰਗਾਇਤ ਭਾਈਚਾਰੇ ਵਿੱਚ ਆਉਂਦਾ ਸੀਗਾ, ਲਿੰਗਾਇਤ ਭਾਈਚਾਰੇ ਦੀ ਵੋਟ ਬਹੁਤ ਹੈ ਕਰਨਾਟਕ ਦੇ ਵਿੱਚ। ਇਹਨੂੰ ਸੀਗਾ ਕਿ ਇਹਨਾਂ ਦੀ ਹਿੰਮਤ ਹੀ ਨਹੀਂ ਜੇ ਬੀਜੇਪੀ ਨੇ ਉਰੇ ਕਰਨਾਟਕ ਦੇ ਵਿੱਚ ਦਰਵਾਜ਼ਾ ਖੋਲਿਆ, ਕਿਉਂਕਿ ਬੀਜੇਪੀ ਨੇ ਜੋ ਦੱਖਣ ਦਾ ਦਰਵਾਜ਼ਾ ਕਰਨਾਟਕ ਥਰੂ ਖੋਲਿਆ ਸੀਗਾ ਤੇ ਉਹ ਮੇਰੇ ਕਰਕੇ ਖੋਲਿਆ ਹੈਗਾ। ਐਡੀ ਹਿੰਮਤ ਇਹਦੀ ਕਿਹੜੀ ਹੋ ਗਈ ਵੀ ਇਹ ਮੈਨੂੰ ਕੱਢਣਗੇ।
ਪਰ ਜਦੋਂ ਲਗਾਤਾਰ ਦਬਾਅ ਪੈਂਦਾ ਰਿਹਾ ਤਾਂ ਕੱਢਣਾ ਪਿਆ। ਇਹਨੇ ਇੱਕ ਨਵੀਂ ਪਾਰਟੀ ਬਣਾ ਲਈ, ਨਵੀਂ ਪਾਰਟੀ ਵੀ ਸੈਕਿੰਡ ਆ ਗਈ। ਪਹਿਲੇ ਨੰਬਰ ਤੇ ਆਈ ਬੀਜੇਪੀ, ਕਾਂਗਰਸ ਪਾਰਟੀ ਸਿੱਦਾਰਾਮਈਆ ਬਣਿਆ ਮੁੱਖ ਮੰਤਰੀ ਕਾਂਗਰਸ ਦਾ। ਦੂਜੇ ਨੰਬਰ ਤੇ ਯੈਦੂਰੱਪਾ ਦੀ ਪਾਰਟੀ ਬਣੀ, ਤੀਜੇ ਦੇ ਉੱਤੇ ਬੀਜੇਪੀ ਆਈ। ਫਿਰ ਮੋਦੀ ਨੇ ਜਦੋਂ 13 ਦੇ ਵਿੱਚ ਪ੍ਰਧਾਨ ਮੰਤਰੀ ਬਣਨ ਦੀ ਤਿਆਰੀ ਕੀਤੀ, ਹੁਣ ਜਿਹੜੇ ਬੰਦੇ ਨੂੰ ਭ੍ਰਿਸ਼ਟਾਚਾਰੀ ਇਹਦੀ ਪਾਰਟੀ ਕਹਿੰਦੀ ਸੀ, ਉਸੇ ਬੰਦੇ ਨੂੰ ਮੋਦੀ ਪਾਰਟੀ ਸ਼ਾਮਲ ਕਰਵਾ ਕੇ ਆਇਆ ਜੀ। ਉਦੋਂ ਬਹੁਤੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਸੀ ਵੀ ਕਿੱਡਾ ਕੁ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਲੜੂਗਾ। ਜਿਹੜਾ ਬੰਦਾ ਖੁਦ ਯੈਦੂਰੱਪਾ ਨੂੰ ਪਾਰਟੀ 'ਚ ਲੈ ਕੇ ਆਇਆ, ਉਹਨਾਂ ਦੇ ਵਿਰੁੱਧ ਬਗਾਵਤਾਂ ਸ਼ੁਰੂ ਹੋ ਗਈਆਂ। 2-3 MLA ਨੇ ਹਾਈ ਕਮਾਂਡ ਨੂੰ ਕਿਹਾ ਜੇ ਤੁਸੀਂ ਪਾਰਟੀ ਨੂੰ ਚੰਗੀ ਤਰ੍ਹਾਂ ਜਿਤਾਉਣਾ ਚਾਹੁੰਦੇ ਹੋ ਤਾਂ ਆਉਂਦੇ ਸਮੇਂ ਦੇ ਵਿੱਚ ਯੈਦੂਰੱਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਓ। ਇਹ ਪਾਰਟੀ ਨੂੰ ਕਮਜ਼ੋਰ ਕਰਨ ਵਾਲੀ ਕੜੀ ਹੈਗੀ ਹੈ। ਇਹ ਇੱਕ ਭ੍ਰਿਸ਼ਟਾਚਾਰੀ ਬੰਦਾ ਵਾ। ਇਹ ਇੱਕ ਚਿੱਠੀ ਲਿਖੀ ਗਈ ਹੈ ਤੇ ਇਹਦੇ ਵਿੱਚ ਇਹ ਗੱਲ ਸਾਫ਼ ਆ ਚੁੱਕੀ ਹੈਗੀ ਹੈ ਕਿ ਉੱਥੇ ਬਗਾਵਤੀ ਸੁਰਾਂ ਤਿੱਖੀਆਂ ਹੋ ਚੁੱਕੀਆਂ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਤੇ ਯੈਦੂਰੱਪਾ ਦਾ ਰਾਹ ਦੇ ਵਿੱਚ ਅੜਚਣਾ ਆ ਚੁੱਕੀਆਂ ਨੇ ਜੀ। ਜੀ 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 ਦੇਖਦੇ ਹੁਣ ਉੱਥੇ ਕੀ ਹੈ, ਕਿਉਂਕਿ ਤੁਹਾਨੂੰ ਪਤਾ ਜਿਵੇਂ ਸੱਤਾ ਹਥਿਆਈ ਹੁੰਦੀ ਉਵੇਂ ਫਿਰ ਸੱਤਾ ਜਾਂਦੀ ਵੀ ਹੈ। ਤੇ ਆਪਾਂ ਗੱਲ ਕਰੀਏ ਹੁਣ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਕਰਨੀ ਪਏਗੀ ਬੰਗਾਲ ਦੀ। ਠੀਕ ਹੈ ਜੀ, ਬੰਗਾਲ ਦੀਆਂ 2 ਗੱਲਾਂ ਕਰਨੀਆਂ ਪੈਣੀਆਂ। ਢਿੱਲੋਂ ਸਾਹਿਬ ਨਾਲ ਵੀ ਅੱਗੇ ਜਾ ਕੇ ਕਰਾਂਗੇ, ਪਰ ਸਭ ਤੋਂ ਪਹਿਲਾਂ ਬੰਗਾਲ ਦੀ ਗੱਲ ਕਰਦੇ ਹਾਂ। ਉੱਥੋਂ ਦੀ ਸਿਆਸਤ ਦੀ ਬੀਬੀ ਵੀਲ ਚੇਅਰ ਦੇ ਉੱਤੇ ਬਹਿ ਗਈ ਹੈ। ਠੀਕ ਹੈ ਜੀ, ਮੰਨ ਵੀ ਰਹੀ ਹੈ ਵੀ ਕਈ ਗਲਤੀਆਂ ਮੈਂ ਕੀਤੀਆਂ ਨੇ, ਮੈਂ ਆਪਣਿਆਂ ਨੂੰ ਪਛਾਣ ਨਹੀਂ ਸਕੀ। ਬੜੇ ਉਹਦੇ ਆਪਣੇ ਬਿਆਨ ਜਿਹੜੇ ਨੇ ਉਹ ਬੜੇ ਸਟੀਕ ਬਿਆਨ ਆ ਰਹੇ ਨੇ। ਕਿਉਂਕਿ ਲੋੜ ਹੈ ਸਟੀਕ ਬਿਆਨਾਂ ਦੀ ਇਸ ਸਮੇਂ ਉਸ ਕਗਾਰ ਉੱਤੇ ਆ ਜਦੋਂ ਇੱਕ ਪਾਸੇ ਤਾਂ ਇੱਕ ਮਾਹੌਲ ਇਹ ਵੀ ਆ ਜਿੱਥੇ ਬੰਗਾਲੀਆਂ ਨੂੰ ਲੱਗਦਾ ਵੀ ਅਸੀਂ ਮਮਤਾ ਦੇਖ ਲਈ, ਖੱਬੇ ਮੋਰਚੇ ਦਾ ਕਈ ਸਾਲ ਦਾ ਰਾਜ ਦੇਖ ਲਿਆ, 35 ਸਾਲ ਦਾ। ਉਹਨਾਂ ਤੋਂ ਉਹਨੂੰ ਉਮੀਦਾਂ ਨਹੀਂ ਹੈਗੀਆਂ। ਉਹ ਸੋਚਦੇ ਨੇ ਵੀ ਚੱਲ ਬੀਜੇਪੀ ਠੀਕ ਹੋਊ। ਹੁਣ ਜਿਨ੍ਹਾਂ ਨੇ ਬੀਜੇਪੀ ਦਾ ਅਸਲੀ ਚਿਹਰਾ ਨਹੀਂ ਦੇਖਿਆ ਉਹਨੂੰ ਤਾਂ ਲੱਗਦਾ ਨਾ ਕਿ ਬੀਜੇਪੀ ਸ਼ਾਇਦ ਠੀਕ ਹੋਊ। ਉਹਨਾਂ ਦੇ ਜੀ ਉਹ ਤਾਂ ਉਹਨਾਂ ਦੇ ਇਸ਼ੂ ਚੱਕਣ ਲੱਗੀ ਹੈ, ਖਾਸ ਕਰਕੇ ਜਿਹੜੇ ਹਿੰਦੂ ਵਰਗ ਨੂੰ ਉਹਨਾਂ ਨੇ ਪ੍ਰਭਾਵਿਤ ਕੀਤਾ ਹੈ, ਚਾਹੇ ਉਹ ਹਿੰਦੂ ਇੱਜ਼ਤ ਇਹਨਾਂ ਦੇ ਉੱਤੇ ਕੀਤਾ ਹੈ, ਚਾਹੇ ਸੀਏ ਦਾ ਬਖੇੜਾ ਖੜਾ ਕਰਕੇ ਕੀਤਾ। ਕਿਉਂਕਿ ਕੱਲ ਅਮਿਤ ਸ਼ਾਹ ਨੇ ਜਿਹੜਾ ਆਪਣਾ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਉਹਦੇ ਵਿੱਚ ਸੀਏ ਦੇ ਮੁੱਦੇ ਨੂੰ ਵੀ ਉਹਨਾਂ ਨੇ ਪਾਇਆ, ਬੜਾ ਤਕੜਾ ਉਭਾਰਿਆ ਜੀ। ਉਹ ਜਿਹੜਾ ਉਭਾਰਿਆ ਉਹ 2 ਸੂਬਿਆਂ ਵਿੱਚ ਖਾਸ ਕਰਕੇ ਜਿਵੇਂ ਬੰਗਾਲ ਦੇ ਵਿੱਚ ਤੇ ਅਸਾਮ ਦੇ ਵਿੱਚ ਉਹਦਾ ਪੱਤਾ ਖੇਡਣਗੇ। ਕਿਉਂਕਿ ਅਸਾਮ ਦੇ ਵਿੱਚ ਜਿਹੜਾ ਪੱਤਾ ਉੱਥੇ ਦੇ ਹਿੰਦੂ ਭਾਈਚਾਰੇ ਲਈ, ਕਿਉਂਕਿ ਉੱਥੇ ਉਹਨਾਂ ਨੇ ਬਹੁਤ ਸਾਰੇ ਡਿਟੈਂਸ਼ਨ ਕੈਂਪ ਬਣਾਏ ਹੋਏ ਹੈਗੇ ਨੇ ਤੇ ਇਸ ਕਰਕੇ ਭਾਵੇਂ ਕਿ ਮੁਸਲਮਾਨ ਵੋਟ ਤਾਂ ਪੈਂਦੀ ਨਹੀਂ, ਪਹਿਲਾਂ ਵੀ ਨਹੀਂ ਪੈਂਦੀ, ਇਹਨਾਂ ਨੂੰ ਪਤਾ ਵੀ ਉਹ ਤਾਂ ਪੈਂਦੀ ਨਹੀਂ ਹੈ, ਹਿੰਦੂ ਵੋਟ ਵੀ ਪੈ ਜਾਊਗੀ। ਇਸੇ ਤਰ੍ਹਾਂ ਬੰਗਾਲ ਦੇ ਵਿੱਚ ਹੈ। ਦੂਜੇ ਬੰਨੇ ਮਮਤਾ ਨੂੰ ਪਤਾ ਵੀ ਹੁਣ ਦੇਖੋ ਮੇਰੇ ਕੋਲ ਜਿਹੜੀਆਂ ਗਲਤੀਆਂ ਤਾਂ ਹੋਈਆਂ ਨੇ, ਤਾਂ ਹੀ ਤਾਂ ਬੀਜੇਪੀ ਇੱਕ ਬਰਾਬਰ ਦੀ ਧਿਰ ਬਣ ਕੇ ਖੜੀ ਹੋਈ ਆ ਤੇ ਮੈਂ ਇਹਨਾਂ ਨੂੰ ਗਲਤੀ ਨੂੰ ਮੰਨ ਲੈਂਦੀ ਆ। ਮੰਨਣ ਚ ਕੀ ਹਰਜ ਹੈ, ਪਰ ਉਹਨਾਂ ਨੂੰ ਇਹ ਵੀ ਦੱਸਾਂ ਵੀ ਭਾਈ ਇਹ ਜਿਹੜੀ ਪਾਰਟੀ ਆ ਰਹੀ ਹੈ ਖਤਰਨਾਕ ਹੈ ਤੁਹਾਡੇ ਲਈ। ਉਹਦਾ ਹੁਣ ਮੁਕਾਬਲਾ ਫਿਰਕਾ ਪ੍ਰਸਤੀ ਦਾ ਮੁਕਾਬਲਾ ਉਹ ਬੰਗਾਲੀ ਪੱਤੇ ਨਾਲ ਕਰ ਰਹੀ ਹੈ, ਬੰਗਾਲੀ ਇੱਜ਼ਤ ਨਾਲ, ਬੰਗਾਲੀ ਸਵੈਮਾਨ ਦੇ ਨਾਲ ਉਹ ਕਰ ਰਹੀ ਹੈ। ਵੀ ਜਿਹੜਾ ਬੰਗਾਲੀ ਸਵੈਮਾਨ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਬੰਗਾਲੀਅਤ ਦੀ ਭਾਵਨਾ ਹੈਗੀ ਹੈ, ਉਹਦੇ ਨਾਲ ਉਹ ਕਰਨ ਲੱਗੀ ਆ। ਹੁਣ ਉਹ ਕਿੰਨਾ ਕਾਮਯਾਬ ਹੁੰਦੀ ਹੈ ਕਿਉਂਕਿ ਬੰਗਾਲੀਅਤ ਦੀ ਭਾਵਨਾ ਨਾ ਲੋਕਾਂ 'ਚ ਕੁੱਟ-ਕੁੱਟ ਕੇ ਭਰੀ ਹੋਈ ਹੈ। ਭਾਵੇਂ ਹੁੰਦਾ ਕਿ ਜਿਹੜੇ ਬੰਗਾਲੀ ਨੇ ਉਹ ਦੇਸ਼ ਭਗਤ ਬਹੁਤ ਲੱਗੇ ਨੇ, ਉਹਨਾਂ ਦੇ ਵਿੱਚ ਸਾਡੇ ਵਿੱਚ ਤਾਂ ਪੰਜਾਬੀਅਤ ਦੀ ਭਾਵਨਾ ਉਸ ਤਰ੍ਹਾਂ ਨਹੀਂ ਹੈਗੀ। ਸਾਡੇ ਵਿੱਚ ਤਾਂ ਪਹਿਲਾਂ ਧਰਮਾਂ ਦੀ ਭਾਵਨਾ ਖੜੀ ਹੋ ਉੱਭਰ ਜਾਂਦੀ ਹੈਗੀ ਹੈ। ਜੇ ਪੰਜਾਬੀਅਤ ਦੀ ਭਾਵਨਾ ਹੁੰਦੀ ਤਾਂ ਵੰਡ ਵੇਲੇ ਅਸੀਂ ਕੋਈ ਹੋਰ ਹੀ ਭੂਮਿਕਾ ਨਿਭਾਉਣੀ ਸੀਗੀ, ਅਸੀਂ ਉਧਰਲਾ ਏਡਾ ਵੱਡਾ ਪੰਜਾਬ ਵੱਖ ਨਹੀਂ ਹੋਣ ਦੇਣਾ ਸੀਗਾ। ਤੇ ਲੇਕਿਨ ਬੰਗਾਲ ਹੈ, ਬੰਗਾਲ ਭਾਵੇਂ ਅਲੱਗ ਹੋਇਆ ਪਰ ਉਸ ਸਮੇਂ ਬੰਗਾਲ ਨੇ ਕਿਵੇਂ ਮਤਲਬ ਆਪਣੇ ਖੂਨ ਦੇ ਅਥਰੂ ਰੋਏ ਨੇ ਇਹ ਵੀ ਸਾਨੂੰ ਪਤਾ ਹੈਗਾ। ਤੇ ਹਾਲੇ ਵੀ ਬੰਗਲਾਦੇਸ਼ ਤਾਂ ਅਲੱਗ ਬਣ ਗਿਆ ਪਰ ਬੰਗਲਾਦੇਸ਼ ਦਾ ਜਿਹੜਾ ਹੈਗਾ ਵਾ ਮੁੱਖ ਰਾਸ਼ਟਰੀ ਗਾਣਾ ਨਾ, ਰਾਸ਼ਟਰੀ ਗੀਤ ਆ ਨਾ, ਉਹ ਉਹੀ ਹੈ ਜਿਹੜਾ ਰਵਿੰਦਰਨਾਥ ਟੈਗੋਰ ਦਾ ਲਿਖਿਆ ਹੋਇਆ ਹੈਗਾ। ਹਾਲੇ ਵੀ ਉਹ ਮਤਲਬ ਇਹ ਮੁਸਲਿਮ ਬਹੁ ਗਿਣਤੀ ਵਾਲਾ ਬੰਗਲਾਦੇਸ਼ ਹੈ, ਉਹਨੇ ਮਤਲਬ ਆਪਣੇ ਜਿਹੜਾ ਰਾਸ਼ਟਰੀ ਕਵੀ ਆ ਉਹ ਰਵਿੰਦਰਨਾਥ ਟੈਗੋਰ ਨੂੰ ਹੀ ਮੰਨਦਾ। ਇਹ ਬੰਗਾਲੀਅਤ ਹੁੰਦੀ ਹੈ, ਇਸ ਕਰਕੇ ਮਮਤਾ ਨੇ ਪਤਾ ਉੱਥੇ ਖੇਡਿਆ ਹੈਗਾ। ਉਹ ਹੁਣ ਕਿੰਨਾ ਕਾਮਯਾਬ ਹੁੰਦਾ ਕਿੰਨਾ ਨਹੀਂ ਹੁੰਦਾ ਉਹ ਦੇਖਣਾ ਹੈਗਾ। ਸੋ ਉਹ ਕੋਈ ਦੋਵੇਂ ਧਿਰਾਂ ਹਰ ਹਰਬਾ ਵਰਤ ਰਹੀਆਂ ਨੇ। ਬੀਜੇਪੀ ਫਿਰਕਾ ਪ੍ਰਸਤੀ ਵਾਲਾ, ਮਮਤਾ ਦੇ ਰਾਜ ਨੂੰ ਕੋਸਣ ਵਾਲਾ। ਮਮਤਾ ਆਪਣੀਆਂ ਪੁਰਾਣੀਆਂ ਭੁੱਲਾਂ ਨੂੰ ਸੋਧ ਕੇ ਉਹਦੀ ਕੋਸ਼ਿਸ਼ ਹੈਗੀ ਹੈ ਵੀ ਚਲੋ ਮੈਂ ਆਪਣਾ ਵੋਟ ਬੈਂਕ ਬਚਾਵਾਂ ਵੀ, ਪਰ ਬੀਜੇਪੀ ਨੂੰ ਇਹ ਕਾਮਯਾਬ ਨਾ ਹੋਣ ਦੇਵਾਂ ਵੀ। ਉਹ ਹਾਲਾਂਕਿ ਲਗਾਤਾਰ ਕੱਲ ਵੀ ਉਹਦੀ ਪਾਰਟੀ ਦੇ 2 ਬੰਦਿਆਂ ਨੇ ਉਹਨੂੰ ਛੱਡ ਕੇ ਗਏ ਹੈਗੇ ਨੇ। ਬਸ ਸਾਲ ਦੀ ਘੜੀ ਦੇ ਵਿੱਚ ਪਹਿਲੇ ਰਾਊਂਡ ਦੇ ਵਿੱਚ ਮਮਤਾ ਅੱਗੇ ਆ, ਅਗਲੇ ਰਾਊਂਡ ਦੇ ਵਿੱਚ ਕੀ ਹੁੰਦਾ ਇਹ ਹਾਲੇ ਕਹਿਣਾ ਮੁਸ਼ਕਿਲ ਹੈ। ਮੁਕਾਬਲਾ ਫਸਮਾ ਹੈ ਪੂਰਾ। ਪਰ ਉੱਥੇ ਦੇਖੋ ਹੁਣ ਆਪਣੇ ਲੀਡਰ
ਉੱਥੋਂ ਪੰਜਾਬ ਵਾਪਸ ਆ ਰਹੇ। ਮੈਂ ਖਬਰਾਂ ਦੇਖ ਰਿਹਾ ਸੀਗਾ, ਕਈ ਲੀਡਰ ਜਿਹੜੇ ਨੇ ਪੰਜਾਬ ਆ ਗਏ ਨੇ। ਪੰਜਾਬ ਦੇ ਵਿੱਚ ਵੀ ਐਨ ਧਾਰ ਤੇਜ਼ ਕਰੀ ਜਾ ਰਹੇ ਨੇ। ਐਂਡ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਜੋਗਿੰਦਰ ਸਿੰਘ ਅਗਰਾਹਾਂ ਨੇ ਕਰੋਨਾ ਨੂੰ ਜਿੱਤ ਲਿਆ ਜੀ। ਥੋੜ੍ਹੀ ਦੇਰ ਪਹਿਲਾਂ ਉਹਨਾਂ ਨੂੰ ਛੁੱਟੀ ਮਿਲ ਗਈ ਹੈ। ਉਹਨਾਂ ਦਾ ਬਿਆਨ ਵੀ ਆਪਣੇ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਦੇ ਉੱਤੇ ਪਿਆ ਹੈ। ਪਰ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਅਗਰਾਹਾਂ ਸਾਹਿਬ ਬਠਿੰਡੋਂ ਠੀਕ ਹੋ ਰਿਹਾ, ਜਿਨ੍ਹਾਂ ਨੇ ਬਠਿੰਡੇ ਠੀਕ ਹੋਣਾ ਸੀ ਉਹ ਦਿੱਲੀ ਤੋਂ ਜਾ ਰਹੇ ਨੇ। ਦੇਖੋ, ਇਹ ਖਬਰ ਤਾਂ ਬਹੁਤ ਫੈਲਾਈ ਜਦੋਂ ਬਿਮਾਰ ਹੋਏ ਨਾ, ਤਾਂ ਉਦੋਂ ਮਤਲਬ ਖਬਰ ਗੋਦੀ ਮੀਡੀਆ ਨੇ ਆਪਣੇ ਢੰਗ ਨਾਲ ਫੈਲਾਈ ਇਹਨੂੰ ਵੀ ਦੇਖੋ ਜੀ ਇਹ ਕਿਸਾਨ ਜਿਹੜੇ ਨੇ ਕਰੋਨਾ ਫੈਲਾਉਣ ਦਾ ਕੰਮ ਕਰਦੇ ਨੇ, ਇਹ ਦੇਖੋ ਇਹ ਕਰੋਨਾ ਤੋਂ ਪੀੜਤ ਹੋ ਗਿਆ। ਹੁਣ ਕਿਸਾਨ ਲਈ ਇਹ ਦੇਖੋ ਵੀ ਇਹ ਜਿਹੜੀ ਕਰੋਨਾ ਦੀ ਰਿਪੋਰਟ ਆਈ ਸੀਗੀ, ਪਹਿਲਾਂ ਤਾਂ ਇਹ ਵੀ ਆਉਂਦਾ ਰਿਹਾ ਵੀ ਇਹ ਕਰੋਨਾ ਦੀ ਰਿਪੋਰਟ ਬਾਰੇ ਕਈਆਂ ਨੂੰ ਸ਼ੱਕ ਸੀਗਾ। ਚਲੋ ਬਾਅਦ ਵਿੱਚ ਜੋਗਿੰਦਰ ਸਿੰਘ ਅਗਰਾਹਾਂ ਦੀ ਆਪਣੀ ਸਟੇਟਮੈਂਟ ਆਈ ਕਿ ਮੈਨੂੰ ਹੋ ਗਿਆ ਸੀ ਕਰੋਨਾ, ਪਰ ਮੈਂ ਛੇਤੀ ਠੀਕ ਹੋ ਜਾਵਾਂਗਾ। ਉਹ ਹੋ ਗਿਆ। ਹੁਣ ਜਿਹੜਾ ਬੰਦਾ 75 ਸਾਲ ਦੀ ਉਮਰ ਦੇ ਵਿੱਚ ਉਹ ਠੀਕ ਹੋ ਗਿਆ। ਹਾਲਾਂਕਿ ਆਪਾਂ ਕਰੋਨਾ ਜਿਹੜਾ ਵੱਡੀ ਉਮਰ ਦੇ ਵਿੱਚ ਥੋੜਾ ਮੁਸ਼ਕਿਲ ਹੁੰਦਾ, ਹਾਂ, ਲੇਕਿਨ ਜਿਵੇਂ ਹੁਣ ਸਾਡੇ ਕਿਸਾਨ ਲੋਕ ਨੇ, ਖੇਤੀ ਕਰਦੇ ਨੇ, ਜੋਗਿੰਦਰ ਸਿੰਘ ਅਗਰਾਹਾਂ ਇਸ ਉਮਰ ਦੇ ਵਿੱਚ ਵੀ ਆਮ ਨੋਰਮਲ ਪ੍ਰਕਿਰਿਆ 'ਚ ਆਪਣਾ ਕੰਮ ਕਰਦਾ। ਸੋ ਇਹਨਾਂ ਦੇ ਪਹਿਲਾਂ ਹੀ ਮਿਹਦੇ ਬੜੇ ਤਕੜੇ ਨੇ, ਇਹ ਉੱਠ ਖੜੇ ਨੇ, ਇਹ ਆਪਣੀ ਜਿਹੜੀ ਲੜਾਈ ਲੜ ਰਹੇ ਹੈਗੇ ਨੇ। ਅਸਲੀ ਲੀਡਰ ਤਾਂ ਫਿਲਹਾਲ ਜਿਹੜੇ ਅੱਜ ਕੱਲ ਲੋਕਾਂ ਸਾਹਮਣੇ ਆ ਰਹੇ ਨੇ ਵੀ ਇਹ ਸੱਚੇ ਲੀਡਰ ਕਿੱਦਾਂ ਦੇ ਹੁੰਦੇ ਨੇ, ਉਹ ਕਿਸਾਨ ਲੀਡਰ ਹੀ ਹੈਗੇ ਨੇ। ਇਹ ਕੋਈ ਚਾਹੇ ਇਹ ਗੱਲ ਨੂੰ ਐਕਸੈਪਟ ਕਰੇ ਜਾਂ ਨਾ ਕਰੇ। ਬੰਗਾਲ ਦੇ ਵਿੱਚੋਂ ਕੁਛ ਲੀਡਰ ਜਿਹੜੇ ਆਏ ਨੇ, ਬਹੁਤ ਤਾਂ ਇਹੀ ਆ ਵੀ ਆ ਜਿਹੜੇ 2 ਪ੍ਰੋਗਰਾਮ ਦਿੱਤੇ ਹੋਏ ਨੇ ਨਾ ਇਹਨਾਂ ਨੇ, ਇੱਕ 23 ਤਰੀਕ ਵਾਲਾ, 23 ਤਰੀਕ ਨੂੰ ਕੱਲ ਮਨਾਇਆ ਜਾਏਗਾ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਦਿਨ। ਇੱਕ 26 ਨੂੰ ਹੜਤਾਲ ਹੈਗੀ ਹੈ, ਮੁਲਕ ਵਿਆਪੀ ਹੜਤਾਲ ਹੈ, ਉਹਦੀਆਂ ਉਹ ਤਿਆਰੀਆਂ ਕਰ ਰਹੇ ਨੇ। ਬੰਗਾਲ ਦੇ ਵਿੱਚ ਜਿੰਨੇ ਕਿਸਾਨ ਆਗੂ ਹੈਗੇ ਨੇ ਉਹ ਆਪਣਾ ਪ੍ਰਚਾਰ ਕਰਨ ਲੱਗੇ ਹੋਏ ਨੇ ਜੀ। ਬਿਲਕੁਲ। ਪਰ ਇਹਦੇ ਉੱਤੇ ਆਪਾਂ ਹੁਣ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਰੈਲੀ ਦੀ। ਹਾਂਜੀ, ਆਮ ਆਦਮੀ ਪਾਰਟੀ ਨੇ ਇਕੱਠ ਕੀਤਾ ਕਿਸਾਨ ਮਸਲਿਆਂ ਤੇ, ਕਿਸਾਨ ਝੰਡਾ ਉੱਥੇ ਨਜ਼ਰ ਨਹੀਂ ਆਇਆ। ਉਸ ਤੋਂ ਬਾਅਦ ਮੁਲਾਕਾਤ ਕਰਦੇ ਨੇ ਜੀ ਜਾ ਕੇ ਬੀਬੀ ਲਕਸ਼ਮੀ ਕਾਂਤ ਚਾਵਲਾ ਨਾਲ। ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਲੈ ਕੇ ਚੱਲਦੇ? ਆਮ ਆਦਮੀ ਪਾਰਟੀ ਦਾ ਹੋਵੇ, ਚਾਹੇ ਇਹ ਤੋਂ ਪਹਿਲਾਂ ਅਕਾਲੀ ਦਲ ਨੇ ਆਪਣੀ ਮਾਝੇ ਦੇ ਵਿੱਚ ਕੀਤੀ ਹੋਈ ਰੈਲੀ ਸੀ, ਜਿੱਥੇ ਆਪਣੇ ਉਮੀਦਵਾਰ ਦਾ ਐਲਾਨ ਵੀ ਇੱਕ ਸੀਟ ਤੋਂ ਕਰ ਦਿੱਤਾ। ਹਾਲਾਂਕਿ ਚੋਣਾਂ ਦੇ ਵਿੱਚ ਕਰੀਬ ਆਏ ਮੰਨ ਕੇ ਚੱਲੋ ਬਹੁਤਾ ਨਹੀਂ ਤੇ 9 ਮਹੀਨੇ ਤਾਂ ਪਏ ਨੇ, ਤੇ 9 ਮਹੀਨੇ ਪਹਿਲਾਂ ਹੀ ਇਹਨਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਤੇ ਆਮ ਆਦਮੀ ਪਾਰਟੀ ਨੇ ਤਾਂ ਹੁਣ, ਕਿਉਂਕਿ ਕੇਜਰੀਵਾਲ ਚਲਾਕ ਬੰਦਾ, ਤੇ ਚਲਾਕੀ ਉਹਨੇ ਵਰਤੀ ਕਿ 2 ਮਿੰਟ ਦਾ ਜੀ ਮੌਨ ਰੱਖ ਲਿਆ। ਜਿਹੜੇ ਕਿਸਾਨ ਹੈਗੇ ਆ ਹੋਏ, ਠੀਕ ਹੈ, ਚੰਗੀ ਗੱਲ ਆ, ਅਸੀਂ ਚਲਾਕੀ ਨੂੰ ਤਾਂ ਕਹਿੰਦੇ ਮੈਂ ਅੱਗੇ ਜਾ ਕੇ ਉਹਦਾ ਖੁਲਾਸਾ ਕਰਾਂਗਾ। ਤੇ ਫਿਰ ਉਸ ਬੰਦੇ ਨੇ ਕਿਹਾ ਕਿ ਬੀਜੇਪੀ ਨੂੰ ਵੀ ਕੋਸਿਆ ਵੀ ਦੇਖੋ ਜੀ ਇਹ ਕਿਸਾਨਾਂ ਨੂੰ ਦੇਸ਼ ਧਰੋਹੀ ਕਹਿੰਦੀ ਹੈ, ਇਹ ਮਾੜੀ ਗੱਲ ਹੈ। ਫਿਰ ਉਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੀਤਾ, ਤੇ 9 ਵੀ ਉਹਨੇ ਆਪਣਾ ਜਿਹੜਾ ਰੱਖਿਆ ਕਿਸਾਨਾਂ ਦੀ ਜਿਹੜੀ ਕਿਸਾਨਾਂ ਦੇ ਹੱਕ 'ਚ ਰੈਲੀ ਦਾ ਨਾਂ ਰੱਖਿਆ ਵੀ ਉਹ ਉਹਨਾਂ ਦੇ ਹੱਕ 'ਚ ਕਰ ਰਿਹਾ। ਹਾਲਾਂਕਿ ਉਹ ਆਪਣਾ ਉਹਦੇ ਗਿਆ, ਜੇ ਤੁਸੀਂ ਮੇਰੀ ਆਮ ਆਦਮੀ ਪਾਰਟੀ ਨੂੰ ਜਿਤਾਓਗੇ ਤੁਹਾਨੂੰ ਆਹ ਸਹੂਲਤਾਂ ਮਿਲਣਗੀਆਂ, ਫਲਾਣਾ ਢਿੰਗੜਾ। ਇੱਕ ਤਾਂ ਹੁਣ ਦੇਖਣ ਵਾਲੀ ਗੱਲ ਹੈਗੀ ਹੈ ਕਿ ਹੁਣ ਮਾਹੌਲ ਉਹ ਨਹੀਂ ਹੈਗਾ ਜਿਹੜਾ 17 ਦੇ ਵਿੱਚ ਸੀਗਾ ਆਮ ਆਦਮੀ ਪਾਰਟੀ ਦਾ। ਪਰ ਇਹਦੀ ਗੱਲ ਵੱਡੀ ਸੀਗੀ, ਇਹ ਮੈਂ ਖੁਦ ਦੇਖਿਆ ਕੱਲ ਉੱਥੋਂ। ਇਕੱਠ ਬਹੁਤ ਸੀਗਾ। ਇਹਦੇ ਵਿੱਚ ਇੱਕ ਗੱਲ ਸਾਫ਼ ਹੈ ਕਿ ਪੰਜਾਬ ਦੇ ਵਿੱਚ ਹਮੇਸ਼ਾ ਥਰਡ ਫਰੰਟ ਦੀ ਸਪੇਸ ਪਈ ਹੈ, ਬਿਲਕੁਲ ਪਈ ਹੈ। ਇਹ ਤਾਂ ਆਪਾਂ ਡਿਨਾਈ ਨਹੀਂ ਕਰ ਸਕਦੇ ਇਸ ਚੀਜ਼ ਨੂੰ। ਕੇਜਰੀਵਾਲ ਉਸ ਜਿਹੜੀ ਸਪੇਸ ਨੂੰ ਦੁਬਾਰੇ ਭਰ ਸਕੂਗਾ ਕਿ ਨਹੀਂ ਭਰ ਸਕੂਗਾ, ਇਹ ਇੱਕ ਸਵਾਲ ਹੈ। ਤੇ ਕਿਉਂਕਿ ਇੱਕ ਗੱਲ ਤਾਂ ਸਾਫ਼ ਹੈ ਨਾ, ਜਿਹੜੇ ਸਾਡੇ ਕਿਸਾਨਾਂ ਦੇ ਹੱਕ 'ਚ ਲੋਕ ਆਏ ਹੋਏ ਨੇ, ਪਰ ਕਿਸਾਨ ਸਾਡੇ ਇਲੈਕਸ਼ਨ ਸਿਸਟਮ 'ਚ ਯਕੀਨ ਨਹੀਂ ਰੱਖਦੇ। ਉਹ ਮਤਲਬ ਸਿਰਫ ਆਪਣੇ ਨੂੰ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਦੇਖਣਾ ਚਾਹੁੰਦੇ ਨੇ। ਉਹ ਜਿਹੜੇ ਲੱਗੇ ਵੀ ਹੋਏ ਨੇ ਵੀ ਜੈਦੀਪ ਸਿੱਧੂ ਵਰਗੇ, ਲੱਖਾ ਸਧਾਣਾ ਵਰਗੇ, ਜਾਂ ਸੁਖਪਾਲ ਖਹਿਰੇ ਵਰਗੇ, ਇਹਨਾਂ ਦੀ ਕੋਸ਼ਿਸ਼ ਵੀ ਇਹੀ ਹੈ ਵੀ ਇਹਨਾਂ ਨੂੰ ਪਤਾ ਹੈ ਵੀ ਉਹਨਾਂ ਨੇ ਤਾਂ ਚੋਣਾਂ ਨਹੀਂ ਲੜਨੀਆਂ, ਕਿਉਂ ਨਾ ਇਹ ਸਪੇਸ ਅਸੀਂ ਮੰਨ ਲਈਏ। ਤੇ ਉਧਰੋਂ ਕੇਜਰੀਵਾਲ ਮੱਲਣ ਨੂੰ ਫਿਰਦਾ ਹੈਗਾ। ਪਰ ਸਵਾਲ ਕੇਜਰੀਵਾਲ ਦਾ ਇਹ ਹੈ ਕਿ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਨੇ ਤਾਂ 3 ਬਿੱਲ ਰੱਦ ਕਰਤੇ ਸੀ। ਕੇਜਰੀਵਾਲ ਕਹਿੰਦਾ ਸੀ ਇੱਕ ਸੂਬੇ ਵੱਲ ਰੱਦ ਕਰਨ ਦਾ ਕੀ ਫਾਇਦਾ ਹੁੰਦਾ ਹੈਗਾ, ਕੋਈ ਫਾਇਦਾ ਨਹੀਂ ਹੁੰਦਾ। ਉਦੋਂ ਜਾ ਕੇ ਕੀਤੀ ਹੈ ਜਦੋਂ ਕਿਸਾਨ ਮੂਵਮੈਂਟ ਬਹੁਤ ਵੱਧ ਗਈ ਸੀ। ਅੱਛਾ, ਜਿਹੜਾ ਤੀਜਾ ਕਾਨੂੰਨ ਹੈ, ਖਾਦ ਪਦਾਰਥਾਂ ਵਾਲਾ ਕਾਨੂੰਨ ਹੈ, ਉਹਨੂੰ ਮਤਲਬ ਇਹਨੇ ਇੱਕ ਤਰ੍ਹਾਂ ਨਾਲ ਇਸ ਬਿੱਲ ਨੂੰ ਮਨਜ਼ੂਰੀ ਖੁਦ ਦਿੱਤੀ ਹੋਈ ਹੈ, ਇਹਨੇ ਵਿਧਾਨ ਸਭਾ 'ਚ ਪਹਿਲੇ ਦਿੱਤੀ ਹੋਈ ਹੈ। ਐਤਕੀ ਤਾਂ ਹੁਣ ਨਵਾਂ ਆ ਗਿਆ ਕਿ ਆਹੀ ਬਿੱਲ ਉੱਤੇ ਜਿਹੜੀ ਇਹਨਾਂ ਦੀ ਕਮੇਟੀ ਭਗਵੰਤ ਮਾਨ ਦੇ ਸਾਈਨ ਹੈਗੇ ਨੇ। ਹਾਲਾਂਕਿ ਹੋਰ ਵੀ ਪਾਰਟੀਆਂ ਦੇ ਹੈਗੇ ਨੇ, ਪਰ ਆਮ ਆਦਮੀ ਪਾਰਟੀ 'ਚ ਭਗਵੰਤ ਮਾਨ ਦੇ ਵੀ ਹੈਗੇ ਨੇ। ਕਈ ਸਾਰੇ ਮੁੱਦੇ ਨੇ ਜਿਹੜਾ ਆਪਾ ਵਿਰੋਧੀ ਜਾਂਦੇ ਨੇ। ਇਹ ਗੱਲ ਸਾਫ਼ ਹੈ ਕਿ ਇਹਨਾਂ ਦੀਆਂ ਪਾਲਿਸੀਆਂ ਆਮ ਆਦਮੀ ਪਾਰਟੀ ਦੀਆਂ ਵੀ ਉਹੀ ਸੀ ਜਿਹੜੀਆਂ ਹੋਰ ਪਾਰਟੀਆਂ ਦੀਆਂ। ਹੁਣ ਜਦੋਂ ਛਿੱਤਰ ਪੈਂਦੇ ਨੇ ਦੇਸੀ ਬੋਲੀ 'ਚ ਕਹਿਣਾ ਹੋਵੇ ਕਿਸਾਨ ਮੂਵਮੈਂਟ ਵੱਡੀ ਹੋ ਗਈ ਹੈ, ਫਿਰ ਆਪਣੇ ਆਪ ਨੂੰ ਹਰੇਕ ਕਿਸਾਨਾਂ ਪੱਖੀ ਕਹਾਉਣ ਦੀ ਇਹ ਕੋਸ਼ਿਸ਼ ਕਰ ਰਿਹਾ ਹੈ।
ਇਹ ਬਿਲਕੁਲ, ਪਰ ਜਿਹੜੀ ਮੁਲਾਕਾਤ ਉੱਧਰ ਕੀਤੀ ਹੈ ਲక్ష్ਮੀਕਾਂਤ ਚਾਵਲਾ ਦੀ ਮੁਲਾਕਾਤ ਨੂੰ ਮੈਂ ਥੋੜ੍ਹਾ ਜਿਹਾ ਡਾਈਸੀ ਦੇਖ ਰਿਹਾ, ਕਿਉਂਕਿ ਦੇਖੋ ਲక్ష్ਮੀਕਾਂਤ ਚਾਵਲਾ ਨੇ ਪਿੱਛੇ ਜੇ ਬੀਜੇਪੀ ਦੀਆਂ ਵੀ ਗੱਲਾਂ ਨੂੰ ਨਿੰਦਿਆ, ਪਰ ਹਮੇਸ਼ਾ ਉਹਦਾ ਇੱਕ ਜਿਹੜਾ ਲਾਈਨ ਆਫ ਐਕਸ਼ਨ ਉਹ ਬੜੀ ਸਟੇਟ ਰਹੀ ਹੈ ਹਮੇਸ਼ਾ ਹੀ। ਸਿੱਧੇ ਤੌਰ 'ਤੇ ਆਖਿਆ ਕਿ ਐਂਟੀ ਖਾਲਿਸਤਾਨ, ਠੀਕ ਹੈ ਜੀ, ਐਂਟੀ ਪ੍ਰੈਸ਼ਰ ਗਰੁੱਪਸ ਤੇ ਉਹ ਚੀਜ਼ਾਂ ਰਹੀਆਂ। ਉਹਦੇ ਨਾਲ ਮੁਲਾਕਾਤ ਕਰਨੀ, ਭਾਵੇਂ ਬੇਸ਼ੱਕ ਲక్ష్ਮੀਕਾਂਤ ਚਾਵਲਾ ਆਮ ਪ੍ਰਭਾਵ ਨਹੀਂ ਰੱਖਦੀ ਹੈ ਸਿਆਸਤ 'ਚ, ਪਰ ਉਹਦਾ ਬਿਆਨ ਜ਼ਰੂਰ ਪ੍ਰਭਾਵਿਤ ਹੁੰਦਾ। ਲక్ష్ਮੀਕਾਂਤ ਚਾਵਲਾ ਦੇ ਦੋ ਤਰ੍ਹਾਂ ਦੇ ਕਰੈਕਟਰ ਸਾਹਮਣੇ ਆਉਂਦੇ ਨੇ ਆਪਣੇ ਕੋਲ। ਇੱਕ ਤਾਂ ਉਹਦਾ ਕੱਟੜ ਹਿੰਦੂਤਵੀ ਦਾ, ਜਿਹੜੀ ਬੀਬੀ ਇੱਕ ਵਾਰ ਸਹੁੰ ਵੀ ਸੰਸਕ੍ਰਿਤ ਵਿੱਚ ਚੁੱਕਦੀ ਹੈ, ਹਾਲਾਂਕਿ ਪੰਜਾਬ 'ਚ ਇੱਕ ਪਿੰਡ 'ਚ ਸੰਸਕ੍ਰਿਤ ਨਹੀਂ ਹੈਗੀ ਭਾਸ਼ਾ ਹੈ ਤੇ ਬੋਲੀ ਜਾਣ ਵਾਲੀ, ਉਹਦੇ ਵਿੱਚ ਸਹੁੰ ਚੁੱਕਦੀ ਹੈ। ਫਿਰ ਉਹਦਾ ਇੱਕ ਤਾਂ ਇਹ ਆਉਂਦਾ ਕਰੈਕਟਰ ਉਹਦਾ, ਦੂਜਾ ਉਹ ਖਾਲਿਸਤਾਨ ਦੇ ਐਂਟੀ ਆਉਂਦੀ। ਇੱਕ ਵਾਰ ਇੱਕ ਅਖਬਾਰ ਨੇ ਖਬਰ ਲਾਤੀ ਸੀ ਕਿ ਦੇਖੋ ਜੀ ਬੀਬੀ ਨਾ ਜਿਹੜਾ ਦਰਬਾਰ ਸਾਹਿਬ ਦੀ ਦੇਗ ਲੈਣਾ ਪਸੰਦ ਨਹੀਂ ਕਰਦੀ, ਹਾਲਾਂਕਿ ਉਹ ਖਬਰ ਗਲਤ ਸੀਗੀ, ਉਹ ਅਖਬਾਰ ਨੇ ਗਲਤ ਢੰਗ ਨਾਲ ਸੀ, ਪਰ ਚਰਚਾ ਹੋ ਗਿਆ ਸੀਗਾ। ਤਾਂ ਇੱਕੋ ਤਾਂ ਇਹ ਹੁੰਦਾ ਵੀ ਦੇਖੋ ਜੀ ਬੜੀ ਦੇਸੀ ਔਰਤ ਹੈ, ਬੜੀ ਨਿਮਰ ਔਰਤ ਹੈ, ਜਦੋਂ ਮਿਲਦੀ ਹੈ ਬੜੇ ਪਿਆਰ ਨਾਲ ਮਿਲਦੀ ਹੈ, ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਉਂਦੀ ਹੈ, ਕਾਫੀ ਐਕਟਿਵ ਰਹਿੰਦੀ ਹੈ ਇਸ ਉਮਰ 'ਚ ਵੀ। ਕਦੇ ਲੋੜ ਪੈਣ ਤੇ ਬੀਜੇਪੀ ਨੂੰ ਵੀ ਸੁਣਾ ਜਾਂਦੀ ਹੈ, ਸੁਣਾਈਆਂ ਵੀ ਹੈਗੀਆਂ ਨੇ ਉਸ ਬੀਬੀ ਨੇ। ਦੋ ਤਰ੍ਹਾਂ ਦਾ ਉਹਦਾ ਕਰੈਕਟਰ ਸਾਹਮਣੇ ਆਉਂਦਾ। ਹੁਣ ਮੰਨੋ ਕਿ ਕੇਜਰੀਵਾਲ ਦੀ ਪਾਰਟੀ ਦਾ ਕਰੈਕਟਰ ਕਿੱਦਾਂ। ਕੇਜਰੀਵਾਲ ਦੀ ਪਾਰਟੀ ਤੋਂ ਪਹਿਲਾਂ ਇਹਨੇ ਚੋਣਾਂ ਲੜਨੀਆਂ ਸੀ ਪੰਜਾਬ 'ਚ, ਇਹਨੇ ਸਿੱਖ ਮਸਲਿਆਂ ਨੂੰ ਉਠਾਇਆ, ਲੱਗਿਆ ਵੀ ਦੇਖੋ ਜੀ ਇਹ ਤਾਂ ਪਾਰਟੀ ਸਿੱਖਾਂ ਦੀ ਖੈਰ ਖੁਆਹ, ਪਰ ਉਦੋਂ ਬਾਅਦ ਵਿੱਚ ਇਹਨੇ ਪੰਜਾਬ ਤੋਂ ਬਾਹਰ ਨਿਕਲ ਕੇ ਦਿੱਲੀ ਦੇ ਵੱਲ ਆਉਂਦੇ ਹੋਏ ਆਪਣੇ ਪੈਂਤੜ ਐਂ ਬਦਲਿਆ। ਇਹਨੇ ਬਹੁਤ ਸਾਰੇ ਹਿੰਦੂਤਵ ਦੇ ਪ੍ਰੋਗਰਾਮਾਂ ਨੂੰ ਫੋਲੋ ਕੀਤਾ ਜੀ। ਤਾਂ ਜਦੋਂ ਸ਼ਾਹੀਨ ਬਾਗ ਵਾਲਾ ਕਾਂਡ ਹੋਇਆ ਦੋਗਲਾ ਬਣ ਕੇ ਰਿਹਾ, ਜਦੋਂ ਦਿੱਲੀ ਦੀ ਹਿੰਸਾ ਹੋਈ ਉਦੋਂ ਦੋਗਲਾ ਬਣ ਕੇ ਰਿਹਾ। ਹੁਣ ਜਿਹੜਾ ਇਹ ਕਹਿੰਦਾ ਕਿ ਅਸੀਂ ਸਿਲੇਬਸ ਵਿੱਚ ਚੇਂਜ ਕਰਨ ਲੱਗਿਆ, ਉਹਦੇ ਵਿੱਚ ਬੀਜੇਪੀ ਤੋਂ ਵੀ ਉੱਚਾ ਹੋ ਕੇ ਕਿ ਦੇਖੋ ਜੀ ਅਸੀਂ ਦੇਸ਼ ਭਗਤ ਬਣਾਵਾਂਗੇ ਕੱਟੜ। ਹੁਣ ਆਦਾ ਅੱਜ ਤੱਕ ਕਿਸੇ ਮੁਲਕ ਦੇ ਏਜੰਡੇ 'ਚ ਨਹੀਂ ਹੁੰਦਾ, ਕੋਈ ਬਾਹਰਲਾ ਮੁਲਕ ਵੀ ਕਦੇ ਇਹ ਨਹੀਂ ਕਹਿੰਦਾ ਵੀ ਅਸੀਂ ਵਧੀਆ ਨਾਗਰਿਕ ਬਣਾਵਾਂਗੇ, ਤਾਂ ਕਹਿੰਦਾ ਪਰ ਅਸੀਂ ਕੱਟੜ ਦੇਸ਼ ਭਗਤ ਬਣਾਵਾਂਗੇ ਇਹ ਨਹੀਂ ਹੁੰਦਾ। ਇਹ ਸੋ ਕਾਲਡ ਨੈਸ਼ਨਲਿਜ਼ਮ ਹੁੰਦਾ ਹੈਗਾ, ਜਿਹੜਾ ਕਿ ਹਮੇਸ਼ਾ ਰਿਐਕਸ਼ਨਰੀ ਤਾਕਤਾਂ ਹੀ ਕਰਦੀਆਂ ਨੇ। ਤੇ ਉਹ ਕੰਮ ਕੇਜਰੀਵਾਲ ਬਾਰੇ ਹੁਣ ਇਹ ਵੀ ਆਰਟੀਕਲ ਆਉਣ ਲੱਗੇ ਨੇ ਕਿ ਕੇਜਰੀਵਾਲ ਤਾਂ ਸੌਫਟ ਹਿੰਦੂਤਵ ਦਾ ਕੰਮ ਕਰ ਰਿਹਾ ਹੈਗਾ। ਸੋ ਇਸ ਕਰਕੇ ਉਹਨੂੰ ਆਪਣਾ ਲక్ష్ਮੀਕਾਂਤ ਚਾਵਲਾ ਵਰਗੀ ਲੀਡਰ ਦੇ ਨਾਲ ਲੀਡਰ ਨੂੰ ਆਪਣੀ ਪਾਰਟੀ 'ਚ ਬੁਲਾਉਣਾ ਅੱਗੇ ਫਿਊਚਰ ਦੇ ਵਿੱਚ, ਜਾਂ ਫਿਰ ਉਹਦੇ ਨਾਲ ਕੋਈ ਮੀਟਿੰਗ ਕਰਨੀ, ਇਹ ਕੋਈ ਹੈਰਾਨੀ ਦੀ ਗੱਲ ਸਾਨੂੰ ਲੱਗਦੀ ਨਹੀਂ ਹੈਗੀ। ਇੱਕ ਤਰ੍ਹਾਂ ਤੇ ਆ ਕੇ ਤਾਂ ਉਹ ਵੀ ਹਿੰਦੂ ਤੋਂ ਵੀ ਬਣ ਗਿਆ। ਜੀ ਬਿਲਕੁਲ ਗੱਲ ਉਹੀ ਆ ਰਹੀ ਹੈ। ਹੁਣ ਆਪਾਂ ਜਲਦੀ ਨਾਲ, ਸਭ ਤੋਂ ਵੱਡੀ ਗੱਲ ਕੀ ਹੈ ਜੀ, ਪੰਜਾਬ ਦੇ ਵਿੱਚ ਪਾਣੀ ਇੱਕ ਬੜਾ ਅਹਿਮ ਹੈ। ਹਮੇਸ਼ਾ ਬੜੇ ਪ੍ਰੈਸ਼ਰ ਗਰੁੱਪਸ ਵੀ ਕੰਮ ਕਰ ਰਹੇ ਹੈ। ਨਰੋਆ ਪੰਜਾਬ ਬੜਾ ਲੱਗਿਆ ਹੋਇਆ ਇਸ ਮਾਮਲੇ ਦੇ ਉੱਤੇ। ਫਿਰ ਖਬਰ ਆ ਰਹੀ ਹੈ ਸਤਲੁਜ ਨੂੰ ਪਲੀਤ ਕਰਨ ਦੀ। ਸਤਲੁਜ ਪੰਜਾਬ ਨੂੰ ਬਿਲਕੁਲ ਵਿਚਾਲ ਦੀ ਲੰਘਦਾ ਹੈ। ਪੀਣ ਵਾਲੇ ਪਾਣੀ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਅਸੀਂ। ਤੁਸੀਂ ਜੇਕਰ ਗੱਲ ਕਰੀਏ ਤਾਂ ਹਰੀਕੇ ਪੱਤਣ ਤੋਂ ਜੇਕਰ ਇੰਦਰਾ ਗਾਂਧੀ ਕਨਾਲ ਜੈਸਲਮੇਰ ਤੱਕ ਜਾਂਦੀ ਹੈ ਤਾਂ ਕਹਿ ਸਕਦੇ ਹਾਂ ਕਿ ਪੰਜਾਬ ਤੋਂ ਦੁੱਗਣਾ ਹਿੱਸਾ, ਡੂਢਾ ਹਿੱਸਾ ਜਿਹੜਾ ਉਹ ਪੰਜਾਬ ਦੇ ਇਸ ਦਰਿਆਵਾਂ ਦੇ ਪਾਣੀਆਂ ਨਾਲ ਕਰਦਾ। ਹੁਣ ਇਹਨੂੰ ਪਲੀਤ ਯਾਨੀ ਕਿ ਫਿਰ ਪੋਲੂਸ਼ਨ ਕਰਨ ਦੀਆਂ, ਕਿਉਂਕਿ ਇਹਦੇ ਆਲੇ ਦੁਆਲੇ ਜੇਕਰ ਗੱਲ ਕਰੀਏ ਤਾਂ ਜਿਹੜਾ ਸੀਵਰੇਜ ਪਾਣੀ ਦੇ ਹੈਗੇ ਨੇ ਪਲਾਂਟਸ ਨੇ ਉਹ ਬਣਾਏ ਜਾ ਰਹੇ ਨੇ, ਸੀਵਰੇਜ ਦਾ ਪਾਣੀ ਸਿੱਟਿਆ ਜਾ ਰਿਹਾ, ਬੁੱਢੇ ਨਾਲਾ ਕੰਟਰੋਲ 'ਚ ਨਹੀਂ ਆ ਰਿਹਾ। ਕੀ ਕਹੋਗੇ? ਪਾਣੀ ਨਾ ਪੰਜਾਬ ਦੇ ਲੋਕਾਂ ਨੇ, ਪੰਜਾਬ ਦੀਆਂ ਸਰਕਾਰਾਂ ਨੇ ਜੋ ਪਲੀਤ ਕੀਤਾ ਖੁਦ ਕੀਤਾ। ਸਾਨੂੰ ਵਿਰਸੇ ਦੇ ਵਿੱਚੋਂ ਸੁਨੇਹੇ ਮਿਲਦੇ ਰਹੇ ਨੇ, ਪਵਨ ਜਿਹੜਾ ਗੁਰੂ ਪਾਣੀ ਪਿਤਾ ਦੇ ਸੁਨੇਹੇ ਆਉਂਦੇ ਨੇ, ਪਰ ਮੰਨਿਆ ਮੁੰਨਿਆ ਕੱਖ ਨਹੀਂ ਹੈਗਾ। ਰੋਜ਼ ਬਾਣੀ ਪੜ੍ਹ ਲੈਂਦੇ ਹੈਗੇ ਆ ਤੇ ਵਿਆਹਾਂ ਸ਼ਾਦੀਆਂ ਦੇ ਉੱਤੇ ਵੀ ਜਿਹੜਾ ਬਾਬਾ ਪਾਠ ਕਰਕੇ ਚਲਾ ਜਾਂਦਾ, ਪਰ ਉਹਦੇ ਵਿੱਚ ਲਿਖਿਆ ਕੀ ਆ ਉਹਦੇ ਨਾਲ ਕੋਈ ਸਾਡਾ ਲੜਨ ਦੇਣਾ ਨਹੀਂ ਹੈਗਾ। ਕਾਰਨ ਹੈ ਕਿ ਮਾਇਆ ਦੀ ਜਿਹੜੀ ਹੈਗੀ ਹੈ ਚਕਾਚੌਂਦ ਦੇ ਵਿੱਚ, ਮਾਇਆ ਫਿਰ ਆਪਣਾ ਹੀ ਮਾਇਆ ਵੀ ਦਿਖਾਉਂਦੀ ਹੈ, ਉਹ ਸਾਨੂੰ ਅੰਨਾ ਹੀ ਕਰ ਦਿੰਦੀ ਹੈ। ਵੱਡੇ ਜਿਹੜੇ ਹੈਗੇ ਆ ਬਿਜ਼ਨਸਮੈਨ ਨੇ, ਇੰਡਸਟਰੀ ਦੇ ਬੰਦੇ ਹੈਗੇ ਨੇ, ਉਹ ਇਹਨੂੰ ਪਲੀਤ ਕਰਨ 'ਚ ਯੋਗਦਾਨ ਪਾਉਂਦੇ ਨੇ। ਸਰਕਾਰਾਂ ਦਾ ਉਹਨਾਂ ਨਾਲ ਸਿੱਧਾ ਹੀ ਰਿਸ਼ਤਾ ਹੈਗਾ, ਵੋਟਾਂ ਵੇਲੇ ਦਾ ਪੈਸੇ ਦਾ ਰਿਸ਼ਤਾ ਹੈਗਾ। ਸਰਕਾਰਾਂ ਕਾਰਨ ਹੁੰਦੀਆਂ ਨੇ, ਪਰ ਸਮੇਂ ਤੇ ਵੱਖ-ਵੱਖ ਸਮਾਜ ਸੇਵਕ ਧਾਰਮਿਕ ਆਗੂ ਇਸ ਕੰਮ 'ਚ ਲੱਗੇ ਨੇ, ਪਰ ਕੋਈ ਠੋਸ ਚਾਰਾਜੋਈ ਹੋਈ ਨਹੀਂ। ਉਲਟਾ ਹੁਣ ਅਸਰ ਇਹ ਹੋਣ ਲੱਗ ਗਿਆ ਕਿ ਉਹ ਪਲੀਤ ਪਾਣੀ ਹੈ, ਉਹ ਪਲੀਤ ਪਾਣੀ ਕਿਵੇਂ ਸਾਡੀ ਸਿਹਤ ਨੂੰ ਕਿਵੇਂ ਨੁਕਸਾਨ ਕਰ ਰਿਹਾ, ਸਾਡੀ ਧਰਤੀ ਨੂੰ ਕਿਵੇਂ ਨੁਕਸਾਨ ਕਰ ਰਿਹਾ, ਕਿੱਦਾਂ ਦੀਆਂ ਜਿਹੜੀਆਂ ਮਾੜੀਆਂ ਚੀਜ਼ਾਂ ਜਿਹੜੀਆਂ ਸਾਡੀ ਧਰਤੀ 'ਚ ਆ ਚੁੱਕੀਆਂ ਹੈਗੀਆਂ ਨੇ, ਉਹ ਸਾਰਾ ਕੁਝ ਹੋ। ਸੋ ਅਸੀਂ ਆਪਣੀ ਜਿਹੜੀ ਹੈਗੀ ਮਿੱਟੀ ਉਹਨੂੰ ਖੁਦ ਖਰਾਬ ਕੀਤਾ। ਇਹਦੇ ਲਈ ਪੰਜਾਬੀ ਖੁਦ ਹੀ ਦੋਖੀ ਨੇ। ਬਿਲਕੁਲ ਸਹੀ ਗੱਲ ਹੈ। ਪੰਜਾਬੀ ਤਾਂ ਦੋਖੀ ਆ ਹੀ ਹੈ ਜੀ ਆਪਾਂ ਇਸ ਮਾਮਲੇ ਦੇ ਉੱਤੇ। ਤੇ ਜਿਹੜਾ ਹੁਣ ਹਰਿਆਣੇ ਦੇ ਵਿੱਚ ਪਹਿਲਾਂ ਤਾਂ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਇੱਜ਼ਤ ਲਈ ਪਹਿਲਾਂ ਕਾਨੂੰਨ ਸੀ, ਕਹਿੰਦਾ ਕੋਈ ਅਣਖ ਲਈ ਮਾਰ ਦਿੰਦਾ ਸੀ ਤਾਂ
ਕਾਨੂੰਨ ਨੂੰ ਨਰਮਾਈ ਨਾਲ ਦੇਖਦਾ ਸੀ, ਪਰ ਹੁਣ ਇਹ ਨਰਮਾਈ ਕੱਢ ਕੇ ਸਖਤਾਈ ਵਾਲੇ ਪਾਸੇ ਆ ਗਿਆ। ਟਿਕ ਨਹੀਂ ਰਿਹਾ ਕੰਮ। ਹਰਿਆਣੇ ਦੇ ਵਿੱਚ ਵੀ ਇਹੋ ਜਿਹੀ ਘਟਨਾ ਵਾਪਰੀ ਹੈ। ਆਪਾਂ ਪਿਛਲੇ ਹਫਤੇ ਗੱਲ ਕਰਕੇ ਹਟੇ ਸੀਗੇ ਇਸੇ ਤਰ੍ਹਾਂ, ਉਦੋਂ ਸੀਗਾ ਇੱਕ ਤਰਫਾ ਪਿਆਰ ਦਾ ਮਾਮਲਾ। ਹੁਣ ਇਹ ਪਿਆਰ ਕਿਉਂ ਕੀਤਾ, ਇਸ ਗੱਲ ਦੀ ਸਜ਼ਾ ਮਿਲੀ ਹੈ। ਇਹ ਇੱਕ ਆਮ ਹੀ ਸਾਡੇ ਸਮਾਜ ਦੇ ਵਿੱਚ ਨਾ ਇੱਕ ਗੱਲ ਆਖੀ ਜਾਂਦੀ ਹੈ ਕਿ ਹੀਰ ਸੁਣਨੀ ਬਹੁਤ ਪਸੰਦ ਹੈ, ਪਰ ਹੀਰ ਜਦੋਂ ਘਰੇ ਜੰਮ ਪਵੇ ਨਾ ਤਾਂ ਫਿਰ ਬੜੀ ਤਕਲੀਫ ਹੁੰਦੀ ਹੈ। ਜਿੰਨਾ ਚਿਰ ਅਸੀਂ ਹੀਰ ਨੂੰ ਸੁਣ ਕੇ ਨਾ, ਹੀਰ ਬੜੀ ਖੂਬਸੂਰਤ, ਮੈਂ 9ਵੀਂ 'ਚ ਪੜ੍ਹ ਲਈ ਸੀ ਹੀਰ, ਕੱਲਾ ਜਿਹੜਾ ਉਹ ਹੀਰ ਦਾ ਨਾ ਜਿਹੜਾ ਹੈਗਾ ਬੈਂਚ ਵਿੱਚ ਲਿਖੀ ਹੀਰ ਆ, ਮੈਨੂੰ ਬੜੀ ਪਸੰਦ ਵੀ। ਉਹਦੇ ਵਿੱਚੋਂ ਬੜਾ ਪੋਲੀਟੀਕਲ ਅਰਥ ਜਾਂ ਸਿਆਸੀ ਅਰਥ ਵੀ ਆਪਣੇ ਨਿਕਲਦੇ ਨੇ, ਬੜੀ ਖੂਬਸੂਰਤ ਹੈ। ਜਿਹਨੂੰ ਦੁਬਾਰੇ ਚੰਗੀ ਤਰ੍ਹਾਂ ਪੜ੍ਹੋ, ਜਿਵੇਂ ਹੀਰ ਦੀ ਆਨੰਦ ਲੈਂਦੇ ਹੋ ਨਾ, ਤਾਂ ਜੇਕਰ ਹੀਰ ਘਰੇ ਜੰਮ ਪਵੇ ਨਾ ਤਾਂ ਉਸ ਹੀਰ ਦਾ ਸੰਵਾਦ ਰਚਾਉਣਾ, ਉਸ ਹੀਰ ਦੀਆਂ ਭਾਵਨਾਵਾਂ ਦੀ ਇੱਜ਼ਤ ਕਰਨੀ ਵੀ ਸਮਝਣੀ ਆਉਣੀ ਚਾਹੀਦੀ ਹੈ। ਚਾਹੇ ਉਹ ਹੀਰ ਜਿਹੜੀ ਹੈਗੀ ਆ ਉਹ ਤੁਹਾਡੀ ਕੁੜੀ ਹੈ, ਠੀਕ ਹੈ, ਤੁਹਾਡੇ ਘਰੇ ਜੰਮਦੀ ਹੈ, ਪਰ ਉਹ ਇੱਕ ਔਰਤ ਵੀ ਹੈ, ਉਹਦਾ ਦਿਲ ਵੀ ਹੈਗਾ ਵਾ। ਤੇ ਆਮ ਤੌਰ ਦੇ ਉੱਤੇ ਜਦੋਂ, ਮੇਰਾ ਤਾਂ ਇਹ ਮੰਨਣਾ ਕਿ ਜਦੋਂ ਕਿਸੇ ਦਾ ਇਸ ਤਰ੍ਹਾਂ ਦਾ ਮੁਹੱਬਤ ਹੋਵੇ, ਮੁਹੱਬਤ ਆਪਣੇ ਆਪ 'ਚ ਇੱਕ ਵੱਡੀ ਚੀਜ਼ ਹੁੰਦੀ ਹੈ। ਜਿਵੇਂ ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਜਿਹੜੀ ਮੁਹੱਬਤ ਇਨਸਾਨ ਨੂੰ ਚੇਂਜ ਨਹੀਂ ਕਰਦੀ, ਉਹ ਮੁਹੱਬਤ ਕਾਹਦੀ ਹੈਗੀ ਆ। ਉਹ ਮੁਹੱਬਤ ਜਦੋਂ ਜਾਤਾਂ ਦੇ ਮਜ਼ਹਬਾਂ ਦੇ ਬੰਧਨ ਤੋੜਦੀ ਹੈ, ਉਹ ਬੜਾ ਕੁਛ ਨਵਾਂ ਸਿਰਜਦੀ ਹੈਗੀ ਆ। ਤੇ ਇਹੀ ਹੈ ਕਿ ਤੁਹਾਡਾ ਆਪਣੇ ਬੱਚੇ ਨਾਲ ਸੰਵਾਦ ਨਹੀਂ ਹੈਗਾ, ਜਿੰਨਾ ਚਿਰ ਨਿਆਣੇ ਨਾਲ ਸੰਵਾਦ ਨਹੀਂ, ਉਦੋਂ ਤੱਕ ਫਿਰ ਬਹੁਤ ਕੁਛ ਤੁਹਾਡੇ 'ਚ ਹੋਏਗਾ, ਕਿਉਂਕਿ ਤੁਸੀਂ ਵੀ ਚੇਂਜ ਹੋਣਾ ਹੁੰਦਾ ਹੈਗਾ ਬਹੁਤ ਸਾਰੀਆਂ ਗੱਲਾਂ ਦੇ ਵਿੱਚ। ਇਸ ਕਰਕੇ ਆਪਣੇ ਬੱਚੇ ਨੂੰ ਆਪਣਾ ਦੋਸਤ ਸਮਝੋ, ਪਹਿਲੀ ਸ਼ਰਤ ਹੈ। ਜੀ ਜੀ, ਪਰ ਗੱਲ ਉਹੀ ਆ ਜਾਂਦੀ ਹੈ ਨਾ ਜੀ, ਕਹਿਣਾ ਬੜਾ ਸੌਖਾ ਹੈ, ਕਰਨਾ ਬੜਾ ਔਖਾ ਹੁੰਦਾ ਹੈ। ਪਰ ਮੈਂ ਇੱਕ ਗੱਲ ਕਹਿਣਾ, ਕਹਿੰਦੇ ਇੱਕ ਇੰਗਲਿਸ਼ ਦੀ ਕਹਾਵਤ ਹੈ ਨਾ, ਬਲੈਸਿੰਗ ਇਨ ਡਿਸਗਾਈਜ਼। ਪਰ ਪੰਜਾਬ ਦੇ ਵਿੱਚ ਤਾਂ ਆਈਲੈਟਸ ਦਾ ਧੰਨਵਾਦ ਕਰਦੇ ਆ ਜੀ, ਜਿਹੜਾ ਸਾਡੀਆਂ ਇੱਥੋਂ ਦੀਆਂ ਕੁੜੀਆਂ ਦਾ, ਧੀਆਂ ਦਾ ਮੁੱਲ ਪੈ ਗਿਆ। ਨਹੀਂ ਤਾਂ ਧੀ ਜੰਮਣਾ ਹੀ ਇੱਕ ਆਪਣੇ ਆਪ 'ਚ ਵੱਡਾ ਪਾਪ ਸੀ। ਬੁੱਲ ਸੁੱਕ ਜਾਂਦੇ ਸੀ ਮਾਪਿਆਂ ਦੇ, ਹੈਂ ਜੀ, ਕਿਵੇਂ ਖਰਚਾ ਕਰਾਂਗੇ, ਕਿਵੇਂ ਘਰੋਂ ਤੋਰਾਂਗੇ, ਕੀ ਬਣੂਗਾ, ਹੈਂ ਜੀ। ਹੁਣ ਘੱਟੋ ਘੱਟ ਚਲੋ ਜਿਉਂਦਾ ਰਵੇ ਕੈਨੇਡਾ ਦੀ ਧਰਤੀ, ਵਸਦੀ ਰਵੇ, ਆਬਾਦ ਰਵੇ। ਉਹ ਸਮੋ ਰਹੀ ਹੈ ਸਾਡੇ ਪੰਜਾਬ ਨੂੰ, ਇੰਨਾ ਜ਼ਿਆਦਾ ਉਹ ਉੱਥੇ ਆਪਣੀ ਬੁੱਕਲ 'ਚ ਲੈ ਰਹੀ ਹੈ, ਨਿੱਘ ਦੇ ਰਹੀ ਹੈ। ਅਤੇ ਸਾਡੀਆਂ ਧੀਆਂ ਦਾ ਵੀ ਜਿਹੜਾ ਸਤਿਕਾਰ ਆ ਉਹਨੇ ਵਧਾਇਆ ਆਈਲੈਟਸ ਦੇ ਵਿੱਚ ਕਰਕੇ। ਜਾਤ ਪਾਤ ਸਭ ਕੁਝ ਖਤਮ ਹੋ ਗਿਆ। ਕਾਫੀ ਹੱਦ ਤੱਕ ਆਜ਼ਾਦੀ ਮਿਲੀ ਹੈ। ਜਿਵੇਂ ਹੁਣ ਪੰਜਾਬੀ ਗਾਣਿਆਂ 'ਚ ਵੀ ਆਉਂਦਾ ਵੀ ਭਾਈ ਆਪਾਂ ਬਾਹਰ ਜਾ ਚਲੇ ਜਾਵਾਂਗੇ, ਉੱਥੇ ਜਾ ਕੇ ਫਿਰ ਆਪਣਾ ਵਿਆਹ ਕਰਾ ਲਾਂਗੇ, ਆਪਣੇ ਪ੍ਰੇਮੀ ਨੂੰ ਕਹਿ ਰਹੀ ਜਾਂ ਪ੍ਰੇਮੀ ਉਹਨੂੰ ਕਹਿ ਰਿਹਾ ਹੈਗਾ। ਪਰ ਇਹਦੇ ਬਾਵਜੂਦ ਸਾਡੀਆਂ ਜਿਹੜੀਆਂ ਰੁਚੀਆਂ ਨੇ ਨਾ, ਜਿਹੜੀਆਂ ਅਸੀਂ ਆਪਣੀ ਰੂੜੀਆਂ, ਉਹ ਜਿੱਥੇ ਬਾਹਰ ਜਾਂਦੇ ਉੱਥੇ ਵੀ ਛੱਡ ਕੇ ਨਹੀਂ ਆਉਂਦੇ। ਉੱਥੇ ਵੀ ਕਿੰਨੇ ਕੇਸ ਆਉਂਦੇ ਨੇ ਵੀ ਇੱਕ ਪਿਓ ਨੇ ਆਪਣੀ ਕੁੜੀ ਨੂੰ ਇਸ ਲਈ ਮਾਰ ਦਿੱਤਾ, ਆਪਣੀ ਨੂੰਹ ਨੂੰ ਇਸ ਲਈ ਮਾਰ ਦਿੱਤਾ, ਵਗੈਰਾ ਵਗੈਰਾ। ਸੋ ਕਿਉਂਕਿ ਉਹ ਸਾਡੀ ਵਿਰਾਸਤੀ ਇਹ ਰਹੀ ਹੈ ਕਿ ਅਸੀਂ ਜਦੋਂ ਵੱਡੇ ਮੁਲਕਾਂ 'ਚ ਜਾਂਦੇ ਹਾਂ ਨਾ, ਦੂਜੇ ਮੁਲਕਾਂ 'ਚ ਜਾਂਦੇ ਹਾਂ, ਮਾਫ਼ ਕਰਨਾ ਵੱਡਾ ਸ਼ਬਦ ਦਾ, ਦੂਜੇ ਮੁਲਕਾਂ ਵਿੱਚ ਜਾ ਕੇ ਉੱਥੇ ਦੇ ਜਿਹੜੇ ਭਾਈਚਾਰੇ ਨਾਲ ਜਾਂ ਉੱਥੇ ਦੇ ਜਿਹੜੇ ਸੱਭਿਆਚਾਰ ਨਹੀਂ ਰਚਾਉਂਦੇ, ਅਸੀਂ ਹਾਲੇ ਵੀ ਉਹੀ ਆਪਣੇ ਪੰਜਾਬ ਦਾ ਰੂੜੀਆਂ ਲੈ ਕੇ ਚਲੇ ਜਾਂਦੇ ਹਾਂ। ਰੂੜੀਆਂ ਲੈ ਕੇ ਜਾ ਕੇ ਜਿਹੜਾ ਹੈਗਾ ਉਹੀ ਚੀਜ਼ਾਂ ਫਿਰ ਉੱਥੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਹੂਲਤ ਮਿਲੀ ਹੈ, ਉਹਨਾਂ ਨੂੰ ਥੋੜ੍ਹੀ ਆਜ਼ਾਦੀ ਮਿਲੀ ਹੈ, ਬਿਲਕੁਲ ਸਹੀ ਕਹਿ ਰਹੇ ਹੋ। ਆ ਵੀ ਇੱਕ ਪੱਖ ਹੈ ਵੀ ਉੱਥੇ ਜਾ ਕੇ ਵੀ ਅਸੀਂ ਜਿਹੜਾ ਇਹੋ ਜਿਹੀਆਂ ਹਰਕਤਾਂ ਕੀਤੀਆਂ। ਜੀ, ਬਹੁਤ ਬਹੁਤ ਧੰਨਵਾਦ ਸ਼ਵਿੰਦਰ ਜੀ, ਤੁਹਾਡਾ ਸ਼ੁਕਰੀਆ, ਮਿਹਰਬਾਨੀ। ਸੋ ਹੁਣ ਸਮਾਂ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਗੁਰਪ੍ਰੀਤ ਨਿੱਜਰ ਹੋਰਾਂ ਦੀ ਵੱਲੋਂ ਰਿਕਾਰਡਿਡ ਖਬਰਾਂ ਜਿਹੜੀਆਂ ਫ੍ਰਿਜ਼ਨੋ ਸਟੂਡੀਓ ਤੋਂ ਤੁਹਾਡੇ ਤੱਕ ਪਹੁੰਚਾਈਆਂ ਜੀ, ਉਹ ਸੁਣਾਂਗੇ ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ ਨਾਲ। ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਸਤਿ ਸ੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਨਿੱਜਰ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓ ਤੋਂ ਤੁਹਾਡੇ ਨਾਲ ਜੁੜਿਆ ਹਾਂ। ਗੱਲ ਕਰਦੇ ਹਾਂ USA ਤੇ ਦੇਸ਼ ਦੁਨੀਆ ਦੀ ਖਬਰਾਂ ਦੀ। ਸਭ ਤੋਂ ਪਹਿਲਾਂ ਗੱਲ ਕਰੀਏ USA ਕੈਨੇਡਾ ਬਾਰਡਰ ਹੈ ਜਿਹੜਾ, ਉਹ ਬੰਦ ਕੀਤਾ ਲਗਭਗ 1 ਸਾਲ ਤੋਂ, ਤੇ 21 ਮਾਰਚ ਨੂੰ ਇਹਦੀ ਮਿਆਦ ਖਤਮ ਹੋ ਰਹੀ ਸੀ। ਭਾਵ ਅੱਜ ਉਹ ਦੁਬਾਰਾ ਉਹਨੂੰ ਖੋਲ੍ਹਣਾ ਜਾਂ ਬੰਦ ਹੀ ਰੱਖਣਾ, ਉਹਦੇ ਬਾਰੇ ਫੈਸਲਾ ਹੋਣਾ ਸੀ, ਜਿਸ ਸੰਬੰਧ ਵਿੱਚ ਉਹਨੂੰ 1 ਮਹੀਨਾ ਹੋਰ ਅੱਗੇ ਵਧਾ ਦਿੱਤਾ ਗਿਆ। ਹੁਣ 21 ਅਪ੍ਰੈਲ ਤੱਕ USA ਕੈਨੇਡਾ ਦਾ ਤੇ USA ਮੈਕਸੀਕੋ ਦਾ ਬਾਰਡਰ ਅੱਗੇ ਹੋਰ ਬੰਦ ਰਹੇਗਾ। ਇਸ ਸੰਬੰਧ ਦੇ ਵਿੱਚ ਇਹ ਦੱਸਣਯੋਗ ਹੈ ਕਿ ਭਾਵੇਂ ਟਰੰਪ ਪ੍ਰਸ਼ਾਸਨ ਦੇ ਆਉਣ ਤੋਂ ਹੀ ਸੰਬੰਧ USA ਦੇ ਕੈਨੇਡਾ ਨਾਲ ਥੋੜ੍ਹੇ ਜਿਹੇ ਤਲਖ ਹੋ ਗਏ ਸੀ,
ਤੇ ਬਾਰਡਰ ਦੇ ਪਾਬੰਦੀਆਂ ਕੁਝ ਰਹੀਆਂ ਸੀ, ਪਰ ਜਦੋਂ ਕੋਵਿਡ ਦਾ 12 ਪਹਿਰਾ ਆਇਆ, ਕੋਵਿਡ ਪੈਂਡੈਮਿਕ ਆਇਆ ਤੇ 18 ਮਾਰਚ 2020 ਨੂੰ ਪੱਕਾ ਬਾਰਡਰ ਬੰਦ ਕਰ ਦਿੱਤਾ ਸੀ। ਇਸ ਕਾਰਨ ਦੋਨੇ ਪਾਸੇ ਰਹਿਣ ਵਾਲੇ ਪਰਿਵਾਰ, ਕੁਝ ਕਮਿਊਨਿਟੀਆਂ ਤੇ ਬਿਜ਼ਨਸਮੈਨ ਬਹੁਤ ਪਰੇਸ਼ਾਨ ਸੀ, ਕਿਉਂਕਿ ਉੱਥੇ ਬਾਰਡਰ ਤੇ ਇਹ ਹਾਲ ਆ ਕਿ ਕਈ ਲੋਕ ਰਹਿੰਦੇ ਇੱਧਰ ਆ ਪਰ ਬਿਜ਼ਨਸ ਉਹਨਾਂ ਦੇ ਕੈਨੇਡਾ ਵਿੱਚ ਆ, ਜਾਂ ਕਈ ਲੋਕ ਰਹਿੰਦੇ ਕੈਨੇਡਾ ਵਿੱਚ ਆ ਤੇ ਬਿਜ਼ਨਸ ਉਹਨਾਂ ਦੇ ਇੱਧਰ ਅਮਰੀਕਾ ਵਿੱਚ ਆ, ਕਈਆਂ ਦੇ ਫਾਰਮ ਆ, ਹੋਰ ਕਾਫੀ ਇੱਦਾਂ ਦੇ ਕੰਮ ਕਰ ਰਿਹਾ, ਤੇ ਕਈ ਪਰਿਵਾਰ ਇੱਦਾਂ ਅੱਧੇ USA ਵਿੱਚ ਅੱਧੇ ਕੈਨੇਡਾ ਵਿੱਚ, ਉਹਨਾਂ ਨੂੰ ਬੜੀ ਦਿੱਕਤ ਆ ਰਹੀ ਸੀ। ਤੇ ਇਸ ਦੇ ਮੱਦੇ ਨਜ਼ਰ ਉਹ ਬਾਰ-ਬਾਰ ਸਰਕਾਰ ਨੂੰ ਕਹਿ ਵੀ ਰਹੇ ਸੀ। ਤੇ ਹੁਣ ਲੈਟ ਅਸ ਰੀਯੂਨਾਈਟ ਨਾਂ ਦੀ ਇੱਕ ਸੰਸਥਾ ਆ, ਉਹਨਾਂ ਨੇ ਕੈਂਪੇਨ ਚਲਾਈ ਹੈ, ਇਹਦੇ 'ਚ 2200 ਪਰਿਵਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਜੋ ਬਾਈਡਨ ਪ੍ਰਸ਼ਾਸਨ ਨੂੰ ਖੱਤ ਲਿਖੇ ਆ, ਉਹਨਾਂ ਤੇ ਪ੍ਰੈਸ਼ਰ ਪਾਇਆ ਆ। ਇਸ ਤੋਂ ਇਲਾਵਾ ਜਿਹੜੇ ਇੱਕ ਮੇਨ ਪੈਂਦੀ ਸਟੇਟ, ਉੱਥੋਂ ਦੇ ਕਾਂਗਰਸਮੈਨ ਆ ਸੁਜੇਨ ਕਾਲਿੰਸ, ਉਹਨਾਂ ਨੇ ਵੀ ਜੋ ਬਾਈਡਨ ਨੂੰ ਕਿਹਾ ਆ ਕਿ ਇਸ ਬਾਰੇ ਭਾਈਚਾਰਿਆਂ ਦੀ ਜਿਹੜੀ ਸਮੱਸਿਆ ਦੂਰ ਕੀਤੀ ਜਾਵੇ। ਤੇ ਨਿਊਯਾਰਕ ਦੇ ਕਾਂਗਰਸਮੈਨ ਮਿਸਟਰ ਹਿਗਨ ਨੇ ਵੀ ਜੋ ਬਾਈਡਨ ਨੂੰ ਕਿਹਾ, ਤੇ ਹੁਣ ਲੱਗਦਾ ਆ ਕਿ ਇਹਦਾ ਕੋਈ ਹੱਲ ਨਿਕਲ ਆਏਗਾ, ਕਿਉਂਕਿ ਜੋ ਬਾਈਡਨ ਪ੍ਰਸ਼ਾਸਨ ਨੇ ਆਪਣੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਮੈਕਸੀਕੋ ਤੇ ਕੈਨੇਡਾ ਦੇ ਆਪਣੇ ਹਮਰੁਤਬਾ ਅਧਿਕਾਰੀਆਂ ਨਾਲ ਗੱਲਬਾਤ ਕਰਨ, ਤੇ ਉਮੀਦ ਹੈ ਕਿ 15 ਮਈ ਤੱਕ ਇਹ ਬਾਰਡਰ ਖੁੱਲ ਜਾਏਗਾ। ਤੇ ਇੱਕ ਇਸ ਤਰੀਕੇ ਨਾਲ ਵੀ ਦੇਖਿਆ ਜਾ ਰਿਹਾ ਕਿ 15 ਮਈ ਤੱਕ ਜਿਹੜੀ ਵੈਕਸੀਨੇਸ਼ਨ ਹੈ ਕੋਵਿਡ ਦੀ, ਉਹ USA ਵਿੱਚ ਪੂਰੀ ਹੋ ਜਾਣੀ ਹੈ, ਜਿਸ ਤੋਂ ਬਾਅਦ ਖਤਰਾ ਘਟ ਜਾਊਗਾ। ਸੋ ਭਾਵੇਂ ਹੁਣ ਬਾਈ ਏਅਰ ਜਾਣ ਲਈ ਤੇ ਉੱਥੇ ਹੈ ਕਿ ਤੁਸੀਂ ਕੋਈ ਜ਼ਰੂਰੀ ਕੰਮ ਦੱਸ ਕੇ ਜਾ ਸਕਦੇ ਹੋ, ਨੌਨ ਅਸੈਂਸ਼ੀਅਲ ਕੰਮ ਲਈ ਜਾਣਾ ਮਨਾ ਆ। ਤੇ ਜੇ ਬਾਈ ਏਅਰ ਜਾਂਦੇ ਹੋ ਤੇ ਕਹਿੰਦੇ ਕਾਫੀ ਖਰਚੀਲਾ ਆ, ਇੱਕ ਤੇ ਝੰਜਟ ਬੜੇ ਆ ਕੋਵਿਡ ਦੇ ਟੈਸਟਾਂ ਦੇ, ਫਿਰ ਉਹ ਟਿਕਟਾਂ ਮਹਿੰਗੀਆਂ, ਇਸ ਤੋਂ ਇਲਾਵਾ ਉੱਥੇ ਜਾ ਕੇ ਫਿਰ ਕੁਆਰੰਟਾਈਨ ਰਹਿਣਾ ਪੈਂਦਾ। ਇਸੇ ਦੌਰਾਨ USA ਕੈਨੇਡਾ ਬਾਰਡਰ ਤੇ ਇੱਕ ਪੀਸ ਪਾਰਕ ਆ, ਜਿਹਦੇ ਵਿੱਚ ਲੋਕ ਅਕਸਰ ਆ ਕੇ ਮਿਲਦੇ ਹੁੰਦੇ ਸੀ, ਕਿ ਉਹ ਪਾਰਕ ਬਿਲਕੁਲ ਜਿੱਦਾਂ ਖੁੱਲ੍ਹਾ ਰੱਖਿਆ ਸੀ ਲੋਕਾਂ ਦੇ ਮਿਲਣ ਲਈ। ਕੈਨੇਡਾ ਦੇ ਲੋਕ ਉੱਥੇ ਪਹੁੰਚ ਜਾਂਦੇ ਸੀ। ਉਹ ਬਿਲਕੁਲ ਬਾਰਡਰ ਲਾਈਨ ਦੇ ਉੱਤੇ ਆ, ਅੱਧਾ ਅਮਰੀਕਾ 'ਚ ਪੈਂਦਾ ਤੇ ਅੱਧਾ ਕੈਨੇਡਾ 'ਚ ਪੈਂਦਾ, ਜਿਹੜਾ ਪੀਸ ਪਾਰਕ ਆ। ਹੁਣ ਉਹ ਪਾਰਕ ਵੀ ਬੰਦ ਕਰ ਦਿੱਤਾ ਸੀ, ਪਰ ਇਹਦੇ ਬਾਵਜੂਦ ਲੋਕ ਉੱਥੇ ਜਾ ਕੇ ਮਿਲਦੇ ਰਹੇ ਆ। ਕੋਈ ਚੋਰੀ ਛੁਪੀ ਇੱਕ ਪਾਸਿਓਂ ਹੋ ਕੇ, ਆ ਬਲੇਨ ਸ਼ਹਿਰ ਪੈਂਦਾ ਬਾਰਡਰ ਤੇ ਜਿੱਥੇ ਇਹ ਪੈਂਦਾ। ਤੇ ਹੁਣ ਜਿਹੜੇ ਲੋਕ ਆ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਹੋਰ ਸਜ਼ਾ ਨਾ ਦਿੱਤੀ ਜਾਵੇ, ਛੇਤੀ ਇਹਨੂੰ ਖੋਲ੍ਹਿਆ ਜਾਵੇ, ਤੇ ਉਮੀਦ ਆ ਕਿ ਇਹ ਛੇਤੀ ਖੁੱਲ ਜਾਏਗਾ। ਇੱਥੇ ਦੱਸਣਯੋਗ ਹੈ ਕਿ ਇੱਕ ਸਿਐਟਲ ਤੇ ਵੈਨਕੂਵਰ ਦਰਮਿਆਨ ਜਿਹੜਾ ਬਾਰਡਰ ਪੈਂਦਾ, ਇਹ ਦੋ ਮੁੱਖ ਹੈ, ਇੱਕ ਨਿਊਯਾਰਕ ਤੇ ਟੋਰਾਂਟੋ ਮੌਂਟਰੀਅਲ ਪੈਂਦਾ। ਸੋ ਇੱਥੇ ਲੋਕਾਂ ਦਾ ਜ਼ਿਆਦਾ ਆਉਣਾ ਜਾਣਾ ਹੈ। ਸੋ ਲੱਗਦਾ ਕਿ ਹੁਣ ਇਹ ਖੁੱਲ ਜਾਏਗਾ 15 ਮਈ ਤਾਈਂ। ਅਗਲੀ ਗੱਲ ਕਰਦੇ ਆ ਜੀ, ਮੈਕਸੀਕੋ ਬਾਰਡਰ ਦੇ ਉੱਤੇ ਜਿਹੜੀ ਸਮੱਸਿਆ ਬਣੀ ਆ ਕਿ ਉੱਥੇ ਇੱਕ ਤਰ੍ਹਾਂ ਦਾ ਹੜ੍ਹ ਆ ਗਿਆ ਆ, ਲੋਕਾਂ ਦਾ ਤੜ ਲੋਕ ਐਂਟਰ ਹੋ ਰਹੇ ਆ USA ਦੇ ਵਿੱਚ। ਇਹਦੇ ਮੱਦੇਨਜ਼ਰ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਦੇ ਸਕੱਤਰ ਨੇ, ਉਹਨਾਂ ਨੇ ਵਿਜ਼ਿਟ ਕੀਤਾ ਉੱਥੇ ਦਾ, ਤੇ ਵਿਜ਼ਿਟ ਕਰਕੇ ਉਹਨਾਂ ਨੇ ਇਹ ਕਿਹਾ ਕਿ ਕਿਰਪਾ ਕਰਕੇ ਇੱਧਰ ਨਾ ਆਓ, ਪਲੀਜ਼ ਇਸ ਪਾਸੇ ਨਾ ਆਓ, ਸਾਡਾ ਸਿਸਟਮ ਜਿਹੜਾ ਇਹਨੂੰ ਸਾਨੂੰ ਸੈੱਟ ਕਰ ਲੈਣ ਦਿਓ। ਉਹਨਾਂ ਨੇ ਇਸ ਸੰਬੰਧੀ ਕਿਹਾ ਕਿ ਇਮੀਗ੍ਰੇਸ਼ਨ ਸਿਸਟਮ ਪਿਛਲੇ ਸਮੇਂ ਦੌਰਾਨ, ਉਹਨਾਂ ਕਿਹਾ ਟਰੰਪ ਪ੍ਰਸ਼ਾਸਨ ਦੌਰਾਨ ਇਹ ਬੜਾ ਇਹਦੇ ਵਿੱਚ ਹਿਲਜੁਲ ਹੋਈ ਹੈ, ਇਹਨੂੰ ਦੁਬਾਰਾ ਸਾਨੂੰ ਸੈੱਟ ਕਰਨਾ ਪੈਣਾ। ਪਰ ਜਿਸ ਤਰ੍ਹਾਂ ਤੁਸੀਂ ਧੜਾ ਆ ਰਹੇ ਆ, ਇਹਦੇ ਨਾਲ ਇਹ ਸਮਾਂ ਹੋਰ ਜ਼ਿਆਦਾ ਲੱਗੂਗਾ ਸਾਨੂੰ ਸਿਸਟਮ ਠੀਕ ਕਰਨ ਲਈ, ਤੇ ਇਸ ਕਰਕੇ ਤੁਸੀਂ ਸਾਡਾ ਸਾਥ ਦਿਓ ਇਸ ਮਾਮਲੇ ਦੇ ਵਿੱਚ। ਜਿਹੜੇ ਹੋਮਲੈਂਡ ਸਕੱਤਰ ਮਿਸਟਰ ਐਲਜੈਂਡਾਰੋ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੈਂਡੈਮਿਕ ਦੌਰਾਨ ਅਸੀਂ ਬਾਰਡਰ ਖੋਲ੍ਹ ਨਹੀਂ ਸਕਦੇ, ਤੁਸੀਂ ਸਾਨੂੰ ਅਤੇ ਖੁਦ ਨੂੰ ਖਤਰੇ ਵਿੱਚ ਨਾ ਪਾਓ। ਤੇ ਉਹਨਾਂ ਇਹ ਵੀ ਕਿਹਾ ਕਿ ਹਾਲਾਂਕਿ ਅਸੀਂ ਬੱਚਿਆਂ ਨੂੰ ਵਾਪਸ ਨਹੀਂ ਭੇਜ ਸਕਦੇ, ਕਿਉਂਕਿ ਬੱਚਿਆਂ ਦੇ ਮਾਮਲੇ 'ਚ ਬੱਚੇ ਜਿਹੜੇ ਆ ਲਵਾਰਸ ਆ ਰਹੇ ਆ, ਉਹਨਾਂ ਦੇ ਨਾਲ ਮਾਂ-ਬਾਪ ਨੇ, ਉਹਨਾਂ ਨੂੰ ਤਾਂ ਅਸੀਂ ਵਾਪਸ ਨਹੀਂ ਭੇਜਾਂਗੇ, ਪਰ ਜਿਹੜੇ ਅਡਲਟ ਜਾਂ ਹੋਰ ਦੂਜੇ ਲੋਕ ਆਏ ਆ, ਉਹਨਾਂ ਨੂੰ ਵਾਪਸ ਭੇਜਣ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ, ਕਿਉਂਕਿ ਬਾਰਡਰ ਬੰਦ ਆ, ਇਸ ਕਰਕੇ ਉਹਨਾਂ ਨੂੰ ਅਸੀਂ ਨਹੀਂ ਰੱਖ ਸਕਦੇ। ਤੇ ਇਸ ਵੇਲੇ ਜਿਹੜੇ ਕੈਲੀਫੋਰਨੀਆ ਬਾਰਡਰ ਪੈਟਰੋਲ ਦੇ ਕੋਲ 5000 ਦੇ ਲਗਭਗ ਲਵਾਰਸ ਬੱਚੇ ਆ ਜਿਹੜੇ ਬਾਰਡਰ ਟੱਪ ਕੇ ਆਏ ਆ, ਤੇ ਹੈਲਥ ਸਰਵਿਸ ਤੇ ਹਿਊਮਨ ਸਰਵਿਸ ਦੋਨਾਂ ਕੋਲ ਮਿਲਾ ਕੇ ਇਸ ਵੇਲੇ 10,500 ਬੱਚੇ ਆ। ਸੋ ਇਸ ਵੇਲੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹਨਾਂ ਬੱਚਿਆਂ ਤੋਂ ਪੁੱਛ ਕੇ USA ਵਿੱਚ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਆ, ਉਹਨਾਂ ਦੇ ਕੋਲ ਭੇਜ ਰਹੇ ਆ। ਤੇ ਹੋਮਲੈਂਡ ਸਿਕਿਉਰਿਟੀ ਦੀ ਇੱਕ ਹੋਰ ਚਿੰਤਾ ਆ ਕਿ ਜਿਸ ਤਰ੍ਹਾਂ ਮਾਈਗ੍ਰੈਂਟਸ ਦਾ ਹੜ੍ਹ ਇੱਧਰ ਨੂੰ ਆ ਰਿਹਾ ਬਾਰਡਰ ਟੱਪ ਕੇ USA ਵਿੱਚ, ਉਹਦੇ ਨਾਲ ਜਿਹੜੀਆਂ ਬਾਰਡਰ ਨੇੜੇ ਜਾਂ ਹੋਰ ਦੇਸ਼ ਵਿੱਚ ਲੋਕਲ ਕਮਿਊਨਿਟੀਆਂ, ਉਹਨਾਂ 'ਚ ਇੱਕ ਗੁੱਸਾ ਪੈਦਾ ਹੋ ਰਿਹਾ ਜੋ ਕਿ ਰੇਸਿਜ਼ਮ ਨੂੰ ਜਨਮ ਦੇ ਰਿਹਾ।
ਹਾਲ ਹੀ ਦੇ ਵਿੱਚ ਟੈਕਸਸ ਦੇ ਐਟਲਾਂਟਾ 'ਚ ਘਟਨਾ ਹੋਈ ਸੀ ਜਿੱਥੇ ਏਸ਼ੀਅਨ ਔਰਤਾਂ ਨੂੰ ਗੋਲੀਆਂ ਮਾਰ ਕੇ ਮਾਰਤਾ ਸੀ। 3 ਸਪਾ ਜਿਹੜੇ ਆ ਚਾਈਨੀਜ਼ ਕੋਰੀਅਨ ਲੋਕਾਂ ਦੇ ਉਹਨਾਂ ਤੇ ਅਟੈਕ ਹੋਏ ਸੀ। ਉਹਨਾਂ ਦਾ ਕਹਿਣਾ ਕਿ ਜਦੋਂ ਲੋਕ ਪਬਲਿਕ ਸਰਵਿਸ ਬੱਸਾਂ, ਹਸਪਤਾਲਾਂ, ਦਫ਼ਤਰਾਂ ਜਾਂ ਹੋਰ ਥਾਵਾਂ ਤੇ ਬਾਹਰੋਂ ਆਏ ਲੋਕਾਂ ਦਾ ਅਚਾਨਕ ਵਾਧਾ ਦੇਖਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਸਾਡੇ ਜਿਹੜੇ ਹੱਕ ਜਾਂ ਸਾਡੇ ਰਾਈਟ ਖੋਏ ਜਾ ਰਹੇ ਆ। ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਬੈਲੈਂਸ ਵਿੱਚ ਹੀ ਹਰ ਇੱਕ ਚੀਜ਼ ਆ, ਹੱਦੋਂ ਵੱਧ ਚੀਜ਼ ਠੀਕ ਨਹੀਂ ਆਈ ਕਿਉਂਕਿ ਵਾਈਟ ਸੁਪਰੀਮਿਸਟ ਪਹਿਲਾਂ ਹੀ ਇਹ ਜ਼ਹਿਰੀਲਾ ਪ੍ਰਚਾਰ ਕਰ ਰਿਹਾ ਕਿ ਅਮਰੀਕਾ ਅਮਰੀਕਨਾਂ ਲਈ ਹੈ। ਇੱਥੋਂ ਤੱਕ ਕਿ ਮਿਸਟਰ ਟਰੰਪ ਨੇ ਤਾਂ ਇੱਕ ਵਾਰ ਇਹ ਤੱਕ ਕਹਿ ਦਿੱਤਾ ਸੀ ਕਿ ਮੈਕਸੀਕੋ ਤੇ ਹੋਰ ਜਿਹੜੇ ਦੇਸ਼ ਆ ਉਧਰੋਂ ਜਸਟ ਰੇਪਿਸਟ ਹੀ ਇੱਧਰ ਆਉਂਦੇ ਆ, ਇਸ ਲਈ ਸਾਨੂੰ ਇੱਥੇ ਕੰਧ ਬਣਾਉਣੀ ਬਹੁਤ ਜ਼ਰੂਰੀ ਹੈ। ਅਗਲੀ ਗੱਲ ਕਰਦੇ ਜੀ, ਮਿਆਂਮਾਰ ਦੇ ਵਿੱਚ ਫੌਜੀ ਜਨਰਲੀ ਜਿੱਦਾਂ ਵੀਕਐਂਡ ਦੇ ਉੱਤੇ ਹਮੇਸ਼ਾ ਕਹਿਰ ਵਰਤਾਉਂਦੀ ਹੈ, ਇਸ ਵਾਰ ਵੀ ਉਹਨਾਂ ਨੇ 9 ਹੋਰ ਪ੍ਰਦਰਸ਼ਨਕਾਰੀਆਂ ਦੀ ਉੱਤੇ ਹੱਤਿਆ ਕਰ ਦਿੱਤੀ ਹੈ ਤੇ ਉੱਥੇ ਮਰਨ ਵਾਲਿਆਂ ਦੀ ਕੁੱਲ ਗਿਣਤੀ 250 ਤੱਕ ਪਹੁੰਚ ਗਈ ਆ। ਤੇ ਲੋਕਾਂ ਨੇ ਹੁਣ ਇੱਕ ਵਹੀਕਲ ਰੈਲੀ ਦਾ ਐਲਾਨ ਕੀਤਾ ਹੈ ਕਿ ਆਪਣੇ ਵਹੀਕਲਾਂ ਦੇ ਵਿੱਚ ਅਸੀਂ ਜਾਵਾਂਗੇ, ਸ਼ਹਿਰ ਦੇ ਵਿੱਚ ਕੱਢਾਂਗੇ, ਯੰਗੂਨ ਸ਼ਹਿਰ ਦੇ ਵਿੱਚ ਆਪਣਾ ਕਾਫਲਾ ਕੱਢਾਂਗੇ, ਉਹਦੇ ਵਿੱਚ ਹੀ ਤੇ ਹਾਰਨ ਵਜਾਉਂਦੇ ਜਾਵਾਂਗੇ, ਪ੍ਰੋਟੈਸਟ ਅਸੀਂ ਇਹ ਕਰਾਂਗੇ। ਤੇ ਦੂਜੇ ਪਾਸੇ ਦੇਸ਼ ਦੇ ਜੁੰਡਲੀ ਜਿਹੜੀ ਹੈ ਦੇਸ਼ ਤੇ ਕਾਬਜ, ਉਹਦੇ ਉੱਤੇ ਕਾਫੀ ਦਬਾਅ ਆ ਪਰ ਉਹ ਮੰਨ ਨਹੀਂ ਰਹੀ। ਅੱਜ ਇੰਡੋਨੇਸ਼ੀਆ ਨੇ ਵੀ ਕਿਹਾ, ਜਿਹੜਾ ਗੁਆਂਢੀ ਮੁਲਕ ਆ, ਕਿ ਤੁਹਾਨੂੰ ਇਹ ਜਿਹੜਾ ਜ਼ਾਲਮੀ ਵਰਤਾਰਾ ਰੋਕਣਾ ਚਾਹੀਦਾ, ਆਪਣੇ ਹੀ ਲੋਕਾਂ ਤੇ ਇਹ ਕਹਿਰ ਨਹੀਂ ਕਰਨਾ ਚਾਹੀਦਾ। ਦੂਜੇ ਪਾਸੇ ਲੋਕ ਜਿਹੜੇ ਆ ਆਪਣੇ ਘਰਾਂ ਨੂੰ, ਮੁਹੱਲਿਆਂ ਨੂੰ, ਆਪਣੀ ਲੋਕੈਲਿਟੀ ਨੂੰ ਬੈਰੀਕੇਡ ਲਾ ਕੇ, ਟਾਇਰ ਸੁੱਟ ਕੇ, ਖੰਭੇ ਸੁੱਟ ਕੇ, ਬੋਰੀਆਂ ਰੱਖ ਕੇ ਸਿਕਿਉਰ ਕਰ ਰਹੇ ਆ ਕਿਉਂਕਿ ਸੁਰੱਖਿਆ ਫੋਰਸਾਂ ਕਿਸੇ ਵੇਲੇ ਵੀ ਆਉਂਦੀਆਂ ਆ ਕੇ ਤੇ ਉੱਥੋਂ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਂਦੀਆਂ, ਫਿਰ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ। ਤੇ ਜਿਹੜੀ ਸੁਰੱਖਿਆ ਫੋਰਸਾਂ ਆ ਉਹ ਇਹ ਬੈਰੀਕੇਡ ਹਟਾਉਂਦੇ ਆ ਤੇ ਜਦੋਂ ਉਹ ਹਟਾਉਂਦੇ ਲੋਕ ਵਿਰੋਧ ਕਰਦੇ ਆ ਤਾਂ ਸਿੱਧੀਆਂ ਗੋਲੀਆਂ ਚਲਾਉਂਦੇ ਆ। ਇਸ ਕਰਕੇ ਉੱਥੇ ਇਹ ਕੰਮ ਵੱਧ ਰਿਹਾ ਹੈ ਲੋਕਾਂ ਦੀ ਹੱਤਿਆਵਾਂ ਦਾ। ਦੂਜੇ ਪਾਸੇ ਚੀਨੀ ਉਦਯੋਗਾਂ ਨੂੰ ਤੇ ਬਿਜ਼ਨਸਾਂ ਨੂੰ ਕਾਫੀ ਨਿਸ਼ਾਨਾ ਬਣਾਇਆ ਜਾ ਰਿਹਾ ਉੱਥੇ। ਤੇ ਚਾਈਨਾ ਨੇ ਅੱਜ ਐਲਾਨ ਕਰ ਦਿੱਤਾ ਉੱਥੇ ਦੀਆਂ ਜਿੰਨੀਆਂ ਬਿਜ਼ਨਸ ਹੈਗੇ ਉੱਥੇ ਚੱਲ ਰਹੇ ਵੱਡੀਆਂ ਵੱਡੀਆਂ ਕੰਪਨੀਆਂ ਕਿ ਜਿੰਨਾ ਸਟਾਫ ਆ ਸਾਰਾ ਵਾਪਸ ਚਾਈਨਾ ਬੁਲਾ ਲਓ ਕਿਉਂਕਿ ਲੋਕਾਂ ਦੇ ਰੋਹ ਦਾ ਇੱਕ ਤਰ੍ਹਾਂ ਇਹ ਨਿਸ਼ਾਨਾ ਬਣ ਰਿਹਾ ਹੈ। ਸੋ ਜਾਂਦੇ ਜਾਂਦੇ ਇੱਕ ਹੋਰ ਛੋਟੀ ਜਿਹੀ ਗੱਲ ਕਰੀਏ ਜੀ, ਇੱਥੇ ਕੈਲੀਫੋਰਨੀਆ ਦੀ, ਅਮਰੀਕਾ ਦੀ, ਇੱਥੇ ਇੱਕ ਟੈਨੇਸੀ ਦੀ ਇੱਕ $1 ਮਿਲੀਅਨ ਦੀ ਲੋਟਰੀ ਨਿਕਲੀ ਸੀ ਤੇ ਉਸ ਬੰਦੇ ਦੀ ਲਾਟਰੀ ਨਿਕਲਣ ਤੋਂ ਬਾਅਦ 1 ਮਿਲੀਅਨ ਦੀ 10 ਮਾਰਚ ਨੂੰ ਟਿਕਟ ਖਰੀਦਿਆ ਸੀ ਤੇ ਉਹਦਾ ਵੀਕਐਂਡ ਤੇ ਇਨਾਮ ਨਿਕਲਿਆ ਆ। ਉਸ ਬੰਦੇ ਦੀ ਟਿਕਟ ਗਵਾਚ ਗਈ ਜਿਸ ਪਿੱਛੋਂ ਕਾਫੀ ਭੱਜ ਦੌੜ ਤੋਂ ਬਾਅਦ ਅੱਜ ਪਤਾ ਲੱਗਾ, ਕਹਿੰਦੇ ਜੀ ਉਹਨੂੰ ਡਿੱਗੀ ਹੋਈ ਟਿਕਟ ਇੱਕ ਪਾਰਕਿੰਗ ਦੇ ਵਿੱਚੋਂ ਮਿਲ ਗਈ ਤੇ ਹੁਣ ਉਹ ਦੁਬਾਰਾ ਆਪਣਾ ਹਾਸਲ ਕਰ ਸਕਦਾ ਇਨਾਮ। ਤੇ ਇਹਦੀ ਕਾਫੀ ਚਰਚਾ ਰਹੀ ਮਜ਼ਾਕੀਏ ਤੌਰ ਤੇ ਕਿ ਬੰਦਾ ਜਿੱਤਿਆ ਹਾਰ ਗਿਆ ਸੀ, ਪਰ ਪਾਰਕਿੰਗ 'ਚ ਉਹਦੀ ਟਿਕਟ ਪਈ ਰਹੀ, ਕਿਸੇ ਨੇ ਚੁੱਕੀ ਨਹੀਂ ਤੇ ਫਿਰ ਦੁਬਾਰਾ ਉਹਨੂੰ ਮਿਲ ਗਈ। ਸੋ ਬਾਕੀ ਖਬਰਾਂ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਜੀ। ਸਤਿ ਸ੍ਰੀ ਅਕਾਲ। ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ, ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988336000। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ, ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ।
ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501 Dreamliner Express Company, Calgary, Alberta, Canada। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop, 5196220660 ਜਾਂ quicktrucklube.com। QTL, because we care. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 engines, international ਅਤੇ automatic transmissions, 5 ਸਾਲ ਦਾ Freightline dealership ਦਾ experience। ਇਹ ਇੰਜਨ, ਟਰੱਕ, ਟ੍ਰੇਲਰ, AC, electrical, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT inspection ਅਤੇ ਸਰਟੀਫਾਈਡ annual federal DOT inspection ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਤੇ ਪ੍ਰਾਈਮ ਪ੍ਰਾਪਰਟੀਜ਼ ਐਂਡ ਰੀਅਲ ਸਟੇਟ ਦਾ ਵੀ ਇੱਕ ਸੁਨੇਹਾ ਲੈ ਲਓ, ਜੋ 에ਅਰਪੋਰਟ ਰੋਡ ਐਰੋ ਸਿਟੀ ਮੁਹਾਲੀ ਤੇ ਨੇ। ਫੋਨ ਨੰਬਰ ਇਹਨਾਂ ਦਾ ਹੈਗਾ ਜੀ 8936000000 893 600 0000 895 555 5960 985 554-0009 ਤੇ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ, ਤੁਹਾਨੂੰ ਲੋਕਲ ਏਰੀਆ 'ਚ ਸੈਟਲ ਕੰਮ ਦਿੰਦੀ ਹੈ ਜੀ। ਰੋਜ਼ਾਨਾ ਤੁਸੀਂ ਘਰੇ ਜਾ ਸਕਦੇ ਹੋ, ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰ ਸਕਦੇ ਹੋ। ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060, ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਚਾਨਣਾ ਪਾਓ ਜੀ, ਬੜੀਆਂ ਚਰਚਾਵਾਂ ਹੋ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੀ ਬਾਘਾ ਪੁਰਾਣਾ ਰੈਲੀ ਦੀ, ਕੋਈ ਕਹਿੰਦਾ ਜੀ ਇਹਨਾਂ ਨੇ ਆਪਦੀ ਨਰੋਲ ਰਾਜਨੀਤਿਕ ਹੈ, ਕਿਸਾਨਾਂ ਦੀ ਕੋਈ ਗੱਲ ਨਹੀਂ ਕੀਤੀ। ਆਮ ਆਦਮੀ ਪਾਰਟੀ ਕਹਿੰਦੀ ਸੀ ਕਿਸਾਨਾਂ ਦੀ ਵੀ ਗੱਲ ਕੀਤੀ ਹੈ, ਕੋਈ ਝੰਡੇ ਪਰਖ ਰਿਹਾ, ਕੋਈ ਕੁਛ ਕਰ ਰਿਹਾ। ਤੁਸੀਂ ਕੀ ਅੰਦਾਜ਼ਾ ਲਾਉਣੇ? ਦੇਖੋ, ਇਹਦੇ 'ਚ ਕੋਈ ਦੋ ਰਾਮਾਂ ਨਹੀਂ ਕਿ ਜਿਹੜੀ ਇਹ ਰੈਲੀ ਆਯੋਜਿਤ ਕੀਤੀ ਹੈ ਜੀ। ਸਲੋਗਨ ਇਹ ਦਿੱਤਾ ਸੀ ਕਿ ਇਹ ਕਿਸਾਨ ਰੈਲੀ ਹੈ। ਮਹਾਪੰਚਾਇਤ ਵੀ ਕਿਹਾ, ਮਹਾਪੰਚਾਇਤ ਵੀ ਕਿਹਾ ਗਿਆ, ਕਿਉਂਕਿ ਮਹਾਪੰਚਾਇਤ ਦਾ ਜਿਹੜਾ ਹੈਗਾ ਚਲਨ ਇਹ ਸ਼ੁਰੂ ਹੋਇਆ ਹੈ ਯੂਪੀ ਤੋਂ ਤੇ ਹੁੰਦਾ ਸਾਰੇ ਦੇਸ਼ ਦੇ ਵਿੱਚ ਫੈਲੇ ਜੀ। ਅੱਜ ਕੱਲ੍ਹ ਮਹਾਪੰਚਾਇਤਾਂ ਬਹੁਤ ਹੋ ਰਹੀਆਂ। ਮਹਾਪੰਚਾਇਤਾਂ ਥਾਂ ਤੇ ਹੁੰਦੀਆਂ, ਸਾਰੇ ਸੂਬਿਆਂ 'ਚ ਹੁੰਦੀਆਂ, ਵੱਖ-ਵੱਖ ਭਾਈਚਾਰਿਆਂ ਦੀ ਹੁੰਦੀਆਂ ਜੀ। ਸੋ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕਹਿ ਦਿੱਤਾ ਜੀ ਅਸੀਂ ਆਪਣੀ ਮਹਾਪੰਚਾਇਤ ਕਰਾਂਗੇ ਬਾਘੇ ਪੁਰਾਣੇ ਦੇ ਵਿੱਚ। ਠੀਕ ਹੈ ਜੀ। ਇੱਥੇ ਮੈਂ ਵੀ ਦੱਸ ਦਵਾਂ ਕਿ ਬਾਘਾ ਪੁਰਾਣਾ ਸੈਂਟਰ 'ਚ ਹੀ ਪੈਂਦਾ ਇੱਕ ਕਿਸਮ ਦਾ ਪੰਜਾਬ ਦੇ ਲਗਭਗ ਕੋਈ ਔਖਾ ਨਹੀਂ ਹੈ। ਕਿਲੀ ਚਹਿਲਾਂ ਵਾਲਾ ਤੇ ਮੋਗਾ ਲਗਭਗ ਵਿਚਾਲੇ ਆ ਮੋਗੇ ਦਾ। ਮੋਗੇ ਦੇ ਵਿੱਚ ਹੀ ਆ ਗਿਆ, ਸਮਝ ਲਓ ਨੇੜੇ ਆ, ਬਹੁਤਾ ਦੂਰ ਨਹੀਂ ਬਾਘਾ ਪੁਰਾਣਾ। ਔਰ ਜੇ ਅਸੀਂ ਪਿਛਲਾ ਵੀ ਦੇਖੀਏ ਤਜਰਬਾ ਜੀ, ਤਾਂ ਪਿਛਲੀ ਵਾਰੀ ਵੀ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਬਾਘਾ ਪੁਰਾਣਾ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਸੀ ਜੀ। ਕੱਲ੍ਹ ਵਾਲਾ ਇਕੱਠ ਵੀ ਸੀ। ਔਰ ਕੱਲ੍ਹ ਵਾਲੇ ਇਕੱਠ ਦੇ ਵਿੱਚ ਜੇ ਆਪਾਂ ਇਕੱਠ ਤੋਂ ਦੇਖੀਏ ਤਾਂ ਇਕੱਠ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਪੂਰੀ ਤਰ੍ਹਾਂ ਜਿਹੜਾ ਹੈ ਤਸੱਲੀ ਬਖਸ਼ ਜੀ। ਇਕੱਠ ਬਹੁਤ ਸੀ। ਲੇਕਿਨ ਇਹਨੂੰ ਅਸੀਂ ਹੁਣ ਕਹੀਏ ਵੀ ਇਹ ਕਿਸਾਨ ਰੈਲੀ ਹੈ ਕਿ ਪੋਲੀਟੀਕਲ ਰੈਲੀ ਹੈ ਜੀ, ਉਹ ਤੁਸੀਂ ਭਾਸ਼ਣ ਦੇ ਨੁਕਤੇ ਦੇਖ ਲਓ ਜੀ। ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ,
ਧੰਨਵਾਦ ਕੀਤਾ ਪੰਜਾਬ ਦੇ ਕਿਸਾਨਾਂ ਦਾ ਅਰਵਿੰਦ ਕੇਜਰੀਵਾਲ ਨੇ ਜੀ ਕਿ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਔਰ ਇਹ ਅੰਦੋਲਨ ਹੁਣ ਦੇਸ਼ ਵਿਆਪੀ ਬਣ ਗਿਆ ਜੀ। ਇਹਦਾ ਸਿਹਰਾ ਕਿਹਨੂੰ ਜਾਂਦਾ? ਪੰਜਾਬ ਦੀ ਕਿਸਾਨ ਲੀਡਰਸ਼ਿਪ ਨੂੰ। ਅਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਗਿਆ ਸੀ ਗੁਜਰਾਤ 'ਚ ਜੀ, ਉੱਥੇ ਸੂਰਤ ਨਗਰ ਨਿਗਮ ਦੀ ਜਿਹੜੀ ਚੋਣ ਹੋਈ ਹੈ ਹਾਂਜੀ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੰਬਰ 1 ਤੇ ਰਹੀ ਹੈ, ਕਾਂਗਰਸ 0 ਹੋ ਗਈ ਜੀ, ਔਰ ਨੰਬਰ 2 ਦੇ ਉੱਤੇ ਜਿਹੜੀ ਹੈਗੀ ਵਧੀਆ ਪੋਜੀਸ਼ਨ ਆਈ ਹੈ ਆਮ ਆਦਮੀ ਪਾਰਟੀ ਦੀ। ਇਹ ਲੋਕਾਂ ਦਾ ਥੈਂਕਸ ਕਰਨ ਵਾਸਤੇ ਗਏ ਸੀ ਹਾਂ ਔਰ ਉਹ ਕਹਿੰਦੇ ਜਦੋਂ ਮੈਂ ਥੈਂਕਸ ਕਰਕੇ ਤੇ ਮੈਨੂੰ ਗੁਜਰਾਤ ਦੇ ਕਿਸਾਨ ਮਿਲੇ ਤੇ ਗੁਜਰਾਤ ਦੇ ਕਿਸਾਨਾਂ ਨੇ ਕਿਹਾ ਜੀ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਜੀ ਸਾਡੇ ਵੱਲੋਂ ਧੰਨਵਾਦ ਦਿਓ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਲਈ ਲੜਾਈ ਸ਼ੁਰੂ ਕੀਤੀ ਹੈ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੇ ਭਗਵੰਤ ਮਾਨ ਇਹ ਗੱਲ ਕਹਿ ਦਿੰਦਾ ਤਾਂ ਆਪਣੇ ਗੱਲ ਹਜਮ ਹੋ ਜਾਂਦੀ ਸੀ ਕਿਉਂਕਿ ਭਗਵੰਤ ਮਾਨ ਪੰਜਾਬ ਨੂੰ ਬਿਲੋਂਗ ਕਰਦਾ ਬਿਲਕੁਲ। ਜੇ ਬਲਜਿੰਦਰ ਕੌਰ ਇਹ ਗੱਲ ਕਹਿ ਦਿੰਦੀ ਤਾਂ ਆਪਾਂ ਮੰਨ ਲੈਂਦੇ ਤੇ ਆਪਾਂ ਮੰਨ ਲੈਂਦੇ ਬਲਜਿੰਦਰ ਕੌਰ ਪੰਜਾਬ ਨੂੰ, ਈਵਨ ਹਰਪਾਲ ਸਿੰਘ ਚੀਮਾ ਕਹਿ ਦਿੰਦਾ ਜਾਂ ਅਰੋੜਾ ਕਹਿ ਦਿੰਦਾ, ਅਮਨ ਅਰੋੜਾ ਜਾਂ ਉਹਦਾ ਦਾ ਜਿਹੜਾ ਹੈਗਾ ਤੁਹਾਡਾ ਇੰਚਾਰਜ ਹੈ ਜਰਨੈਲ ਸਿੰਘ ਉਹ ਕਹਿ ਦਿੰਦਾ, ਉਹ ਵੀ ਪੰਜਾਬ ਦਾ ਇੰਚਾਰਜ ਹੈ, ਗੁਰਸਿੱਖ ਹੈ। ਦੇਖੀ ਉਹਦਾ ਜਿਹੜਾ ਗੁਰਸਿੱਖ ਨਹੀਂ ਕਹਿ ਸਕਦੇ ਪਰ ਸਿੱਖ ਮਤਲਬ ਦਾ ਸਰੂਪ ਹੈ ਉਹ ਗੱਲ। ਹੁਣ ਜੇ ਕੇਜਰੀਵਾਲ ਨੂੰ ਦੇਖੀ, ਕੇਜਰੀਵਾਲ ਜੰਮ ਪਹਿਲਾਂ ਹਰਿਆਣੇ ਦਾ ਰਾਜ ਕਰਦਾ ਦਿੱਲੀ 'ਚ ਰਹਿੰਦਾ ਯੂਪੀ 'ਚ ਨੌਕਰੀ ਕਰਦਾ। ਇਹਨੂੰ ਗੁਜਰਾਤ ਦੇ ਕਿਸਾਨ ਕਹਿਣਗੇ ਕਿ ਤੂੰ ਪੰਜਾਬ ਦੇ ਕਿਸਾਨਾਂ ਨੂੰ ਕਹਿ ਦੀ ਸਾਡਾ ਧੰਨਵਾਦ। ਮੋਰਓਵਰ ਜਦੋਂ ਅਸੀਂ ਗੁਜਰਾਤ ਦੇ ਕਿਸਾਨਾਂ ਦੀ ਗੱਲ ਕਰਦੇ ਤੇ ਗੁਜਰਾਤ ਦੇ ਤੇ ਪੰਜਾਬ ਦੇ ਕਿਸਾਨਾਂ 'ਚ ਬਹੁਤਾ ਫਰਕ ਨਹੀਂ ਜੀ। ਪਹਿਲੀ ਗੱਲ ਤਾਂ ਕਿਸਾਨਾਂ ਦਾ ਸਾਰੇ ਦੇਸ਼ ਦੇ ਵਿੱਚ ਭਾਈਚਾਰਾ ਹੀ ਉਹਨਾਂ ਦਾ ਇੱਕੋ ਹੀ ਜਮਾਤ ਹੈ, ਉਹਨਾਂ ਦੇ ਕੋਲ ਹੋਰ ਕੁਝ ਹੈ ਹੀ ਨਹੀਂ ਜੀ। ਦੂਸਰਾ ਜੇ ਅਸੀਂ ਦੇਖੀਏ ਤਾਂ ਪੰਜਾਬ ਦੇ ਕਿਸਾਨਾਂ ਦੀ ਤੇ ਗੁਜਰਾਤ ਦੇ ਕਿਸਾਨਾਂ ਦੀ ਇੱਕ ਸਾਂਝ ਹੈ ਔਰ ਉਹ ਸਾਂਝ ਮੈਂ ਕਹੂੰਗਾ ਵੀ ਬਾਇਓਲੋਜੀਕਲ ਵੀ ਹੈ। ਬਾਇਓਲੋਜੀਕਲ ਸਾਂਝ ਕਿਵੇਂ ਹੈ ਜੀ? ਕਿਉਂਕਿ 1964-65 ਦੇ ਵਿੱਚ ਆਪਾਂ ਦੇਖਿਆ ਕਿ ਉਸ ਵੇਲੇ ਸਾਡੀ BSF ਬਹੁਤ ਮਜ਼ਬੂਤ ਨਹੀਂ ਸੀ ਹੁੰਦੀ ਜੀ। ਆਰਮੀ ਵੀ ਸਾਡੀ ਕੋਈ ਜ਼ਿਆਦਾ ਮਜ਼ਬੂਤ ਨਹੀਂ ਸੀ। ਆਰਮੀ ਨੂੰ ਮਜ਼ਬੂਤ ਕਰਨ ਦਾ ਮਾਮਲਾ ਤਾਂ ਸਾਡੇ ਸ਼ੁਰੂ ਹੋਇਆ 1962 ਦੀ ਹਾਰ ਤੋਂ ਬਾਅਦ ਜਿਹੜੀ ਅਸੀਂ ਚੀਨ ਦੇ ਨਾਲ ਲੜੀ ਸੀ। 65 ਦੀ ਜੰਗ ਹੁੰਦੀ ਹੈ, ਉਹਦੇ ਵਿੱਚ ਅਸੀਂ ਪਾਕਿਸਤਾਨ ਨੂੰ ਹਰਾ ਲਿਆ ਸੀ ਜੀ। ਲੇਕਿਨ 65 ਦੀ ਜੰਗ ਤੋਂ ਪਹਿਲਾਂ ਹੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਹੋਰਾਂ ਨੇ ਇਸ ਗੱਲ ਨੂੰ ਨੋਟ ਕੀਤਾ ਕਿ ਗੁਜਰਾਤ ਦਾ ਜਿਹੜਾ ਕੱਛ ਇਲਾਕਾ ਹੈ ਪਾਕਿਸਤਾਨ ਦੇ ਨਾਲ ਲੱਗਦਾ ਜੀ। ਪਾਕਿਸਤਾਨੀ ਧਾੜ ਵੀ ਆਉਂਦੇ, ਲੁੱਟਮਾਰ ਕਰਦੇ, ਸਾਡਾ ਮਾਲ ਅਸਵਾਬ ਲੈ ਜਾਂਦੇ, ਜ਼ਮੀਨ ਬੰਜਰ ਪਈ ਹੈ ਔਰ ਉਸ ਵੇਲੇ ਕਾਫੀ ਸਾਰੀ ਜ਼ਮੀਨ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਲਾਟ ਕਰਤੀ ਸੀ ਕਿ ਆਓ ਤੁਸੀਂ ਆ ਕੇ ਇਹਨਾਂ ਜ਼ਮੀਨਾਂ ਨੂੰ ਬਾਹੀਯੋਗ ਬਣਾਓ ਤੇ ਨਾਲ ਸਰਹੱਦ ਦੀ ਰਾਖੀ ਵੀ ਕਰੋ। ਆਪਣੇ ਲੋਕ ਉੱਥੇ ਗਏ, ਆਪਾਂ ਕਿੰਨੀਆਂ ਖਬਰਾਂ ਪੜ੍ਹ ਲਈਆਂ ਕਿ ਉਹ ਲੋਕ ਬੜੇ ਲੰਬੇ ਸਮੇਂ ਤੋਂ 65 ਤੋਂ ਉੱਥੇ ਬੈਠੇ, ਤੀਜੀ ਚੌਥੀ ਪੀੜ੍ਹੀ ਹੋ ਗਈ ਬਿਲਕੁਲ। ਤੇ ਉਹਨਾਂ ਲੋਕਾਂ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ ਕਦੋਂ? ਉਦੋਂ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ। ਉਹ ਅਦਾਲਤ 'ਚ ਗਏ, ਅਦਾਲਤ 'ਚੋਂ ਜਿੱਤ ਗਏ ਜੀ। ਜਿੱਤਣ ਦੇ ਬਾਵਜੂਦ ਅਦਾਲਤ 'ਚੋਂ ਹਾਈ ਕੋਰਟ 'ਚੋਂ ਜਿੱਤ ਗਏ ਤੇ ਮੋਦੀ ਸਾਹਿਬ ਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਅਪੀਲ ਪਾਤੀ, ਉਹ ਪੈਂਡਿੰਗ ਪਈ ਹੈ। ਜਦੋਂ ਉੱਥੇ ਉਹਨਾਂ ਨੂੰ ਕੁੱਟਮਾਰ ਹੁੰਦੀ ਹੈ, ਕਿਸਾਨਾਂ ਦੇ ਪਰਚੇ ਹੁੰਦੇ ਆ, ਉਹਨਾਂ ਦੀਆਂ ਜ਼ਮੀਨਾਂ ਨੂੰ ਉਜਾੜਨ ਦਾ ਯਤਨ ਕੀਤਾ ਜਾਂਦਾ, ਫਸਲਾਂ ਨੂੰ, ਉਸ ਵੇਲੇ ਪੰਜਾਬ ਵੱਲ ਮੂੰਹ ਕਰਦੇ। ਪੰਜਾਬ ਦੇ ਵਿੱਚ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਵਿਚਾਰੇ ਆਉਂਦੇ। ਤੁਹਾਡੇ ਯਾਦ ਹੋਣਾ ਇੱਕ ਵਾਰੀ ਜਗਰਾਉਂ ਆਏ ਸੀ ਮਿਸਟਰ ਅਰਵਿੰਦ ਕੇਜਰੀਵਾਲ, ਆਪਣੇ ਨਰਿੰਦਰ ਮੋਦੀ ਸਾਹਿਬ ਜੀ। ਔਰ ਉਦੋਂ ਗੁਜਰਾਤ ਦੇ ਪੰਜਾਬੀ ਕਿਸਾਨ, ਹਰਿਆਣਵੀ ਕਿਸਾਨ ਆ ਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਸੀ ਜੀ ਕਿ ਸਾਡੇ ਹੱਕ 'ਚ ਹਾਂ ਦਾ ਨਾਰਾ ਮਾਰੋ ਔਰ ਉਹਨਾਂ ਨੇ ਕਿਹਾ ਵੀ ਤੇ ਮੋਦੀ ਸਾਹਿਬ ਨੇ ਕਹਿਤਾ ਸੀ ਕੋਈ ਗੱਲ ਨਹੀਂ, ਠੀਕ ਹੈ, ਕੋਈ ਉਜਾੜੂਗਾ ਨਹੀਂ, ਲੇਕਿਨ ਉਜਾੜੇ ਦੀ ਤਲਵਾਰ ਉਹਨਾਂ ਦੇ ਸਿਰ ਤੇ ਲਟਕ ਰਹੀ ਹੈ ਜੀ। ਸੋ ਆਪਾਂ ਹੁਣ ਇਹ ਕਿਵੇਂ ਕਹਿ ਦਈਏ ਕਿ ਉਹਨਾਂ ਗੁਜਰਾਤ ਦੇ ਕਿਸਾਨ ਜਿਨ੍ਹਾਂ ਦਾ ਪੰਜਾਬ ਦੇ ਕਿਸਾਨਾਂ ਨਾਲ ਸਿੱਧਾ ਤਾਲਮੇਲ ਆ, ਉਹ ਸੁਨੇਹਾ ਭੇਜਣਗੇ ਵਧਾਈ ਦਾ ਇਹਨਾਂ ਰਾਹੀਂ। ਫਿਰ ਅਗਲੀ ਗੱਲ ਜੀ, ਉਹ ਕਹਿੰਦੇ ਜੀ ਵੀ ਮੈਂ ਬੀਬੀ ਮਮਤਾ ਬੈਨਰਜੀ ਨੂੰ ਵੀ ਫੋਨ ਕੀਤਾ ਸੀ ਤੇ ਮਮਤਾ ਬੈਨਰਜੀ ਨੇ ਕਿਹਾ ਤੁਸੀਂ ਪੰਜਾਬ ਚੱਲਿਓ, ਮੇਰੇ ਵੱਲੋਂ ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਕਰਦੇ ਹੋ। ਅੱਛਾ, ਉਹਨਾਂ ਦਾ ਵੀ ਕਰਦੇ ਹੋ? ਉਹਨਾਂ ਦਾ ਕਹਿੰਦੇ ਮੈਂ ਉਹ ਵੀ ਕਰਦਾ ਤੇ ਪੰਜਾਬ ਦੇ ਕਿਸਾਨ ਤਾਂ ਮਮਤਾ ਬੈਨਰਜੀ ਦੇ ਘਰੇ ਬੈਠੇ ਆ, ਜਿਨ੍ਹਾਂ ਨੂੰ ਸੁਨੇਹਾ ਦੇਣਾ, ਜਿਨ੍ਹਾਂ ਨੂੰ ਤਾਂ ਸਾਰੀ ਲੀਡਰਸ਼ਿਪ ਕਲਕੱਤੇ ਹੈ, ਉਹ ਤਾਂ ਉੱਥੇ ਜਾ ਕੇ ਕਹਿੰਦੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਵੋਟ ਨਾ ਪਾਓ। ਉਹਨਾਂ ਨੇ ਹਾਲੇ ਇਹ ਨਹੀਂ ਕਿਹਾ ਕਿ ਮਮਤਾ ਬੈਨਰਜੀ ਨੂੰ ਪਾਓ, ਜਦੋਂ ਕਹਿੰਦੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਵੋਟਾਂ ਨਾ ਪਾਓ ਤਾਂ ਪੈਣਗੀਆਂ ਕਿਹਨੂੰ? ਇਹਨਾਂ ਨੂੰ ਪੈਣਗੀਆਂ। ਉਹ ਹਾਰਦੀ ਕਾਂਗਰਸ ਨੂੰ ਜਾਂ ਆਪਣੇ ਲੈਫਟ ਵਾਲਿਆਂ ਨੂੰ ਨਹੀਂ ਪੈਣਗੀਆਂ, ਉਹ ਤਾਂ ਪੈਣਗੀਆਂ ਹੀ ਮਮਤਾ ਬੈਨਰਜੀ ਨੂੰ ਹੈ ਜੀ। ਸੋ ਇੱਥੋਂ ਇਹ ਲੱਗਦੀ ਹੈ ਕਿ ਗੰਭੀਰਤਾ ਕਿੰਨੀ ਕੁ ਹੈ ਇਹਦੇ 'ਚ, ਇਹ ਦੇਖੀ ਕਿ ਸੱਚਾਈ ਕਿੰਨੀ, ਜੁਮਲਾ ਹੀ ਆ ਇਹ ਵੀ ਇਹਨੂੰ ਜੁਮਲਾ ਹੀ ਕਹਾਂਗੇ ਆਪਾਂ, ਹੋਰ ਤੋਂ ਵੱਧ ਨਹੀਂ। ਰਹੀ ਗੱਲ ਅਗਲੀ ਲੈ ਲਓ ਤੁਸੀਂ, ਉੱਥੇ ਉਹਨਾਂ ਨੇ ਭਾਸ਼ਣ ਦਿੱਤਾ ਕਿ ਵੋਟਾਂ ਪਾ ਦਿਓ। ਅੱਛਾ ਜੀ, ਸਾਨੂੰ ਵੋਟਾਂ ਪਾ ਦਿਓ, ਸਰਕਾਰ ਬਣਾ ਦਿਓ ਤੇ ਦਿੱਲੀ ਵਰਗੇ ਤੁਹਾਨੂੰ ਮਤਲਬ ਜਿਹੜੇ ਹੈਗੇ ਲਹਿਟੇ ਦੇ ਦਿਆਂਗੇ। ਅੱਛਾ,
ਦਿੱਲੀ ਦੇ ਵਿੱਚ ਕਹਿੰਦੇ ਜੀ ਬਿਜਲੀ ਕਿੰਨੀ ਮਹਿੰਗੀ ਸੀ, ਅਸੀਂ ਮੁਫਤ ਕਰਤੀ, ਤੁਹਾਨੂੰ ਵੀ ਮੁਫਤ ਕਰ ਦਿਆਂਗੇ, ਬਹੁਤ ਵਧੀਆ ਗੱਲ ਹੈ, ਸਾਰਾ ਕੁਝ ਕਰ ਦਿਆਂਗੇ। ਬੀਬੀ ਬਲਜਿੰਦਰ ਕੌਰ ਬੋਲ ਪਈ ਫਿਰ ਵੀ ਜੀ 2022 ਦੇ ਵਿੱਚ ਤੁਸੀਂ ਬਣਾ ਦਿਓ ਸਾਡੀ ਸਰਕਾਰ, ਤੇ 24 ਦੇ ਵਿੱਚ ਅਸੀਂ ਇਹਨਾਂ ਨੂੰ ਬਣਾ ਦਾਂਗੇ ਪ੍ਰਧਾਨ ਮੰਤਰੀ, ਕੇਜਰੀਵਾਲ ਸਾਹਿਬ ਨੂੰ। ਸੋ ਕੁੱਲ ਮਿਲਾ ਕੇ ਮੇਰੀ ਸਮਝ ਇਹ ਹੈ ਕਿ ਕਿਹਾ ਤਾਂ ਇਹ ਗਿਆ ਕਿ ਅਸੀਂ ਕਿਸਾਨ ਰੈਲੀ ਕਰਦੇ ਜੀ, ਅਸਲ ਦੇ ਵਿੱਚ ਇਹ ਕਿਸਾਨ ਰੈਲੀ ਨਹੀਂ, ਇਹਨੂੰ ਅਸੀਂ ਕਹਾਂਗੇ ਪੋਲੀਟੀਕਲ ਰੈਲੀ। ਪੋਲੀਟੀਕਲ ਰੈਲੀ। ਇਸ ਪੋਲੀਟੀਕਲ ਰੈਲੀ ਦੇ ਵਿੱਚ ਅਕਾਲੀ ਦਲ ਨੂੰ ਤੇ ਕਾਂਗਰਸ ਦੇ ਉੱਤੇ ਪੂਰੇ ਹਮਲੇ ਹੋਏ ਜੀ, ਕਿਸਾਨਾਂ ਦੀ ਗੱਲ ਘੱਟ ਕੀਤੀ ਹੈ, ਦੋਨਾਂ ਦੀ ਗੱਲ ਹੋਤੀ ਹੈ, ਤੇ ਨਾਲ ਤੀਜੇ ਅਲਟਰਨੇਟ ਦੀ ਵੀ ਗੱਲ ਕੀਤੀ ਹੈ ਕਿ ਪੰਜਾਬ ਨੂੰ ਤੀਜੇ ਬਦਲ ਦੀ ਲੋੜ ਹੈ। ਤੇ ਤੀਜਾ ਬਦਲ ਕੌਣ ਹੈ? ਉਹ ਕਹਿੰਦੇ ਜੀ ਤੀਜਾ ਬਦਲ ਅਸੀਂ ਹੈ, ਸਾਨੂੰ ਤੁਸੀਂ ਵੋਟਾਂ ਪਾਓ, ਵੋਟਾਂ ਮੰਗਦੇ। ਸੋ ਗੱਲ ਕੀ ਹੈ ਦਾਨੇਵਾਲ ਸਾਹਿਬ, ਚਾਹੇ ਕਾਂਗਰਸੀ ਪਾਰਟੀ ਦੀ ਗੱਲ ਕਰ ਲਈ ਆਪਾਂ, ਚਾਹੇ ਭਾਰਤੀ ਜਨਤਾ ਪਾਰਟੀ ਦੀ ਕਰ ਲਈ, ਕਿਸੇ ਵੀ ਪੋਲੀਟੀਕਲ ਪਾਰਟੀ ਦੀ ਗੱਲ ਕਰੋ, ਰਾਜਸੀ ਪਾਰਟੀਆਂ ਦੇ ਕੋਲੇ ਸਵਾਏ ਰਾਜਨੀਤਿਕ ਰੋਟੀਆਂ ਸੇਕਣ ਦੇ ਹੋਰ ਕੱਖ ਨਹੀਂ ਹੈ, ਕੁਝ ਨਹੀਂ ਹੈਗਾ। ਇਹਦਾ ਚੁੱਲ੍ਹੇ 'ਚ ਤਾਂ ਲੋਕਾਂ ਨੂੰ ਹੀ ਡਾਉਂਦੇ ਫਿਰ ਲੱਕੜਾਂ ਜੋ ਹੈ ਇਹਦੇ 'ਚ ਜੇ ਆਪਾਂ ਕਹਿ ਦਈਏ ਉਹਨੂੰ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਕਹਿਤਾ, ਸੌਰੀ ਪ੍ਰੈਸ ਕਾਨਫਰੰਸ ਵੀ ਕਹਿਤਾ, ਵਿਧਾਨ ਸਭਾ 'ਚ ਵੀ ਕਹਿ ਦਿੱਤਾ ਕਿ ਜੀ ਮੈਂ ਤਾਂ ਕਿਸਾਨਾਂ ਦੇ ਨਾਲ, ਕਿਸਾਨਾਂ ਦੇ ਨਾਲ ਖੜਾਂਗੇ, 3 ਕਾਨੂੰਨ ਜਿੰਨੀ ਦੇਰ ਰੱਦ ਨਹੀਂ ਹੁੰਦੇ ਅਸੀਂ ਨਾਲ ਆ। ਇਹੀ ਗੱਲ ਕੇਜਰੀਵਾਲ ਕਹਿ ਦਿੰਦਾ, ਇਹੀ ਗੱਲ ਸੁਖਬੀਰ ਸਿੰਘ ਬਾਦਲ ਕਹਿ ਦਿੰਦਾ। ਕੱਲ ਅਸੀਂ ਕਿਸੇ ਥਾਂ ਤੇ ਗਏ ਸਾਂ, ਥਾਂ ਕੀ ਸੀ? ਮਲਕੀਤ ਸਿੰਘ ਗੰਗਾ ਆਪਣਾ ਮਿੱਤਰ ਹੈ ਜੀ, ਉਹਦੇ ਭਰਾ ਦਾ ਭੋਗ ਸੀ, ਉੱਥੇ ਪੋਲੀਟੀਕਲ ਬੰਦੇ ਕਾਫੀ ਆਏ ਹੋਏ ਸੀ, ਉੱਥੇ ਗੱਲਾਂ ਚੱਲ ਪਈਆਂ ਵੀ ਕਿਹੜੀਆਂ ਕੀ ਹੈ ਜੀ, ਤਾਂ ਉੱਥੇ ਇੱਕ ਗੱਲ ਚੱਲੀ ਕਿ ਕਿਹੜੀ ਰਾਜਸੀ ਪਾਰਟੀ ਨੇ ਗਲਤੀ ਕੀਤੀ ਹੈ। ਮੈਂ ਹੁਣ ਇੱਕ ਸੱਜਣ ਦਾ ਨਾਂ ਨਹੀਂ ਲੈਣਾ ਚਾਹੂੰਗਾ ਕਿਉਂਕਿ ਰਾਜਨੀਤਿਕ ਤੌਰ ਤੇ ਕਈ ਵਾਰੀ ਕੋਈ ਨਫਾ ਨੁਕਸਾਨ ਹੋ ਜਾਂਦਾ। ਹਾਂ, ਉੱਥੇ ਗੱਲਾਂ ਚੱਲਦਿਆਂ ਤੇ ਇੱਕ ਸੱਜਣ ਨੇ ਗੱਲ ਕੀਤੀ, ਦੁਸ਼ਯੰਤ ਚੌਟਾਲਾ ਦੀ ਗੱਲ ਚੱਲ ਪਈ ਕਿ ਦੁਸ਼ਯੰਤ ਚੌਟਾਲਾ ਜਿਹੜਾ ਹੈਗਾ ਉਹ ਗੱਦੀ ਨਾਲ ਕਿਉਂ ਚੁੰਬੜਿਆ ਬੈਠਾ ਹੈ। ਇਹ ਚੌਧਰੀ ਦੇਵੀ ਲਾਲ ਦਾ ਪੜਪੋਤਾ ਹੈ ਜੀ, ਤੇ ਚੌਧਰੀ ਦੇਵੀ ਲਾਲ ਤਾਂ ਕਿਸਾਨਾਂ ਦਾ ਮਸੀਹਾ ਕਹਾਉਂਦਾ ਸੀ। ਇੱਕ ਸੱਜਣ ਜਿਹੜੇ ਹੈਗੇ ਉੱਥੇ ਬੈਠੇ ਬੈਠੇ ਕਹਿੰਦੇ ਜੀ ਮੇਰੀ ਸੁਣੋ ਗੱਲ, 2 ਬੰਦਿਆਂ ਤੋਂ ਜ਼ਿੰਦਗੀ 'ਚ ਗ੍ਰੇਟ ਮਿਸਟੇਕ ਹੋਈ ਹੈ ਜੀ, ਮਹਾਨ ਗਲਤੀ ਹੋਈ ਹੈ। ਕਿਹੜੀ? ਕਹਿੰਦੇ ਵੀ ਜੇ ਪਹਿਲੇ ਦਿਨ ਜਦੋਂ ਇਹ ਕਾਨੂੰਨ ਆਏ ਹੈ ਦੁਸ਼ਯੰਤ ਸਿੰਘ ਚੌਟਾਲਾ ਅਸਤੀਫਾ ਦੇ ਦਿੰਦਾ ਤਾਂ ਉਹਨੇ ਬਣਨਾ ਸੀ ਚੌਧਰੀ ਦੇਵੀ ਲਾਲ, ਤੇ ਜਿੱਦੇ ਇਹ 3 ਆਰਡੀਨੈਂਸ ਆਏ ਹੈ ਜੀ, ਉਸ ਦਿਨ ਬੀਬੀ ਹਰਸਿਮਰਤ ਕੌਰ ਬਾਦਲ ਦਿੰਦੀ ਅਸਤੀਫਾ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਕਰਦਾ ਐਲਾਨ ਕਿ ਅਸੀਂ ਭਾਰਤੀ ਜਨਤਾ ਪਾਰਟੀ ਤੇ ਐਨਡੀਏ ਨਾਲੋਂ ਨਾਤਾ ਤੋੜਦੇ ਆ ਵੱਖਰੇ ਨੇ। ਇਹ ਬਣਦਾ ਪੰਜਾਬ ਦਾ ਪ੍ਰਕਾਸ਼ ਸਿੰਘ ਬਾਦਲ। ਬਿਲਕੁਲ ਠੀਕ ਹੈ, ਇਹ 2 ਗਲਤੀਆਂ ਹੋ ਗਈਆਂ। ਹੁਣ ਇਹ ਹੈ ਕਿ ਜੇ ਆਪਾਂ ਕਹੀ ਅੱਜ ਬਾਦਲ ਪਰਿਵਾਰ ਨਹੀਂ ਕਹਿੰਦਾ, ਉਹ ਵੀ ਕਹਿ ਰਿਹਾ, ਬੀਬੀ ਵੀ ਕਹਿ ਰਹੀ ਹੈ, ਸੁਖਬੀਰ ਸਿੰਘ ਬਾਦਲ ਵੀ ਕਹਿ ਰਹੇ, ਸਾਰੇ ਕਹਿ ਰਹੇ ਕਿ ਅਸੀਂ ਕਿਸਾਨਾਂ ਦੇ ਨਾਲ ਹੈਗੇ। ਉਹ ਹੁਣ ਕਿਸਾਨਾਂ ਦੇ ਨਾਲ ਤਾਂ ਸਾਰੇ ਕਹਿੰਦੇ ਆ, ਪਰ ਕਹਿੰਦੇ ਕਦੋਂ ਤੱਕ ਆ? ਉਦੋਂ ਤੱਕ ਜਿੰਨੀ ਦੇਰ ਕਿਸਾਨਾਂ ਦਾ ਅੰਦੋਲਨ ਸਿਰੇ ਤੇ ਹੈ। ਜੇ ਕੱਲ ਨੂੰ ਕਿਸਾਨਾਂ ਦਾ ਅੰਦੋਲਨ ਟੁੱਟ ਜਾਂਦਾ ਉਦੋਂ ਦੇਖਾਂਗੇ ਕਿਸਾਨਾਂ ਦੇ ਨਾਲ ਖੜਦੇ ਆ। ਜੇ ਆਪਾਂ ਕੇਜਰੀਵਾਲ ਨੂੰ ਦੇਖੀ ਤਾਂ ਕੇਜਰੀਵਾਲ, ਤੁਸੀਂ ਦੇਖੋ ਜਿਹੜਾ ਕੇਜਰੀਵਾਲ ਸੈਕੂਲਰਿਜ਼ਮ ਦੀ ਗੱਲ ਕਰਦਾ ਸੀ, ਜਦੋਂ ਉਹਨੇ ਆਪਣੇ ਸ਼ਾਹੀ ਇਮਾਮ ਨੇ ਕਿਹਾ ਸੀ ਆਪਣਾ ਕੀ ਕੀਤਾ, ਫਤਵਾ ਜਾਰੀ ਕੀਤਾ, ਕਹਿੰਦਾ ਮੈਂ ਨਹੀਂ ਲੈਣਾ, ਇਹਨੇ ਕਿਹਾ ਸੀ ਜੀ ਮੈਂ ਤਾਂ ਇੱਕ ਸੈਕੂਲਰ ਹਾਂ। ਤੇ ਉਹੀ ਕੇਜਰੀਵਾਲ ਜਦੋਂ ਤੁਹਾਡੇ ਤਬਲੀਗੀ ਜਮਾਤ ਵਾਲੇ ਤੇ ਕੁੱਟ ਪੈਂਦੀ ਸੀਗੀ, ਉਦੋਂ ਕਹਿੰਦਾ ਸੀ ਜੀ ਇੱਥੇ ਆਪਣਾ ਆਗੇ ਕਰੋਨਾ ਫੈਲਾਉਣ ਵਾਸਤੇ ਆ ਗਏ। ਜਦੋਂ ਦਿੱਲੀ ਦੇ ਵਿੱਚ ਮੁਸਲਮਾਨਾਂ ਦਾ ਬੁਰਾ ਹਾਲ ਹੋਇਆ ਸੀਗਾ, ਹਿੰਸਕ ਘਟਨਾਵਾਂ ਹੋਈਆਂ, ਉਹਨਾਂ ਦੇ ਲੋਕ ਮਾਰੇ ਗਏ ਜੀ, ਔਰ ਉਸ ਵੇਲੇ ਜਿਹੜੀ ਹੈਗੀ ਉਹਨਾਂ ਨੇ ਕਿਸੇ ਨੇ ਹਾਦਾ ਨਾਰਾ ਨਹੀਂ ਮਾਰਿਆ। ਜਦੋਂ ਉਹਨਾਂ ਦੇ ਖਿਲਾਫ ਤਕੜੇ ਵਕੀਲ ਕਰਨੇ ਸੀ, ਜੋ ਨਰਿੰਦਰ ਮੋਦੀ ਦੀ ਸਰਕਾਰ ਨੇ ਕਹਿਤਾ, ਗ੍ਰਹਿ ਵਿਭਾਗ ਨੇ ਕਹਿ ਦਿੱਤਾ, ਉਹਦੀ ਪ੍ਰਵਾਨਗੀ ਦੇ ਦਿੱਤੀ ਜੀ। ਜਿਹੜੀ ਹੈਗੀ ਕਨਈਆ ਕੁਮਾਰ, ਉਮਰ ਖਾਲਦ ਵਗੈਰਾ, JNU ਦੇ ਜਿਹੜੇ ਲੜਕਿਆਂ ਦੇ ਹੱਕ ਦੇ ਵਿੱਚ ਜਾ ਕੇ ਉੱਥੇ ਬੋਲਦੇ ਹੁੰਦੇ ਸੀ, ਬਾਅਦ ਦੇ ਵਿੱਚ ਦੇਸ਼ ਧਰੋਹੀ ਦਾ ਪਰਚਾ ਆਪਣਾ ਕੇਸ ਚਲਾਉਣ ਵਾਸਤੇ ਉਹਨਾਂ ਨੂੰ ਪ੍ਰਵਾਨਗੀ ਵੀ ਦੇ ਦਿੱਤੀ। ਸੋ ਪੋਲੀਟੀਕਲ ਗੱਲਾਂ ਹੋਰ ਹੁੰਦੀਆਂ ਤੇ ਅਸਲੀਅਤ ਹੋਰ ਹੁੰਦੀ ਹੈ। ਅਸਲ ਦੇ ਵਿੱਚ ਵੀ ਕੁੱਲ ਮਿਲਾ ਕੇ ਕਰਨਾ ਰਾਜਪਾਲ ਜਦੋਂ ਕੁਰਸੀ ਤੇ ਬੈਠੇ ਨੇ ਉਦੋਂ ਗੱਲਾਂ ਹੋਰ ਹੁੰਦੀਆਂ, ਉਦੋਂ ਇਹ ਨਕਸਲੀ ਹੁੰਦੇ ਨੇ, ਹੁਣ ਦੇਸ਼ ਬਿਲਕੁਲ ਦੇਸ਼ ਭਗਤ ਨੇ ਬਿਲਕੁਲ। ਤੇ ਢਿੱਲੋਂ ਸਾਹਿਬ ਆਪਾਂ ਹੁਣ ਅੱਗੇ ਚੱਲੀਏ ਤਾਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈ, 2 ਨਿਹੰਗ ਸਿੰਘਾਂ ਦਾ ਮੁਕਾਬਲਾ ਹੋਇਆ। ਇਹਦੀ ਜੁਡੀਸ਼ੀਅਲ ਨਹੀਂ ਮੈਜਿਸਟ੍ਰੇਟੀ ਆਪਾਂ ਫਰਕ ਕਹਿ ਦਈਏ, ਇੱਕ ਹੁੰਦੀ ਜੁਡੀਸ਼ੀਅਲ ਜਾਂਚ, ਇੱਕ ਹੁੰਦੀ ਮੈਜਿਸਟ੍ਰੇਟੀ, ਉਹਦਾ ਹੋਣੀ ਹੈ, ਤੁਰੰਤ ਕਿਹਾ ਗਿਆ। ਕੀ ਕਹੋਗੇ ਇਸ ਸਾਰੇ ਮਾਮਲੇ ਤੇ? ਦੇਖੋ, ਸੁਪਰੀਮ ਕੋਰਟ ਦੀਆਂ ਹਦਾਇਤਾਂ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀਆਂ ਹਦਾਇਤਾਂ ਕਿ ਕਸਟਡੀ ਦੇ ਵਿੱਚ ਕਿਸੇ ਬੰਦੇ ਦੀ ਮੌਤ ਹੁੰਦੀ ਹੈ ਜੀ ਜਾਂ ਮੁਕਾਬਲੇ ਦੇ ਵਿੱਚ ਮੌਤ ਹੁੰਦੀ ਹੈ, ਉਸ ਮੌਤ ਦੀ ਮੈਜਿਸਟਰੀਅਲ ਪ੍ਰੋਬ ਹੋਣੀ ਹੈ। ਜੁਡੀਸ਼ੀਅਲ ਪ੍ਰੋਬ ਜਾਂ ਜੁਡੀਸ਼ੀਅਲ ਇਨਕੁਆਇਰੀ ਉਹ ਹੁੰਦੀ ਹੈ ਜਿੱਥੇ ਕੋਈ ਜੁਡੀਸ਼ੀਅਲ ਅਫਸਰ ਪੜਤਾਲ ਕਰੇ ਜੀ। ਮੈਜਿਸਟਰੀਅਲ ਪ੍ਰੋਬ ਉਹ ਹੁੰਦੀ ਹੈ ਜਿੱਥੇ ਸਟੇਟ ਦੀ ਗਵਰਨਮੈਂਟ ਜਾਂ ਜ਼ਿਲ੍ਹੇ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਕਿਸੇ ਬੰਦੇ ਨੂੰ ਨਿਯੁਕਤ ਕਰਦਾ ਕਿ ਤੁਸੀਂ ਆਹ ਪੜਤਾਲ ਕਰੋ। ਤੁਹਾਡੇ ਯਾਦ ਹੋਣਾ ਦੁਸਹਿਰੇ ਦੇ ਮੌਕੇ ਤੇ ਅੰਮ੍ਰਿਤਸਰ ਇੱਕ ਹਾਦਸਾ ਹੋਇਆ ਸੀ ਜੀ, ਕਾਫੀ ਸਾਰੇ ਲੋਕ ਰੇਲ ਗੱਡੀ
ਦੁਸਹਿਰੇ ਵਾਲੇ ਦਿਨ ਰੇਲ ਗੱਡੀ ਥੱਲੇ ਆ ਮਾਰੇ ਗਏ ਸੀ। ਉਹਦੀ ਜਿਹੜੀ ਪੜਤਾਲ ਵਾਸਤੇ 45 ਅਫਸਰ ਲਾਇਆ ਸੀ ਜਲੰਧਰ ਡਿਵੀਜ਼ਨ ਦਾ ਕਮਿਸ਼ਨਰ, ਔਰ ਉਹ ਸੀ ਕਮਿਸ਼ਨਰ, ਪਰ ਉਹਨੂੰ ਵੀ ਮੈਜਿਸਟਰੀਅਲ ਜਾਂਚ ਹੀ ਕਿਹਾ ਗਿਆ। ਆਮ ਹਾਲਤਾਂ ਦੇ ਵਿੱਚ ਦੇਖੀਏ ਜਦੋਂ ਇਸ ਕਿਸਮ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉੱਥੇ ਮੈਜਿਸਟਰੀਅਲ ਜਾਂਚ ਦਾ ਮਤਲਬ ਹੁੰਦਾ SDM, ਜਾਂ ਮਤਲਬ ਹੈ ਵੀ ਉਹਦੇ ਰੁਤਬੇ ਦਾ ਕੋਈ ਆਫੀਸਰ ਉਹਦੀ ਪੜਤਾਲ ਕਰਦਾ ਹੈ। ਅਸਲ ਦੇ ਵਿੱਚ ਇਹ ਨਿਹੰਗਾ ਸਿੰਘਾਂ ਦੀ ਜਿਹੜੀ ਕਹਾਣੀ ਹੈ, ਇਹਦਾ ਬਹੁਤਾ ਜਿਹੜਾ ਤਾਲੁਕਾਤ ਪੰਜਾਬ ਨਾਲ ਨਹੀਂ ਹੈ ਜੀ। ਇਹਦੀ ਜਿਹੜੀ ਜੜ ਹੈ ਉਹ ਜਾਂਦੀ ਹੈ ਹਜੂਰ ਸਾਹਿਬ ਜੀ, ਨਾਂਦੇੜ ਸਾਹਿਬ। ਇਹ ਬੰਦੇ ਨਾਂਦੇੜ ਸਾਹਿਬ ਸੀ ਤੇ 11 ਮਾਰਚ ਦੀ ਸਵੇਰੇ 3 ਵਜੇ ਇਹਨਾਂ ਨੇ ਉੱਥੇ ਇੱਕ ਗੁਰਦੁਆਰਾ ਨਗੀਨਾ ਘਾਟ ਸਾਹਿਬ ਹੈ ਜੀ, ਹੈ ਉਹ ਨਗੀਨਾ ਘਾਟ ਸਾਹਿਬ ਦੇ ਉੱਤੇ ਬਾਬਾ ਸੰਤੋਖ ਸਿੰਘ ਜੀ ਜਿਹੜੇ ਉੱਥੇ ਦੇ ਜਥੇਦਾਰ ਜਾਂ ਉਹਨਾਂ ਦੇ ਮੁਖੀ ਹੈ ਉਹ ਸੀ, ਉਹਨਾਂ ਨੂੰ ਸਵੇਰੇ 3 ਵਜੇ ਕਹਿੰਦੇ ਜੀ ਕਤਲ ਕਰਤਾ ਜੀ। ਤੇਜ਼ ਧਾਰ ਹਥਿਆਰਾਂ ਦੇ ਨਾਲ ਜਿਹੜੇ ਹੈਗੇ ਉਹਨਾਂ ਦੇ ਜਿਸਮ ਦੇ ਕਾਫੀ ਸੱਟਾਂ ਲੱਗੀਆਂ, ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਉਹਨਾਂ ਦਾ ਕੋਈ ਉੱਥੇ ਸੀ ਸਾਥੀ ਜਾਂ ਉਹਨਾਂ ਦਾ ਸੇਵਾਦਾਰ ਜੀ, ਉਹ ਸੇਵਾਦਾਰ ਨੇ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਤੇ ਉੱਥੇ ਜਿਹੜਾ ਹੈਗਾ ਥਾਣਾ ਪੈਂਦਾ ਜੀ ਉਹਨਾਂ ਨੂੰ ਵਜ਼ੀਰਾਬਾਦ ਥਾਣੇ ਵਾਲਿਆਂ ਨੇ FIR ਦਰਜ ਕਰ ਲਈ। FIR ਦਰਜ ਕਰਨ ਤੋਂ ਬਾਅਦ ਉਹਨਾਂ ਨੇ ਜਿਹੜੀ ਹੈਗੀ ਉੱਥੇ ਦੇਖਿਆ ਕਿ ਇੱਥੇ ਬੰਦੇ ਰਹਿੰਦੇ ਕੌਣ ਸੀ, ਇਸ ਇਲਾਕੇ ਦੇ ਵਿੱਚ ਕਿਹੜੇ ਬੰਦੇ ਸੀ, ਤੇ 2 ਨਿਹੰਗ ਸਿੰਘਾਂ ਦਾ ਨਾਂ ਆ ਗਿਆ ਜੀ ਕਿ ਇਹ 2 ਨਿਹੰਗ ਸਿੰਘ ਸੀ। ਇਹ ਨਿਹੰਗ ਸਿੰਘ ਹੈਗੇ ਜੀ, ਇੱਕ ਦਾ ਨਾਂ ਗੁਰਦੇਵ ਸਿੰਘ ਤੇ ਦੂਜੇ ਦਾ ਨਾਂ ਮਹਿਤਾਬ ਸਿੰਘ ਜੀ। ਟੈਲੀਫੋਨ ਇਹਨਾਂ ਦੇ ਕੋਲੇ ਅੱਜ ਕੱਲ ਤੁਹਾਨੂੰ ਪਤਾ ਹਰ ਬੰਦੇ ਕੋਲੇ ਹੁੰਦਾ ਬਿਲਕੁਲ ਜੀ। ਔਰ ਜਦੋਂ ਉਹਨਾਂ ਦੀ ਟੈਲੀਫੋਨ ਲੋਕੇਸ਼ਨ ਦੇਖੀ ਉਹ ਪੰਜਾਬ ਚ ਆ ਗਈ, ਮਹਾਰਾਸ਼ਟਰ ਦੀ ਪੁਲਿਸ ਨੇ, ਤੇ ਉਹ ਪੰਜਾਬ ਚ ਆ ਗਈ ਤਰਨਤਾਰਨ ਜ਼ਿਲ੍ਹੇ ਚ। ਔਰ ਉਹਨਾਂ ਨੇ ਫੋਲੋ ਵੀ ਕੀਤਾ, ਉਹ ਆਏ ਵੀ ਆ ਕੇ ਉਹਨਾਂ ਨੇ ਇੱਥੇ ਟਰਾਈ ਕੀਤੀ ਇਹਨਾਂ ਨੂੰ ਲੱਭਣ ਦੀ, ਲੇਕਿਨ ਇਹ ਲੱਭੇ ਨਹੀਂ ਜੀ। ਫਿਰ ਉਹਨਾਂ ਦਾ ਜਿਹੜਾ ਤਾਲਮੇਲ ਹੈ ਉਹ 20 ਤਾਰੀਖ ਨੂੰ ਵਾਪਸ ਗਏ। ਉਹਨਾਂ ਨੇ ਜਿਹੜੀ ਲੋਕਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਲੋਕਲ ਪੁਲਿਸ ਨੂੰ ਸਾਰੀਆਂ ਇਨਪੁਟਸ ਦਿੱਤੀਆਂ ਕਿ ਸਾਡੇ ਕੋਲ ਆਹ ਕੁਛ ਹੈ, ਆਹ ਬੰਦਾ ਦੇ ਟੈਲੀਫੋਨ ਨੰਬਰ ਹੈ ਤੇ ਤੁਸੀਂ ਆਪਣੇ ਹਿਸਾਬ ਕਿਤਾਬ ਦੇ ਨਾਲ ਦੇਖੋ ਇਹਨਾਂ ਨੂੰ ਇਹ ਕਿੱਥੇ ਹੈ। ਔਰ ਇਹ ਬੀਤੀ ਰਾਤ ਜੀ, ਕੱਲ ਰਾਤ ਮਤਲਬ ਇਹਦੀ ਇਨਫੋਰਮੇਸ਼ਨ ਮਿਲ ਗਈ ਪੁਲਿਸ ਵਾਲਿਆਂ ਨੂੰ, ਜਿਹੜੀ ਹੈਗੇ ਤੁਹਾਡਾ ਤਰਨਤਾਰਨ ਦੀ ਨੂੰ, ਤੇ 2 ਪੁਲਿਸ ਖੇਮਕਰਨ ਥਾਣੇ ਦੀ ਪੁਲਿਸ ਹੋ ਗਈ ਜੀ, ਤੇ ਨਾਲ ਹੀ ਹੋ ਗਈ ਭਿੱਖੀਵਿੰਡ ਥਾਣੇ ਦੀ। ਖੇਮਕਰਨ ਤੇ ਬਲਟੋਹਾ ਜੀ, ਉਧਰ ਹੀ ਭਿੱਖੀਵਿੰਡ ਆ ਗਿਆ, ਉਧਰ ਹੀ ਸਾਰਾ ਕੁਝ ਖੇਮਕਰਨ ਤੇ ਬਲਟੋਹਾ ਦੋਨਾਂ ਥਾਣੇ ਦੇ ਮੁਖੀ ਆਪੋ ਆਪਣੀ ਫੋਰਸ ਲੈ ਕੇ ਪਹੁੰਚ ਗਏ। ਇਹ ਨਿਹੰਗਾ ਸਿੰਘਾਂ ਦੇ ਬਿਲਕੁਲ ਜਾ ਉੱਪਰ ਚੜੇ ਜੀ, ਔਰ ਇਹਨਾਂ ਥਾਣੇਦਾਰਾਂ ਨੇ ਉਹਨਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ। ਉਹਨਾਂ ਕੋਲੇ ਬਹੁਤੇ ਘਾਤਕ ਹਥਿਆਰ, ਮਾਰੂ ਹਥਿਆਰ ਹੈ ਨਹੀਂ ਸੀਗੇ, ਉਹ ਨਹੀਂ ਸੀ ਕੋਈ ਮਤਲਬ ਜਿਹੜਾ ਅਗਨ ਸ਼ਾਸਤਰ ਹੈ ਨਹੀਂ ਸੀਗੇ। ਉਹਨਾਂ ਨੇ ਜੀ ਇਹਨਾਂ ਨਾਲ ਮਤਲਬ ਵਿਰੋਧ ਕੀਤਾ। ਉਹ ਵਿਰੋਧ ਦੇ ਵਿੱਚ ਦੋਨਾਂ ਹੀ ਥਾਣੇਦਾਰਾਂ ਦੇ ਹੱਥਾਂ ਦੇ ਉੱਤੇ ਜਿਹੜੀਆਂ ਹੈਗੀਆਂ ਬਾਹਾਂ ਦੇ ਉੱਤੇ ਕਿਰਪਾਨਾਂ ਦੇ ਝੰਡ ਹੈ, ਔਰ ਜਿਹੜੀਆਂ ਜਿਹਨੂੰ ਕੀ ਕਹਿੰਦੇ ਨੇ ਆਪਾਂ ਨਸਾਂ ਨਾੜਾਂ ਵੱਢੀਆਂ ਗਈਆਂ ਦੋਨਾਂ ਦੀ, ਉਹ ਵੀ ਖਤਰਨਾਕ, ਉਹ ਖਤਰਨਾਕ ਨਾੜਾਂ ਵੱਢੀਆਂ ਗਈਆਂ। ਇੱਕ ਦਾ ਤਾਂ ਮੇਰਾ ਖਿਆਲ ਵੀ 3-4 ਘੰਟੇ ਲੱਗੇ ਉਹਦੇ ਆਪਰੇਸ਼ਨ ਹੋਣ ਤੇ, ਉਹਦੀ ਸਰਜਰੀ ਹੋਈ ਹੈ, ਕਹਿੰਦੇ ਦੋਨੋਂ ਹੁਣ ਆਊਟ ਆਫ ਡੇਂਜਰ ਹੈ, ਬਚਾ ਲਿਆ ਉਹਨਾਂ ਨੂੰ। ਉਹਨਾਂ ਦੇ ਜੋ ਦੋਨਾਂ ਦੇ ਸੱਟਾਂ ਬਚ ਗਏ ਤੇ ਫਿਰ ਪੁਲਿਸ ਹੀ ਹੁੰਦੀ ਹੈ। ਇਹ ਕਹਿੰਦੇ ਪੁਲਿਸ ਦਾ ਇਹ ਦਾਵਾ ਹੈ ਕਿ ਉਹ ਬੰਦੇ ਥਾਣੇਦਾਰਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਉੱਥੋਂ ਜਿਹੜੇ ਭੱਜ ਗਏ ਸੀ। ਫਿਰ ਉਹਨਾਂ ਦਾ ਪਿੱਛਾ ਕੀਤਾ ਤੇ ਪਿੱਛਾ ਕਰਦਿਆਂ ਜਿਹੜਾ ਪੁਲਿਸ ਨੇ ਡਿਫੈਂਸ ਦੇ ਵਿੱਚ ਗੋਲੀ ਚਲਾਈ। ਉਹ ਡਿਫੈਂਸ ਕਹਿੰਦੇ ਡਿਫੈਂਸ ਤਾਂ ਕੀ ਹੈ, ਫਿਰ ਤਾਂ ਗੁੱਸੇ ਦੀ ਗੱਲ ਹੈ। ਹਾਂ, ਉਹ ਗੋਲੀ ਦੇ ਵਿੱਚ ਦੋਨੋਂ ਨਿਹੰਗ ਸਿੰਘ ਮਾਰੇ ਗਏ। ਇਹ ਘਟਨਾ ਕਰਮ ਹੈ। ਹੁਣ ਇੱਕ ਅਸਲ ਦੇ ਵਿੱਚ ਇਹ ਕਿ ਨਿਹੰਗ ਸਿੰਘ ਜਦੋਂ ਇਹ ਪੰਥ ਸਾਜਾ ਸੀ, ਇਹਨੂੰ ਬੁੱਢਾ ਦਲ ਵੀ ਕਹਿ ਦਿੰਦੇ ਆ, ਉਦੋਂ ਨੂੰ ਅਸੀਂ ਕਹਾਂਗੇ ਵੀ ਇਹ ਸਿੱਖ ਭਾਈਚਾਰੇ ਦਾ ਹਰਾਵਲ ਦਸਤਾ ਸੀ, ਫੌਜੀ ਦਸਤਾ ਸੀ। ਪਰ ਹੌਲੀ ਹੌਲੀ ਇਹਦਾ ਰੂਪ ਬਦਲਦਾ ਗਿਆ। ਫਿਰ ਤਾਂ ਇੱਕ ਸਥਿਤੀ ਤਾਂ ਇਹ ਆ ਗਈ ਸੀ ਕਿ ਇਹ ਸਮਝਣ ਲੱਗੇ ਸੀ ਕਿ ਜਿਹੜੇ ਬੰਦੇ ਨੂੰ ਕੋਈ ਮਤਲਬ ਕੋਈ ਪੁੱਛਦਾ ਦੱਸਦਾ ਨਹੀਂ ਤੇ ਉਹਨੇ ਗਾਣਾ ਰਲ ਜਾਂਦਾ। ਕਈ ਕੁਛ ਉੱਥੇ ਮਾੜੇ ਐਲੀਮੈਂਟ ਵੀ ਇਹਨਾਂ ਦੇ ਵਿੱਚ ਆਉਣੇ ਸ਼ੁਰੂ ਹੋਏ। ਔਰ ਇਹਦਾ ਫਿਰ ਜਿਹੜਾ ਹੈਗਾ ਜ਼ਿਆਦਾਤਰ ਆਪਾਂ ਦੇਖੀ ਤੇ ਨਿਹੰਗਾ ਸਿੰਘਾਂ ਦਾ ਆਮ ਸਿੱਖ ਭਾਈਚਾਰੇ ਦੇ ਨਾਲੋਂ ਥੋੜਾ ਜਿਹਾ ਨਾਤਾ ਉਦੋਂ ਕਰੈਕ ਹੋ ਗਿਆ ਸੀ ਜਦੋਂ ਅਕਾਲ ਤਖਤ ਸਾਹਿਬ ਦੀ ਕਾਰ ਸੇਵਾ ਜਥਾ ਸੰਤਾ ਸਿੰਘ ਨੇ ਜਿਹੜਾ ਹੈਗਾ ਸਿੰਘਾਂ ਦਾ 96 ਕਰੋੜੀ ਇਹਨਾਂ ਦਾ ਜਥੇ ਦਾ ਮੁਖੀ ਹੁੰਦਾ ਸੀਗਾ, ਜਿੰਨੀ ਦੇ ਸੰਤਾ ਸਿੰਘ ਨੂੰ ਪੰਥ ਦੇ ਵਿੱਚੋਂ ਖਾਰਜ ਵੀ ਕਰਤਾ ਸੀ। ਔਰ ਸੰਤਾ ਸਿੰਘ ਦੀ ਜਦੋਂ ਫਿਰ ਤੁਹਾਨੂੰ ਵੀ ਪਤਾ ਹੀ ਉਹਨਾਂ ਦੀ ਮੌਤ ਹੋ ਗਈ ਸੀ, ਉਹ ਤੋਂ ਬਾਅਦ ਬਲਬੀਰ ਸਿੰਘ ਨੂੰ ਜਿਹੜੀ ਹੈ, ਬਲਬੀਰ ਸਿੰਘ ਨੂੰ ਜਿਉਂਦੇ ਜੀ ਕਹਿੰਦੇ ਪੱਗ ਦਿੱਤੀ ਸੀ। ਬਲਬੀਰ ਸਿੰਘ ਨੇ ਕਹਿੰਦਾ ਮੈਨੂੰ ਮੁਖੀ ਤਾਪਤਾ ਹਾਂ, ਔਰ ਉਹਨੂੰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦੇਤੀ ਸੀ, ਆਪਣੀ ਮਾਨਤਾ ਦੇਤੀ ਸੀ। ਪਰ ਨਿਹੰਗਾ ਸਿੰਘਾਂ ਦੇ ਵੀ ਕਈ ਗਰੁੱਪ ਹੈ, ਕਈ ਤਰ੍ਹਾਂ ਕਈ ਇਹਨਾਂ ਦੀਆਂ ਸ਼ਾਖਾਵਾਂ, ਇਹ ਨਹੀਂ ਪਤਾ ਵੀ ਇਹ ਕਿਹਦੇ ਨਾਲ ਹੈ। ਪਹਿਲਾਂ ਵੀ ਜੇ ਆਪਾਂ ਦੇਖੀਏ, ਆਪਾਂ ਇੱਕ ਖਬਰ ਡਿਸਕਸ ਵੀ ਕੀਤੀ ਸੀਗੀ ਬਗੀਚੀ ਦੇ ਵਿੱਚ, ਉੱਥੇ ਇਹ ਬਲਵੀਰ ਸਿੰਘ ਦਾ ਜਿਹੜਾ ਹੈਗਾ
ਬਾਪ ਭਰਾ ਭਤੀਜਾ 4 ਬੰਦੇ ਉੱਥੇ ਮਾਰੇ ਗਏ ਸੀ, ਪਰਿਵਾਰਕ ਮੈਂਬਰ ਮਾਰੇ ਗਏ ਸੀ। ਉਹ ਕੇਸ ਵੀ ਚੱਲਿਆ ਸੀ। ਹੁਣ ਵੀ ਉਹ ਬੰਦੇ ਜਿਹੜੇ ਕਹਿੰਦੇ ਵੀ ਪੈਰੋਲ ਤੇ ਆਏ ਹੋਏ ਸੀਗੇ, ਭੱਜਿਆ ਸੀ ਉਹਨਾਂ ਚੋਂ ਇੱਕ ਬੰਦਾ, ਤੇ ਉਹਨੇ ਫੇਰ ਬਲਵੀਰ ਸਿੰਘ ਨੂੰ ਕਤਲ ਕਰਨ ਦੀ ਇੱਕ ਸਾਜ਼ਿਸ਼ ਬਣਾਈ ਸੀ। ਦਿੱਲੀ ਦੇ ਆਪਰੇਸ਼ਨਲ ਗਰੁੱਪ ਹੈ ਜਿਹੜਾ ਉਹਨਾਂ ਨੇ ਉਹ ਫੜ ਲਏ। ਇਹ ਹੁਣ ਇੱਕ ਗੱਲ ਦੇਖਣ ਵਾਲੀ ਗੱਲ ਹੈ ਮੇਰੇ ਖਿਆਲ ਮੁਤਾਬਕ, ਵੀ ਸਿੱਖ ਚਿੰਤਕ ਹੈ ਜਿਹੜੇ ਸਿੱਖ ਬੁੱਧੀਜੀਵੀ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਦਲ ਕਿਸੇ ਵੇਲੇ ਹਰਾਵਲ ਦਸਤਾ ਹੁੰਦਾ ਸੀ ਸਿੱਖਾਂ ਦਾ, ਉਹਦੇ ਵਿੱਚ ਜਿਹੜੀ ਇਹ ਗਿਰਾਵਟ ਆਈ ਹੈ ਤੇ ਆਈ ਕਿਉਂ ਹੈ? ਆਮ ਤੌਰ ਤੇ ਤੁਸੀਂ ਦੇਖੋ, ਵੈਸੇ ਤਾਂ ਸਾਡੇ ਭਾਈਚਾਰੇ ਦੇ ਵਿੱਚ ਹੈ ਹੀ ਹੈ ਕਿ ਅਸੀਂ ਜਜ਼ਬਾਤੀ ਬਹੁਤ ਹਾਂ, ਪ੍ਰਵੋਕ ਬਹੁਤ ਛੇਤੀ। ਅਸੀਂ ਬਾਹਰ ਜੇ ਕੁਝ ਹੋ ਜਾਏ ਤਾਂ ਦਸਤਾਰ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਪਸ ਵਿੱਚ ਲੜਦੇ ਹਾਂ ਉਦੋਂ ਫਿਰ ਅਸੀਂ ਦਸਤਾਰਾਂ ਦੀ ਪਰਵਾਹ ਵੀ ਨਹੀਂ ਕਰਦੇ, ਦੂਜੇ ਦੀਆਂ ਦਸਤਾਰਾਂ ਲਾਉਣੀਆਂ। ਲੇਕਿਨ ਜੇ ਹੋਰ ਕਿਤੇ ਹੋ ਜਾਏ ਤਾਂ ਫਿਰ ਅਸੀਂ ਕਹਿੰਦੇ ਸਾਡੀ ਦਸਤਾਰ ਲਾਤੀ। ਇਹ ਚੀਜ਼ ਜਿਹੜੀ ਹੈ ਨਾ, ਕਿਉਂਕਿ ਮੈਂ ਜੇ ਆਪਾਂ ਦੇਖੀਏ ਦਾਨੇਵਾਲ ਸਾਹਿਬ, ਤੁਸੀਂ ਉਹ ਟਾਈਮ ਦੇਖੋ ਜਦੋਂ 1920 ਦੇ ਵਿੱਚ ਅਕਾਲੀ ਦਲ ਬਣਿਆ ਤੇ ਉਸ ਵੇਲੇ ਜਿਹੜੀ ਹੈਗੀ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ, ਜਿਹੜੀ ਉਸ ਵੇਲੇ ਦੀ ਆਪਣੀ ਸਿੱਖ ਲੀਡਰਸ਼ਿਪ ਸੀ, ਉਸ ਸਿੱਖ ਲੀਡਰਸ਼ਿਪ ਦੇ ਵਿੱਚ ਬੜੀ ਹਲੀਮੀ ਸੀ, ਉਹਨਾਂ ਦੇ ਵਿੱਚ ਬੜੀ ਗੰਭੀਰਤਾ ਸੀ। ਉਹ ਬੰਦੇ ਪੜ੍ਹੇ ਲਿਖੇ ਸੀ, ਉਹ ਸੋਚ ਵਿਚਾਰ ਕੇ ਫੈਸਲਾ ਕਰਦੇ ਸੀ, ਉਹ ਉਹਦੇ ਮਗਰ ਨਹੀਂ ਜਾਂਦੇ ਸੀ, ਉਹ ਫੋਕੀ ਸ਼ੋਹਰਤ ਦੇ ਭੁੱਖੇ ਨਹੀਂ ਸੀ, ਉਹ ਸੇਵਾ ਭਾਵਨਾ ਨਾਲ ਆਏ ਸੀ। ਤੇ ਉਹ ਸੇਵਾ ਭਾਵਨਾ ਦਾ ਨਤੀਜਾ ਹੀ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਕਾਮਯਾਬ ਹੋਈ। ਔਰ ਗੁਰਦੁਆਰਾ ਸੁਧਾਰ ਲਹਿਰ ਦੀ ਕਾਮਯਾਬੀ ਦੇ ਚੱਲਦਿਆਂ ਹੀ ਅਸੀਂ ਕਹਾਂਗੇ ਕਿ ਦੇਸ਼ ਦੀ ਆਜ਼ਾਦੀ ਦਾ ਮੁੱਢ ਵੱਜਿਆ ਸੀ। ਇਸ ਗੱਲ ਨੂੰ ਤਸਲੀਮ ਕੀਤਾ ਹੈ ਮਹਾਤਮਾ ਗਾਂਧੀ ਨੇ, ਜਦੋਂ ਮਹਾਤਮਾ ਗਾਂਧੀ ਨੇ ਚਾਬੀਆਂ ਦੇ ਮੋਰਚੇ ਵੇਲੇ ਟੈਲੀਗ੍ਰਾਮ ਭੇਜੀ ਸੀਗੀ ਬਾਬਾ ਖੜਕ ਸਿੰਘ ਹੋਰਾਂ ਨੂੰ ਕਿ ਆਜ਼ਾਦੀ ਦੀ ਲੜਾਈ ਦਾ ਪਹਿਲਾ ਜਿਹੜਾ ਹੈਗਾ ਪੜਾਅ ਆਪਾਂ ਪ੍ਰਾਪਤ ਕਰ ਲਏ। ਇਸ ਕਰਕੇ ਜਦੋਂ ਸਾਡੇ ਆਪਣੇ ਭਾਈਚਾਰੇ ਦੇ ਵਿੱਚ ਇਹ ਜਦੋਂ ਵਾਇਲੈਂਸ ਦੀਆਂ ਘਟਨਾਵਾਂ ਹੁੰਦੀਆਂ, ਉਹਦੇ ਨਾਲ ਜੋ ਮਰਜ਼ੀ ਕਹੀ ਜਾਏਗੀ ਅਸੀਂ ਬਹਾਦਰ ਹੁੰਦੇ ਹਾਂ, ਸੂਰਮੇ ਹੁੰਦੇ ਹਾਂ, ਲੇਕਿਨ ਅੱਜ ਦੀ ਜਿਹੜੀ ਦੁਨੀਆ ਉਹ ਬਹੁਤ ਛੋਟਾ ਜਿਹਾ ਪਿੰਡ ਬਣ ਗਈ ਹੈ, ਬਹੁਤ ਨੇੜੇ ਹੋ ਗਈ ਹੈ। ਇਹ ਵੇਖਦੇ ਵੀ ਆਪਸ ਵਿੱਚ ਲੜਦੇ, ਆਪਸ ਵਿੱਚ ਮਰਦੇ ਕਿਉਂ? ਹੁਣ ਇਹ ਨਿਹੰਗ ਸਿੰਘ ਚਾਹੇ ਅੱਜ ਹੁਣੇ ਮੁਕਾਬਲੇ 'ਚ ਮਾਰੇ ਗਏ, ਲੇਕਿਨ ਸੋਚਣ ਵਾਲੀ ਗੱਲ ਤਾਂ ਹੈ ਕਿ ਉੱਥੇ ਹਜੂਰ ਸਾਹਿਬ ਨਾਂਦੇੜ ਸਾਹਿਬ ਜਾ ਕੇ ਜੇ ਇੱਕ ਹੋਰ ਮਤਲਬ ਹੈ ਗੁਰੂ ਘਰ ਦੇ ਮਤਲਬ ਮੈਨੂੰ ਨਹੀਂ ਪਤਾ ਵੀ ਉਹਨਾਂ ਦੀ ਹਿਸਟਰੀ ਕੀ ਹੈ ਕੀ ਨਹੀਂ, ਲੇਕਿਨ ਜਿਹੜਾ ਬੰਦਾ ਗੁਰੂ ਘਰ ਹੈ, ਕਿਸੇ ਗੁਰੂ ਘਰ ਦੀ ਸੇਵਾ ਕਰਦਾ ਸੇਵਾਦਾਰ ਹੈ, ਉਹਨੂੰ ਤਾਂ ਆਪਾਂ ਉਸੇ ਰੂਪ ਦੇ ਵਿੱਚ ਹੀ ਦੇਖਦੇ ਹਾਂ। ਉਹਦੇ ਬਦਲ ਜਿਹੜਾ ਉਹਦਾ ਪਹਿਲਾ ਬਾਹਰਲਾ ਸਰੂਪ ਦੇਖਦੇ ਆਪਾਂ, ਉਹਦੇ ਅੰਦਰ ਕੀ ਹੈ ਇਹ ਤਾਂ ਕਿਸੇ ਨੂੰ ਨਹੀਂ ਪਤਾ ਹੁੰਦਾ। ਜੇ ਲੋਕ ਉਹਨਾਂ ਨੂੰ ਬਾਬਾ ਜੀ ਕਹਿੰਦੇ, ਛੋਟੀ ਉਮਰ ਵਾਲਿਆਂ ਨੂੰ ਵੀ ਬਾਬਾ ਜੀ ਆਪਾਂ ਇਸੇ ਕਰਕੇ ਕਹਿੰਦੇ। ਸੋ ਇਹ ਮਤਲਬ ਹੁਣ ਫਿਕਰਮੰਦਗੀ ਵਾਲੀ ਗੱਲ ਹੈ ਕਿ ਇਹ ਭਾਈਚਾਰੇ ਦੇ ਵਿੱਚ ਇਸ ਕਿਸਮ ਦੇ ਟਕਰਾਅ ਕਿਉਂ ਹੋਣ ਲੱਗ ਗਏ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਇਹ ਹੋਣੇ ਨਹੀਂ ਚਾਹੀਦੇ। ਪਰ ਇੱਕ ਫਿਕਰ ਵਾਲੀ ਗੱਲ ਹੋਰ ਢਿੱਲੋਂ ਸਾਹਿਬ ਪੰਜਾਬ ਦੇ ਵਿੱਚ ਬੜੀ ਚਰਚਾ ਦੀ ਹੈ, ਸੰਸਦੀ ਕਮੇਟੀ ਦੇ ਵਿੱਚ ਜਿਹੜੀ ਇੱਕ ਹੋਰ ਸਬ ਕਮੇਟੀ ਬਣੀ ਸੀ ਵਿਚਲੀ, ਜਿਹਨੂੰ ਆਪਾਂ ਕਹਿੰਦੇ ਆ ਜ਼ਰੂਰੀ ਵਾਸਤਾ ਸੋਧ ਕਾਨੂੰਨ, ਇਹਦੇ ਬਾਰੇ ਵੀ ਇੱਕ ਕਮੇਟੀ ਬਣੀ ਸੀ। ਹੁਣ ਇਹ ਕਮੇਟੀ ਦੀਆਂ ਕੁਝ ਜਿਹੜੀਆਂ ਨੇ ਸਿਫਾਰਸ਼ਾਂ ਨੇ ਉਹ ਲਾਗੂ ਹੋ ਰਹੀਆਂ ਨੇ। ਹੁਣ ਇਹ ਅਸਲ ਕਮੇਟੀ ਕੀ ਹੈ, ਇਹਦੀ ਅਸਲੀਅਤ ਕੀ ਹੈ ਤੇ ਚਰਚਾ 'ਚ ਕਿਉਂ ਆਈ ਹੈ? ਦੇਖੋ ਗੱਲ ਇਹ ਕਿ ਹਰ ਡਿਪਾਰਟਮੈਂਟ ਨਾਲ ਸੰਬੰਧਿਤ ਇੱਕ ਪਾਰਲੀਮੈਂਟਰੀ ਕਮੇਟੀ ਹੁੰਦੀ ਹੈ। ਇਹ ਪਾਰਲੀਮੈਂਟਰੀ ਕਮੇਟੀ ਜਿਹੜੀ ਹੈਗੀ ਹੈ ਦੇਸ਼ ਦੇ ਵਿੱਚ ਵੀ ਹੁੰਦੀ ਹੈ, ਕੌਮੀ ਪੱਧਰ ਤੇ ਪਾਰਲੀਮੈਂਟ ਦੇ ਵਿੱਚ ਵੀ ਹੁੰਦੀ ਹੈ ਔਰ ਵਿਧਾਨ ਸਭਾਵਾਂ ਦੇ ਵਿੱਚ ਵੀ ਹੁੰਦੀ ਹੈ। ਅਕਸਰ ਆਪਾਂ ਦੇਖਦੇ ਹੁੰਦੇ ਆ ਕਿ ਕਿਸੇ ਪੋਲੀਟੀਕਲ ਪਾਰਟੀ ਦੀ ਕਿੰਨੀ ਸਟਰੈਂਥ ਹੈ, ਉਸ ਸਟਰੈਂਥ ਦੇ ਆਧਾਰ ਦੇ ਉੱਤੇ ਉਹਨਾਂ ਦੇ ਕਿੰਨੇ ਮੈਂਬਰ ਪਾਏ ਜਾਂਦੇ ਹੈ। ਉਹਨਾਂ ਮੈਂਬਰਾਂ ਤੋਂ ਬਾਅਦ ਜਿਹੜੀਆਂ ਕਮੇਟੀਆਂ ਬਣਦੀਆਂ, ਪਾਰਟੀਆਂ ਦੇ ਜਿਹੜੇ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਲੀਡਰ ਹੁੰਦੇ ਆ, ਉਹਨਾਂ ਦੇ ਨਾਲ ਰਾਜ ਸਭਾ ਦਾ ਉਪ ਸਭਾਪਤੀ ਜਾਂ ਸਭਾਪਤੀ ਤੇ ਇਧਰ ਲੋਕ ਸਭਾ ਦੇ ਸਪੀਕਰ ਰਾਏ ਮਸ਼ਵਰਾ ਕਰਕੇ ਉਹ ਐਲਾਨ ਕਰ ਦਿੰਦੇ ਹੁੰਦੇ ਕਿ ਇਹ ਕਮੇਟੀ ਦੇ ਵਿੱਚ ਇੰਨੇ ਮੈਂਬਰ ਤੇ ਇਹਦੇ ਚ ਆ ਫਲਾਣੇ ਫਲਾਂ ਪਾਰਟੀ ਦੇ, ਫਲਾਣੇ ਫਲਾਂ ਪਾਰਟੀ ਦੇ, ਉਹ ਆ ਜਾਂਦੇ। ਉਹਨੂੰ ਅਸੀਂ ਕਹਾਂਗੇ ਮਿੰਨੀ ਪਾਰਲੀਮੈਂਟ। ਉਹ ਮਿੰਨੀ ਪਾਰਲੀਮੈਂਟ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਪਰਮਾਨੈਂਟ ਕਮੇਟੀ ਹੁੰਦੀ ਹੈ ਕਿ ਜਦੋਂ ਤੁਸੀਂ ਜਾਂ ਸਿਲੈਕਟ ਕਮੇਟੀ ਕਹਿ ਦਿੰਦੇ ਕਈ ਵਾਰੀ ਆਪਾਂ, ਸਿਲੈਕਟ ਕਮੇਟੀ ਕੋਲੇ ਜਿਹੜੀ ਚੀਜ਼ ਜਾਂਦੀ ਹੁੰਦੀ ਹੈ, ਜਦੋਂ ਜਾਂਦੇ ਵੀ ਆ ਲਓ ਜੀ ਇੱਕ ਸਿਲੈਕਟ ਕਮੇਟੀ ਬਣਾਤੀ, ਉਹਦੇ ਕੋਲੇ ਜਾਓ ਤੇ ਇਹਨੂੰ ਵਿਚਾਰ ਕਰੋ। ਇੱਕ ਪਰਮਾਨੈਂਟ ਕਮੇਟੀ ਹੈ, ਪਰਮਾਨੈਂਟ ਕਮੇਟੀ ਕੋਲੇ ਆ ਕੇ ਪੱਕੀਆਂ ਕਮੇਟੀਆਂ ਬਣੀਆਂ ਹੁੰਦੀਆਂ ਤੇ ਕਮੇਟੀਆਂ ਨੇ ਉੱਤੇ ਵਿਚਾਰ ਕਰਨਾ ਹੁੰਦਾ ਹੈ। ਇਹ ਅਸਲ ਦੇ ਵਿੱਚ ਜਿਹੜੇ ਤਿੰਨੇ ਕਾਨੂੰਨ ਹੈ, ਖੇਤੀਬਾੜੀ ਕਾਨੂੰਨ, 3 ਕਾਨੂੰਨ ਹੈ, ਇਹਨੂੰ ਮੁੱਖ ਤੌਰ ਤੇ ਆਪਾਂ ਕਹਾਂਗੇ। ਇੱਕ ਤਾਂ ਜਿਹੜਾ ਹੈਗਾ ਤੁਹਾਡਾ ਕੰਟਰੈਕਟ ਫਾਰਮਿੰਗ ਵਾਲਾ, ਦੂਸਰਾ ਤੁਹਾਡਾ ਆ ਗਿਆ ਸੀਗਾ ਕਿ ਜਿਹੜੀ ਉਹਨਾਂ ਨੂੰ ਕਹਿੰਦੇ ਸੀ ਜੀ ਅਸੀਂ ਰੇਟ ਵਗੈਰਾ ਤੈਅ ਕਰ ਰਹੇ ਹਾਂ, ਉਹ ਹੋ ਗਿਆ ਸੀ। ਜਿਹੜੀ ਤੀਸਰਾ ਜਿਹੜਾ ਹੈਗਾ ਸੀਗਾ ਉਹ ਐਸੈਂਸ਼ੀਅਲ ਸਰਵਿਸਿਜ਼ ਐਕਟ ਹੈ, ਜਿਹੜਾ ਜ਼ਰੂਰੀ ਵਸਤਾਂ ਵਾਲਾ ਐਕਟ। ਉਹ ਕਹਿੰਦੇ ਸੀ ਜੀ ਮਤਲਬ ਇਹ ਅਸਲ ਦੇ ਵਿੱਚ ਇਹ ਵੱਡੀ ਖੜੋਤ ਹੈ ਖੇਤੀਬਾੜੀ ਦੇ ਵਿੱਚ ਕਿ ਇਹ ਜਿਹੜੀ ਹੈ ਜ਼ਖੀਰੇਬਾਜ਼ੀ ਨਹੀਂ, ਕਹਿੰਦੇ ਵੀ ਇਹਨਾਂ ਨੂੰ ਜਮ੍ਹਾਂ ਹੋਣ ਦੇ ਤੇ ਜਮ੍ਹਾਖੋਰੀ ਕਰਨ ਤੇ ਪਾਬੰਦੀ ਲੱਗਦੀ ਹੈ ਤੇ ਉਹਨੂੰ ਮੁਕਤੀ ਦੇ ਦਿਓ ਤਾਂ ਕਿ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਉਹ ਆ ਜਾਣ ਤੇ ਉਹ ਆ ਕੇ ਇਸ ਕਾਰੋਬਾਰ ਨੂੰ ਸੰਭਾਲਣ ਪ੍ਰਾਈਵੇਟ ਹੱਥਾਂ 'ਚ। ਇਹਦੇ ਵਾਸਤੇ ਇੱਕ ਐਕਸਪਰਟ ਕਮੇਟੀ ਬਣੀ ਸੀ। ਐਕਸਪਰਟ ਕਮੇਟੀ ਨੇ ਆਪਣੀਆਂ ਜਿਹੜੀਆਂ ਹੈਗੀਆਂ ਸਿਫਾਰਸ਼ਾਂ ਭੇਜੀਆਂ ਸੀ ਔਰ ਉਹ ਸਿਫਾਰਸ਼ਾਂ ਜਿਹੜੀਆਂ ਸੀ ਉਹ ਸਿਫਾਰਸ਼ਾਂ
ਇਸ ਕਮੇਟੀ ਕੋਲ ਚਲੀਆਂ ਗਈਆਂ, ਤੁਸੀਂ ਦੇਖੋ। ਔਰ ਇਸ ਕਮੇਟੀ ਨੇ 2018-19 ਦੇ ਵਿੱਚ ਇਹ ਮਾਮਲਾ ਚੁਣਿਆ ਸੀ। 2018-19 ਦੇ ਵਿੱਚ ਉਹਨਾਂ ਨੇ ਇਹ ਮਾਮਲਾ ਚੁਣਿਆ ਸੀ ਕਿ ਆਪਾਂ ਇਹਦੇ ਤੇ ਬੈਠ ਕੇ ਵਿਚਾਰ ਵਟਾਂਦਰਾ ਕਰਨੇ ਜੀ। ਔਰ ਉਦੋਂ 2019 ਉਦੋਂ ਇਹ ਫੈਸਲਾ ਵੀ ਕੀਤਾ ਸੀ ਕਿ ਆਪਾਂ ਸੰਬੰਧਿਤ ਧਿਰਾਂ ਦੇ ਨਾਲ ਵੀ ਤਾਲਮੇਲ ਕਰਨਾ, ਜਿਹੜੇ ਪ੍ਰਭਾਵਿਤ ਹੈ ਤਾਂ ਕਿਸਾਨ ਹੈਗੇ। ਔਰ ਇਸ ਕਮੇਟੀ ਦਾ ਜਿਹੜਾ ਮੁਖੀ ਹੈ ਜੀ, ਉਹ ਤ੍ਰਿਣਮੂਲ ਕਾਂਗਰਸ ਦਾ ਹੈਗਾ ਸੁਦੀਪ ਬੰਦੋਪਾਧਿਆਏ ਜੀ, ਉਹ ਇਹਦਾ ਮੁਖੀ ਸੀ। ਉਹਨੇ ਕਿਹਾ ਸੀ ਜੀ ਅਸੀਂ ਸਾਰੀਆਂ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਾਂਗੇ ਤੇ ਫਿਰ ਅਸੀਂ ਆਪਣੀ ਰਿਪੋਰਟ ਆਈਡੀ ਪੇਸ਼ ਕਰਾਂਗੇ। ਇਹ ਤੋਂ ਪਹਿਲਾਂ ਕਿ ਇਹ ਕੋਈ ਆਪਣੀ ਰਿਪੋਰਟ ਪੇਸ਼ ਕਰਦੇ, ਇਹਨਾਂ ਦੀ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਹੀ ਤਿੰਨੇ ਕਾਨੂੰਨ ਪਾਰਲੀਮੈਂਟ ਨੇ ਪਾਸ ਕਰਤੇ ਸੀ। ਕਾਨੂੰਨ ਤਾਂ ਬਣ ਗਏ। ਉਹਨਾਂ ਕਾਨੂੰਨਾਂ ਦੇ ਉੱਤੇ ਜਿਹੜਾ ਹੈਗਾ ਸਟੇ ਲਾਇਆ ਹੋਇਆ ਸੁਪਰੀਮ ਕੋਰਟ ਨੇ, ਲਾਗੂ ਹੋ ਹੀ ਨਹੀਂ ਸਕਦੇ ਜਿੰਨੀ ਦੇਰ ਤੱਕ ਸੁਪਰੀਮ ਕੋਰਟ ਉਹਨਾਂ ਨੂੰ ਵਕੇਟ ਨਹੀਂ ਕਰਦਾ, ਉਹਨਾਂ ਦੇ ਉੱਤੇ ਜਿੰਨੀ ਦੇਰ ਉਹ ਫੈਸਲਾ ਕੋਈ ਨਹੀਂ ਹੁੰਦਾ। ਹੁਣ ਅਚਨਚੇਤ ਜੀ ਇੱਕ ਖਬਰ ਆ ਜਾਂਦੀ ਹੈ ਕਿ ਜਿਹੜੀ ਸਥਾਈ ਕਮੇਟੀ ਹੈ ਜ਼ਰੂਰੀ ਵਸਤਾਂ ਬਾਰੇ, ਉਸ ਸਥਾਈ ਕਮੇਟੀ ਨੇ ਇਹ ਸਿਫਾਰਿਸ਼ ਕਰ ਦਿੱਤੀ ਕਿ ਇਹ ਜਿਹੜਾ ਹੈਗਾ ਇਹਨੂੰ ਕਾਨੂੰਨ ਨੂੰ ਤੁਸੀਂ ਲਾਗੂ ਕਰ ਦਿਓ। ਔਰ ਇਹਨੂੰ ਮੈਂ ਕਹੂੰਗਾ ਵੀ ਗੁਲਾਮ ਮੀਡੀਆ ਨੇ ਬਹੁਤ ਬੁਰੀ ਤਰ੍ਹਾਂ ਉਛਾਲਿਆ ਜੀ ਕਿ ਦੇਖੋ ਜੀ ਇਹ ਜਿਹੜੀ ਸਥਾਈ ਕਮੇਟੀ ਨੇ ਸਿਫਾਰਿਸ਼ਾਂ ਕਰਤੀਆਂ ਜੀ ਜਿਹੜਾ ਇਸ ਕਾਨੂੰਨ ਨੂੰ ਲਾਗੂ ਕਰ ਦਿੱਤਾ ਜਾਵੇ। ਔਰ ਉਹ ਪਾਰਟਿਕੂਲਰ ਨਾਂ ਲੈ ਰਹੇ ਸੀ ਜੀ ਕਿ ਇਸ ਕਮੇਟੀ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਸੀ। ਅੱਛਾ ਜੀ। ਤੇ ਸਭ ਤੋਂ ਜ਼ਿਆਦਾ ਬਾਈ ਨੇਮ ਜੇ ਕਿਸੇ ਬੰਦੇ ਦਾ ਜ਼ਿਕਰ ਹੋ ਰਿਹਾ ਸੀ ਤਾਂ ਭਗਵੰਤ ਮਾਨ ਦਾ ਹੋ ਰਿਹਾ ਸੀ ਕਿ ਜੀ ਭਗਵੰਤ ਮਾਨ ਵੀ ਕੋਈ ਇੱਕ ਸੰਸਦ ਮੈਂਬਰ ਹੈ ਜਿਹੜਾ ਆਮ ਆਦਮੀ ਪਾਰਟੀ ਦਾ, ਉਹ ਵੀ ਇਹਦੇ ਵਿੱਚ ਸ਼ਾਮਲ ਸੀ। ਕਾਂਗਰਸ ਦੇ ਵੀ 3-4 ਬੰਦਿਆਂ ਦੇ ਨਾਂ ਨਹੀਂ ਆਏ, ਉਹਨਾਂ ਦਾ ਵੈਸੇ ਕਹਿਤਾ ਜ਼ਿਕਰ ਆ ਗਿਆ ਕਿ ਉਹ ਵੀ ਸੀ ਜੀ, ਉਹ ਵੀ ਸੀ। ਇਹ ਜੀ ਮਤਲਬ ਸਾਰਾ ਦਿਨ ਭੰਬਲ ਭੂਸਾ ਪਿਆ ਰਿਹਾ। ਜਦੋਂ ਇਹ ਖਬਰ ਚੱਲ ਰਹੀ ਸੀ ਮੈਨੂੰ ਵੀ ਆਪਣੇ ਕਿਸੇ ਲਿਸਨਰ ਦਾ ਫੋਨ ਆਇਆ, ਉਹ ਕਹਿੰਦਾ ਜੀ ਮੈਂ ਟੀਵੀ ਦੇ ਸਾਹਮਣੇ ਬੈਠਾ ਤੇ ਆਹ ਹੋ ਕੀ ਗਿਆ ਜੀ, ਇਹ ਪਾਰਟੀਆਂ ਸਾਡੇ ਨਾਲ ਦਗਾ ਕਿਵੇਂ ਕਰ ਰਹੀਆਂ। ਬਾਹਰ ਤਾਂ ਇਹ ਕਹੀ ਜਾਂਦੀਆਂ ਕਿ ਜੀ ਅਸੀਂ ਥੋੜੀ ਹਮਾਇਤ ਕਰਦੇ ਕਿਸਾਨਾਂ ਦੀ, ਤੇ ਇਹ ਤਾਂ ਇਹਨਾਂ ਨੇ ਤਾਂ ਆਪ ਦੇਖੋ ਜੀ ਇਹਨਾਂ ਨੂੰ ਲਾਗੂ ਕਰਨ ਵਾਸਤੇ ਫੈਸਲਾ ਤਾਣਾ ਬਾਣਾ ਬੁਣ ਲਿਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿੰਨਾ ਮਰਜ਼ੀ ਸੰਸਦੀ ਕਮੇਟੀ ਕਹਿ ਦੇਵੇ, ਪਾਰਲੀਮੈਂਟ ਵੀ ਕਹਿ ਦੀ, ਜੋ ਸੁਪਰੀਮ ਕੋਰਟ ਨੇ ਸਟੇ ਕਰਤਾ ਲਾਗੂ ਹੋ ਹੀ ਨਹੀਂ ਸਕਦੀ। ਉਹ ਤਾਂ ਹੁਣ ਸੁਪਰੀਮ ਕੋਰਟ ਉਸੇ ਵਿਚਾਰ ਕਰੂਗੀ ਹੋਣਾ ਕਿ ਨਹੀਂ ਹੋਣਾ। ਫਿਰ ਇਹਦਾ ਮੈਂ ਥੋੜਾ ਜਿਹਾ ਕੁਛ ਅਖਬਾਰਾਂ ਖੂਰਾਂ ਦੇਖੀਆਂ, ਮੈਂ ਪੁਰਾਣਾ ਇਹਦਾ ਹਿਸਟਰੀ ਕੱਢ ਕੇ ਦੇਖੀ ਜੀ। ਤੁਸੀਂ ਦੇਖੋ ਇਹ ਕਿਹਦਾ ਚੇਅਰਮੈਨ ਹੈ, ਸੁਦੀਪ ਬੰਦੋਪਾਧਿਆਏ ਹਾਂ, ਪਰ ਉਹਨੇ ਇਸ ਮੀਟਿੰਗ ਦੀ ਪ੍ਰਧਾਨਗੀ ਨਹੀਂ ਕੀਤੀ। ਉਹ ਹਾਜ਼ਰ ਹੀ ਨਹੀਂ ਹੋਇਆ। ਉਹ ਹਾਜ਼ਰ ਹੋਵੇ ਕਿਵੇਂ, ਕਿਉਂਕਿ ਉਹਦਾ ਬੰਗਾਲ ਦੀਆਂ ਚੋਣਾਂ ਚੁਲਝਿਆ ਹੋਇਆ। ਬੰਗਾਲ ਦੇ ਵਿੱਚ ਚੋਣਾਂ ਹੋਈਆਂ ਹੋ ਰਹੀਆਂ ਔਰ ਉਹ ਤ੍ਰਿਣਮੂਲ ਕਾਂਗਰਸ ਦਾ ਲੀਡਰ ਹੈ, ਉਹ ਉੱਥੇ ਇੱਕ ਪ੍ਰਚਾਰਕ ਹੈ। ਮਮਤਾ ਬੈਨਰਜੀ ਜਿਹੜੀ ਹੈ ਜ਼ਖਮੀ ਹੈ, ਉਹਦੇ ਮੋਢਿਆਂ ਦੇ ਉੱਤੇ ਬਹੁਤ ਵੱਡਾ ਭਾਰ ਹੈ। ਉਹ ਤਾਂ ਸਾਰੇ ਦੇ ਸਾਰੇ ਲੋਕ ਉੱਥੇ ਬੈਠੇ। ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰ ਡਿਸਕਸ ਕੀਤੀ ਸੀ ਕਿ ਮਿਸਟਰ ਰਵਨੀਤ ਸਿੰਘ ਬਿੱਟੂ ਨੂੰ ਕਾਰਜਕਾਰੀ ਮੁਖੀ ਬਣਾਤਾ, ਲੀਡਰ ਆਫ ਪਾਰਟੀ, ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦਾ ਲੀਡਰ ਆਫ ਕਾਂਗਰਸ ਪਾਰਟੀ। ਹਾਂ, ਉਹਦਾ ਵੀ ਕਾਰਨ ਇਹ ਸੀ ਕਿਉਂਕਿ ਕਾਂਗਰਸ ਪਾਰਟੀ ਦਾ ਜਿਹੜਾ ਗਰੁੱਪ ਲੀਡਰ ਹੈ ਅਧੀਰ ਰੰਜਨ ਚੌਧਰੀ, ਉਹ ਵੀ ਪ੍ਰਚਾਰ ਵਾਸਤੇ ਉੱਥੇ ਗਿਆ। ਭਗਵੰਤ ਮਾਨ ਆਪਣੇ ਰਜੇਵੇਂ ਦੇ ਵਿੱਚ ਤੁਰਿਆ ਫਿਰਦਾ। ਹੋਇਆ ਕੀ, ਫਿਰ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਕਈ ਉਹਦੇ ਚ ਜੀ, ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇੱਕ ਸੀਗਾ ਤੁਹਾਡਾ ਮੈਂਬਰ ਜੀ, ਉਹਨੂੰ ਫਿਰ ਐਕਟਿੰਗ ਚੇਅਰਮੈਨ ਲਾਇਆ। ਉਹਨੇ ਐਕਟਿੰਗ ਚੇਅਰਮੈਨ, ਐਕਟਿੰਗ ਪ੍ਰਧਾਨ ਹੋਣ ਦੇ ਨਾਤੇ ਉਹਨੇ ਕਿਹਾ ਜੀ ਚਲੋ ਠੀਕ ਆ ਮੈਂ ਕਰ ਦਿੰਦਾ। ਇਹ ਹੋ ਗਿਆ। ਜਦੋਂ ਇਹ ਖਬਰ ਆ ਗਈ ਤੇ ਇਸ ਖਬਰ ਤੋਂ ਬਾਅਦ ਫਿਰ ਜਿਹੜੇ ਕਾਂਗਰਸ ਪਾਰਟੀ ਦੇ 4 ਲੀਡਰ ਜੀ, 4 ਮੈਂਬਰ, ਇੱਕ ਦਾ ਨਾਂ ਹੈਗਾ ਜੀ ਸਪਤਗਿਰੀ ਸ਼ੰਕਰ ਓਲਕਾ ਜੀ, ਦੂਜੇ ਹੈਗੇ ਰਾਜ ਮੋਹਨ ਓਨੀਥਨ ਜੀ, ਤੀਸਰੇ ਹੈਗੇ ਮਿਸਟਰ ਬੈਤੀ ਲਿੰਗਮ ਜੀ, ਤੇ ਚੌਥੇ ਭਗਵੰਤ ਸਿੰਘ ਮਾਨ। ਇਹਨਾਂ 4 ਮੈਂਬਰਾਂ ਨੇ ਕਹਿਤਾ ਜੀ ਅਸੀਂ ਤਾਂ ਹਾਜ਼ਰੀ ਨਹੀਂ ਹੈ। ਅੱਛਾ ਜੀ, ਸਾਡੀ ਗੈਰ ਹਾਜ਼ਰੀ ਦੇ ਵਿੱਚ ਇਹ ਸਾਰਾ ਕੁਝ ਹੋ ਗਿਆ। ਬੰਦੋਪਾਧਿਆਏ ਇਹ ਗੱਲ ਕਹਿੰਦੇ ਕਿ ਜੀ ਇਹਦੇ ਤੇ ਅਸੀਂ ਕਿਸਾਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ। 16 ਤੋਂ ਲੈ ਕੇ 20 ਤਾਰੀਖ ਤੱਕ ਇਹਨਾਂ ਨੇ ਮਤਲਬ ਕੀਤਾ ਕਿ ਜਿਹੜਾ 2-3 ਦਿਨਾਂ ਚ ਸਿਰਫ ਤੇ ਸਿਰਫ ਕਿੰਨਾ ਚਿਰ ਇਹਦੇ ਤੇ ਜੀ ਵਿਚਾਰ ਵਟਾਂਦਰਾ ਹੋਇਆ। ਸਮਝ ਕੇ ਨਾਲ ਮੀਟਿੰਗ 'ਚ ਲੱਗਿਆ ਸਿਰਫ 4.5 ਘੰਟੇ। ਅੱਛਾ, ਸਿਰਫ 4.5 ਘੰਟਿਆਂ ਦੇ ਵਿੱਚ ਕੀ ਗੰਜੀ ਨਹਾ ਲਈ ਤੇ ਕੀ ਨਿਚੋੜ ਲਿਆ, ਉਹਦੇ ਵਿੱਚ ਕੀ ਕੁਛ ਕਰ ਲਿਆ। ਅਸਲ ਦੇ ਵਿੱਚ ਇਹ ਸਾਰੇ ਦਾ ਸਾਰਾ ਜਿਹੜਾ ਪ੍ਰਪੰਚ ਰਚਿਆ ਕਿਉਂ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਕਿ ਇਸ ਵੇਲੇ ਕਿਸਾਨ ਮੋਰਚਾ ਜਿਹੜਾ ਸਿਖਰ ਤੇ, ਕਿਸਾਨ ਮੋਰਚੇ ਨੂੰ ਜਿਹੜੀ ਕੌਮਾਂਤਰੀ ਪੱਧਰ ਤੇ ਹਮਾਇਤ ਮਿਲ ਰਹੀ ਹੈ, ਉਸ ਹਮਾਇਤ ਨੂੰ ਖੁੰਡਾ ਕਰਨ ਵਾਸਤੇ, ਇਹ ਕਹਿਣ ਵਾਸਤੇ ਕਿ ਆ ਦੇਖੋ ਜੀ ਭਾਰਤ ਦੀ ਪਾਰਲੀਮੈਂਟ ਦੀਆਂ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਦੀ ਪਾਰਲੀਮੈਂਟ ਦੇ ਵਿੱਚ ਨੁਮਾਇੰਦਗੀ ਹੈ, ਉਹਨਾਂ ਦੇ ਮੈਂਬਰਾਂ ਨੇ ਕਹਿਤਾ ਜੀ ਇਹਨੂੰ ਕਾਨੂੰਨ ਨੂੰ ਲਾਗੂ ਕਰ ਦਿਓ। ਕਾਨੂੰਨ ਲਾਗੂ ਨਹੀਂ ਹੋ ਸਕਦਾ। ਕਾਗਜ਼ਾਂ ਪੱਤਰਾਂ 'ਚ ਲਿਆ ਕੇ ਇਹਨੂੰ ਆਪਾਂ ਕਹਾਂਗੇ ਇੱਕ ਮਨੋਵਿਗਿਆਨਕ ਲੜਾਈ ਹੈ। ਇਹ ਮਤਲਬ ਅਸੀਂ ਕਹਾਂਗੇ ਇੰਡੀਅਨ ਸਟੇਟ ਨੇ, ਸਾਡੀ ਸਰਕਾਰ ਨੇ ਇੱਕ ਮਨੋਵਿਗਿਆਨਕ ਲੜਾਈ
ਜਿੱਤਣ ਦਾ ਯਤਨ ਕੀਤਾ ਸੀ ਜੀ ਜੀ ਕਿ ਇਹਨਾਂ ਨੂੰ ਰੀਫੇਮ ਕਰ ਦਈਏ। ਚਲੋ ਇਹ ਜਿਹੜੇ ਕਾਂਗਰਸ ਪਾਰਟੀ ਦੇ 3 MP ਹੈ, ਕਾਂਗਰਸ ਪਾਰਟੀ ਦੇ 3 MPਆਂ ਨੇ ਸਪੀਕਰ ਨੂੰ ਚਿੱਠੀ ਲਿਖਤੀ ਕਿ ਸ਼੍ਰੀਮਾਨ ਜੀ ਅਸੀਂ ਇਸ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਸੀ, ਸਾਡਾ ਤਾਂ ਕੋਈ ਲਾਗਾ ਦੇਗਾ ਹੀ ਨਹੀਂ। ਇਹ ਸਾਨੂੰ ਇਹਦੇ ਨਾਲ ਅਲੱਗ ਸਮਝਿਆ ਜਾਵੇ ਤੇ ਇਹ ਜਿਹੜੀਆਂ ਸਿਫਾਰਿਸ਼ਾਂ ਕੀਤੀਆਂ ਨੇ ਸਿਫਾਰਿਸ਼ਾਂ ਨੂੰ ਰੱਦ ਕਰ ਦਿੱਤਾ ਜਾਵੇ, ਰੱਦ ਕਰਕੇ ਤੇ ਦੁਬਾਰਾ ਕਮੇਟੀ ਕੋਲੇ ਫੇਰ ਭੇਜਿਆ ਜਾਵੇ ਤੇ ਕਮੇਟੀ ਤੇ ਵਿਚਾਰ ਵਟਾਂਦਰਾ ਕਰੇ। ਸੋ ਅੰਦਰਲੀ ਕਹਾਣੀ ਇਹ ਹੈ ਕਿ ਇਹ ਜਿਹੜੀ ਹੈਗੀ ਹੈ ਇੱਕ ਮਨੋਵਿਗਿਆਨਕ ਜਿਹੜੀ ਹੈਗੀ ਲੜਾਈ ਕਰਕੇ ਹੁੰਦਾ ਕੀ ਹੈ, ਕਈ ਵਾਰੀ ਮਤਲਬ ਜਦੋਂ ਸਟੇਟ ਨੇ ਕੁਝ ਕਰਨਾ ਹੁੰਦਾ ਨਾ, ਜਿਹੜੀਆਂ ਧਿਰਾਂ ਹੁੰਦੀਆਂ ਹਾਕਮ ਹੁੰਦੇ ਉਹ ਕੀ ਕਰਦੇ ਹੁੰਦੇ, ਉਹ ਆਪਦੇ ਖਿਲਾਫ ਆਪਦੇ ਦੁਸ਼ਮਣ ਖੜੇ ਕਰ ਦਿੰਦੇ ਆ। ਬਿਲਕੁਲ ਵੇਖਣ ਨੂੰ ਇਹ ਲੱਗਦਾ ਕਿ ਉਹਦੇ ਦੁਸ਼ਮਣ ਹੈ, ਉਹ ਦੁਸ਼ਮਣ ਨਹੀਂ ਹੁੰਦੇ ਅਸਲ ਦੇ ਵਿੱਚ, ਉਹਦੇ ਦੋਸਤ ਸ਼ੀਲਡ ਹੁੰਦੇ ਆ, ਉਹਦੇ ਦੋਸਤ ਹੁੰਦੇ ਆ। ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਕਿ ਜਦੋਂ ਸੁਪਰੀਮ ਕੋਰਟ ਦੇ ਵਿੱਚ ਕਈ ਪਟੀਸ਼ਨਾਂ ਪਾਈਆਂ ਸੀ ਕਿਸਾਨਾਂ ਦੇ, ਉਹ ਕਿਸਾਨਾਂ ਦੇ ਪਾਉਂਦੇ ਕਹਿੰਦੇ ਜੀ ਫਲਾਨੀ ਕਿਸਾਨ ਜਥੇਬੰਦੀ ਨੇ ਪਾਤੀ ਸੀ, ਸਰਕਾਰ ਦੇ ਵਿਰੋਧ ਵਿੱਚ ਸੀ, ਉਹ ਸਰਕਾਰ ਦੇ ਮਿੱਤਰ, ਉਹ ਜਾਲੀ ਦੁਸ਼ਮਣ ਸੀ ਵੀ ਕਦੋਂ ਵੀ ਅਸੀਂ ਵਾਪਸ ਲੈ ਲਈਏ। ਉਵੇਂ ਜਿਵੇਂ ਜਿਹੜੇ ਹੈਗੇ ਆ ਕਿਸਾਨਾਂ ਦੇ ਜਾਲੀ ਮਿੱਤਰ ਜਿਹੜੇ ਹੈ ਨਾ, ਇਹ ਬਣਾ ਕੇ ਪੇਸ਼ ਕੀਤਾ ਕਿ ਇੱਕ ਤਾਂ ਜੀ ਕਿਸਾਨਾਂ ਨੂੰ ਛੱਡ ਗਏ, ਪੋਲੀਟੀਕਲ ਪਾਰਟੀਆਂ ਕਿਸਾਨਾਂ ਨੂੰ ਛੱਡ ਗਈਆਂ, ਲੇਕਿਨ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਜਿਹੜੀਆਂ ਵਿਰੋਧ ਵਾਲੀਆਂ ਹੈਗੀਆਂ ਜਾਂ ਭਾਰਤ ਦੀਆਂ ਵਿਰੋਧ ਵਾਲੀਆਂ ਪਾਰਟੀਆਂ ਤਾਂ ਕਿਸਾਨਾਂ ਦੇ ਨਾਲ ਖੜੀਆਂ, ਠੋਕ ਕੇ ਖੜੀਆਂ। ਜੀ ਜੀ। ਤੇ ਢਿੱਲੋਂ ਸਾਹਿਬ ਹਜੇ ਮੋਦੀ ਸਾਹਿਬ ਬੰਗਲਾਦੇਸ਼ ਬੜੇ ਨਹੀਂ ਤੇ ਵਿਰੋਧ ਕਹਿੰਦੇ ਪਹਿਲਾਂ ਹੋਣ ਲੱਗ ਪਏ। ਦੇਖੋ ਵਿਰੋਧ ਤਾਂ ਮੋਦੀ ਸਾਹਿਬ ਦਾ ਕੋਈ ਅੱਜ ਦਾ ਨਹੀਂ ਹੁੰਦਾ, ਬਹੁਤ ਪੁਰਾਣਾ ਹੁੰਦਾ ਹੈ। ਮੋਦੀ ਸਾਹਿਬ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਉਦੋਂ 2002 ਦੇ ਵਿੱਚ ਉੱਥੇ ਮੁਸਲਮਾਨਾਂ ਦਾ ਘਾਣ ਹੋਇਆ ਸੀ ਜੀ। ਹਾਲਾਂਕਿ ਉਹ ਮੁੱਖ ਮੰਤਰੀ ਸੀ, ਲੇਕਿਨ ਕਿਸੇ ਵੀ ਵਿਕਸਿਤ ਦੇਸ਼ ਨੇ ਉਹਨਾਂ ਨੂੰ ਉੱਥੇ ਆਉਣ ਦਾ ਮੌਕਾ ਨਹੀਂ ਸੀ ਦਿੱਤਾ ਜੀ। ਜੇ ਆਪਾਂ ਸਿੱਧਾ ਪੰਜਾਬੀ ਚ ਕਹੀਏ ਤਾਂ ਇਜਾਜ਼ਤ ਨਹੀਂ ਸੀ ਦਿੱਤੀ, ਵੀਜ਼ਾ ਨਹੀਂ ਸੀ ਦਿੱਤਾ। 2014 ਦੇ ਵਿੱਚ ਇਹ ਪ੍ਰਧਾਨ ਮੰਤਰੀ ਬਣ ਜਾਂਦੇ ਆ, ਉਦੋਂ ਭਾਰਤ ਦਾ ਕਿਉਂਕਿ ਸਟੇਟਸ ਵੱਡਾ ਹੈ, ਜੀ ਜੀ, ਲੋਕਤੰਤਰ ਹੈ, ਮਜਬੂਰੀ ਬਣ ਗਈ, ਡਿਪਲੋਮੈਟਿਕ ਰਿਸ਼ਤਿਆਂ ਦੇ ਚੱਲਦੇ ਤੇ ਇਹਨਾਂ ਨੂੰ ਆਉਣ ਜਾਣ ਦਾ ਮੌਕਾ ਦਿੱਤਾ। ਤੇ ਮੋਦੀ ਸਾਹਿਬ ਜਿਸ ਵੀ ਦੇਸ਼ ਦੇ ਵਿੱਚ ਗਏ ਹੈ ਜੀ, ਹਰ ਦੇਸ਼ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਇਹ ਜਿਹੜੀ ਇੱਕ ਸਰਕਾਰੀ ਇਹਨਾਂ ਦੀ ਮਤਲਬ ਜਿਹੜੀ ਫੇਰੀ ਹੁੰਦੀ ਹੈ ਉਹ ਅੱਡ ਹੁੰਦੀ ਹੈ ਤੇ ਉਹਦੇ ਵਿੱਚੋਂ ਇੱਕ ਰੈਲੀ ਨਿਕਲਦੀ ਹੁੰਦੀ ਸੀ, ਅੱਡ ਰੈਲੀ ਨਿਕਲਦੀ ਹੈ ਹਮੇਸ਼ਾ। ਉਹ ਇੱਕ ਰੈਲੀ ਨਿਕਲਦੀ ਹੁੰਦੀ ਸੀ ਜਿਹੜੀ ਕਹਿੰਦੇ ਹੁੰਦੇ ਸੀ ਜੀ ਭਾਰਤ ਦੇ ਲੋਕਾਂ ਨੇ ਉਹਨਾਂ ਦੇ ਹੱਕ ਵਿੱਚ ਰੈਲੀ ਕੀਤੀ। ਅਸਲ ਦੇ ਵਿੱਚ ਉਹ RSS ਦਾ ਜਿਹੜਾ ਜਥੇਬੰਦਕ ਤੌਰ ਤਰੀਕਾ ਹੈ ਉਹ ਹੈ, ਉਹ ਉਹਨਾਂ ਲੋਕਾਂ ਨੂੰ ਇਕੱਠੇ ਕਰਦੇ ਸੀ ਤੇ ਉੱਥੇ ਆਪਣੀ ਗੱਲ ਕਰ ਲੈਂਦੇ ਸੀ। ਔਰ ਇਹ ਬੜੇ ਵੱਡੇ ਪੱਧਰ ਤੇ ਹੁੰਦਾ ਰਿਹਾ, ਕਿਤੇ ਵੀ ਇਹਨਾਂ ਦਾ ਵਿਰੋਧ ਨਹੀਂ ਹੋਇਆ। ਸਭ ਤੋਂ ਪਹਿਲਾਂ ਵਿਰੋਧ ਮੋਦੀ ਸਾਹਿਬ ਦਾ ਕਦੋਂ ਹੋਇਆ ਸੀ? ਕੈਨੇਡਾ 'ਚ। ਨਹੀਂ ਜੀ, ਕੈਨੇਡਾ 'ਚ ਨਹੀਂ ਹੋਇਆ ਸੀ ਨੇਪਾਲ 'ਚ। ਅੱਛਾ ਜੀ। 2014 ਦੇ ਵਿੱਚ ਇਹ ਪ੍ਰਧਾਨ ਮੰਤਰੀ ਬਣਦੇ ਹੈ। ਉਸ ਤੋਂ ਬਾਅਦ ਨੇਪਾਲ ਦੇ ਵਿੱਚ ਗਏ ਆ, ਉੱਥੇ ਇੱਕ ਵੱਡਾ ਮੰਦਿਰ ਹੈ, ਉੱਥੇ ਵੀ ਗਏ ਸੀ, ਮਦਦ ਵੀ ਕੀਤੀ ਹੈ। ਔਰ ਇਹ ਉਹੀ ਮੌਕਾ ਜਦੋਂ ਭੁਚਾਲ ਵੀ ਆਇਆ ਸੀ ਜੀ ਜੀ, ਉਹਨਾਂ ਦੀ ਮਾਲੀ ਤੌਰ ਤੇ ਮਦਦ ਵੀ ਕੀਤੀ ਸੀ। ਫਿਰ 2015 ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਇੱਕ ਆਰਥਿਕ ਨਾਕਾਬੰਦੀ ਹੋ ਗਈ ਸੀ ਨੇਪਾਲ ਦੀ। ਇੱਕ ਬੰਦ ਹੋਇਆ ਸੀ, ਬੰਦ ਹੋਣ ਦੀ ਵਜ੍ਹਾ ਕਾਰਨ ਜਿਹੜਾ ਤੇਲ ਗੈਸ ਵਗੈਰਾ ਜਾਂਦਾ ਹੁੰਦਾ ਸੀ ਉਹ ਬੰਦ ਹੋ ਗਿਆ ਸੀ ਜੀ। ਉਦੋਂ ਹਾਲਤ ਬਹੁਤ ਮਾੜੀ ਸੀ। ਉਦੋਂ ਨਰਿੰਦਰ ਮੋਦੀ ਸਾਹਿਬ ਦੇ ਖਿਲਾਫ ਮੁਜ਼ਾਹਰੇ ਹੋਏ ਸੀ ਨੇਪਾਲ ਦੇ ਵਿੱਚ ਜੀ। ਨੇਪਾਲ ਦੇ ਲੋਕਾਂ ਨੇ ਕਿਹਾ ਸੀ ਜੀ ਇਹ ਸਾਡੇ ਨਾਲ ਧੱਕਾ ਹੁੰਦਾ ਹੈ। ਹਾਲਾਂਕਿ ਜੇ ਆਪਾਂ ਦੇਖੀਏ ਭਾਰਤੀ ਜਨਤਾ ਪਾਰਟੀ 1925 ਤੋਂ ਹਿੰਦੂਤਵ ਦੀ ਮਦਾਈ ਬਣੀ ਹੋਈ ਹੈ ਜੀ। ਇਹ ਉਦੋਂ ਹੀ ਕਹਿੰਦੇ ਸੀ ਕਿ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਹੈ। ਹੁਣ ਇਹ ਆਪਣੀ ਮਤਲਬ ਨੀਤੀ ਦੇ ਵਿੱਚ ਕਾਫੀ ਹੱਦ ਤੱਕ ਤਾਂ ਸਫਲ ਹੋ ਗਏ ਹੈ, ਅਜੇ ਮੁਕੰਮਲ ਤੌਰ ਤੇ ਨਹੀਂ ਹੋਏ। ਲੇਕਿਨ ਉਹ ਤੋਂ ਪਹਿਲਾਂ ਜੇ ਦੁਨੀਆ ਦੇ ਵਿੱਚ ਕੋਈ ਹਿੰਦੂ ਰਾਸ਼ਟਰ ਹੁੰਦਾ ਸੀ ਤਾਂ ਇਕੱਲਾ ਨੇਪਾਲ ਹੁੰਦਾ ਸੀ। ਠੀਕ ਹੈ, ਉੱਥੇ ਹੀ ਉਹਨਾਂ ਦਾ ਪਹਿਲੀ ਵਾਰੀ ਵਿਰੋਧ ਹੋਇਆ ਸੀ। ਹੁਣ ਇਹਨਾਂ ਦਾ ਜਿਹੜਾ ਦੂਸਰਾ ਵਿਰੋਧ ਹੋਇਆ ਸੀ ਜਦੋਂ ਭਾਰਤ ਦੇ ਵਿੱਚ ਇਹਨਾਂ ਨੇ ਨਾਗਰਿਕਤਾ ਕਾਨੂੰਨ ਲਿਆਂਦਾ ਜੀ। ਉਦੋਂ ਆਂਢ ਗੁਆਂਢ ਦੇ ਜਿਹੜੇ ਮੁਲਕ ਹੈ ਜਿਨ੍ਹਾਂ ਦੇ ਨਾਲ ਸਾਡੇ ਰਿਲੇਸ਼ਨ ਚੰਗੇ ਸੀ ਉੱਥੇ ਵਿਰੋਧ ਹੋਇਆ ਸੀ। ਜੇ ਆਪਾਂ ਪਾਕਿਸਤਾਨ ਚੀਨ ਨੂੰ ਛੱਡ ਦਈਏ ਉਹ ਤਾਂ ਦੁਸ਼ਮਣ ਹੈ। ਬੰਗਲਾਦੇਸ਼ ਦੇ ਵਿੱਚ ਉਦੋਂ ਵੀ ਵਿਰੋਧ ਦੇ ਵਿੱਚ ਮੁਜ਼ਾਹਰੇ ਹੋਏ ਸੀ ਭਾਰਤ ਸਰਕਾਰ ਦੇ ਖਿਲਾਫ, ਮੋਦੀ ਜੀ ਦੇ ਖਿਲਾਫ। ਜਿਹੜੇ ਉਹ ਮੁਜ਼ਾਹਰੇ ਉਦੋਂ ਹੋਏ ਸੀ ਜੀ, ਇਹ ਉਹਨਾਂ ਮੁਜ਼ਾਹਰਿਆਂ ਦੀ ਹੀ ਲਗਾਤਾਰ ਤੇ ਹੁਣ ਮੋਦੀ ਸਾਹਿਬ ਜਾ ਰਹੇ ਆ ਉੱਥੇ 26 ਮਾਰਚ ਨੂੰ। ਅੱਜ ਦਿਨ ਰਹਿ ਗਏ ਸਮਝ ਲਓ ਵੀ। ਹਾਂਜੀ, 26 ਮਾਰਚ ਨੂੰ ਜਾਣ ਦਾ ਵੀ ਇੱਕ ਮਕਸਦ ਹੈ। ਉਹ ਮਕਸਦ ਕਿਉਂ ਹੈ ਜੀ? ਕਿਉਂਕਿ ਬੰਗਲਾਦੇਸ਼ ਹੈ ਜਿਹੜਾ ਜੀ, ਇਹ 1971 ਤੋਂ ਪਹਿਲਾਂ ਬੰਗਲਾਦੇਸ਼ ਨਹੀਂ ਸੀ ਹੁੰਦਾ। ਅੱਛਾ ਜੀ। ਇਹ ਪਾਕਿਸਤਾਨ ਦਾ ਹਿੱਸਾ ਸੀ ਤੇ ਇਹਨੂੰ ਅਸੀਂ ਕਹਿੰਦੇ ਹੁੰਦੇ ਸੀ ਪੂਰਬੀ ਪਾਕਿਸਤਾਨ। ਹਾਂਜੀ, ਇਧਰ ਦਾ ਜਿਹੜਾ ਹੈਗਾ ਲਹਿੰਦਾ ਪੰਜਾਬ ਵਾਲਾ ਪਾਸਾ, ਇਧਰ ਨੂੰ ਅਸੀਂ ਪੱਛਮੀ ਪਾਕਿਸਤਾਨ ਕਹਿੰਦੇ ਸੀ। ਚੋਣਾਂ ਹੋਈਆਂ, ਚੋਣਾਂ ਦੇ ਵਿੱਚ ਜਿਹੜੀ ਹੈਗੀ ਹੈ ਮੁਜੀਬੁਰ ਰਹਿਮਾਨ ਜਿਹੜਾ ਬੰਗਾਲੀ ਸੀ ਜੀ, ਉਹਨਾਂ ਦੀ ਪਾਰਟੀ ਨੇ ਜਿੱਤ ਪ੍ਰਾਪਤ ਕਰ ਲਈ। ਜਿੱਤ ਪ੍ਰਾਪਤ ਕਰਨ ਦੇ ਬਾਵਜੂਦ ਵੀ ਪਾਕਿਸਤਾਨ ਦੀ ਆਰਮੀ ਨੇ ਜਾਂ ਪਾਕਿਸਤਾਨ ਦੀ ਉਸ ਵੇਲੇ ਜਿਹੜੀ ਹਾਕਮ ਜਮਾਤ ਸੀ ਉਹਨਾਂ ਨੇ ਉਹਨਾਂ ਨੂੰ ਜਿੱਤਣ ਦੇ ਬਾਵਜੂਦ ਵੀ ਪ੍ਰਵਾਨਗੀ ਨਹੀਂ ਦਿੱਤੀ ਕਿ ਜਿੱਤ ਗਿਆ, ਸਰਕਾਰ ਬਣਾਉਣ ਦਾ ਮੌਕਾ ਨਹੀਂ ਦਿੱਤਾ ਜੀ ਜੀ। ਨਤੀਜਾ ਕੀ ਹੋਇਆ ਫਿਰ? ਉੱਥੇ ਨਤੀਜਾ ਵਿਰੋਧ ਸ਼ੁਰੂ ਹੋ ਗਿਆ। ਉਹ ਵਿਰੋਧ ਜੀ ਇੱਕ ਦਿਨ ਨਹੀਂ, 2 ਦਿਨ ਨਹੀਂ, ਪੂਰੇ 9 ਮਹੀਨੇ ਚੱਲਿਆ। ਔਰ ਉਹ ਵਿਰੋਧ ਜਿਹੜਾ ਹੈਗਾ ਬਾਅਦ ਦੇ ਵਿੱਚ ਖੂਨੀ ਸੰਘਰਸ਼ਾਂ 'ਚ ਬਦਲ ਗਿਆ ਜੀ। ਮੁਕਤੀ ਬਾਣੀ ਨਾਂ ਦੀ ਇੱਕ ਆਰਗੇਨਾਈਜੇਸ਼ਨ ਬਣ ਗਈ। ਔਰ ਉਹ ਆਰਗੇਨਾਈਜੇਸ਼ਨ ਜਿਹੜੀ ਹੈ ਬੰਗਾਲੀਆਂ ਦੀ ਸੀ, ਲੇਕਿਨ
ਉਸ ਮੁਕਤੀ ਬਾਨੀ ਆਰਗੇਨਾਈਜੇਸ਼ਨ ਨੂੰ ਜਿਹੜਾ ਹੈਗਾ ਬਣਾਉਣ ਦੇ ਵਿੱਚ, ਉਹਨੂੰ ਟ੍ਰੇਨਡ ਕਰਨ ਦੇ ਵਿੱਚ ਜੇ ਯੋਗਦਾਨ ਸੀ ਤਾਂ ਭਾਰਤੀ ਹੁਕੂਮਤ ਦਾ ਸੀ, ਜਿਹਦੇ ਵਿੱਚ ਖਾਸ ਕਰਕੇ ਜ਼ਿਕਰ ਆਉਂਦਾ ਹੈ ਮੇਜਰ ਜਨਰਲ ਸ਼ੁਭੇਗ ਸਿੰਘ ਹੋਰਾਂ ਨੇ ਉਹਨੂੰ ਬਣਾਇਆ ਸੀ। 9 ਮਹੀਨਿਆਂ ਦੀ ਜਦੋਜਹਿਦ ਤੋਂ ਬਾਅਦ ਜਦੋਂ ਭਾਰਤ ਤੇ ਪਾਕਿਸਤਾਨ ਦੀ ਬਕਾਇਦਾ ਲੜਾਈ ਲੱਗ ਗਈ ਤਾਂ ਉਹ ਲੜਾਈ ਚੱਲੀ ਥੋੜੇ ਦਿਨ ਸੀ, ਦਸੰਬਰ ਮਹੀਨੇ ਦੀ, ਮੇਰੇ ਖਿਆਲ ਪਹਿਲੇ ਦਸੰਬਰ ਪਹਿਲੇ ਠੰਡ ਸੀ। ਉਹ ਲੜਾਈ ਚੱਲੇ ਥੋੜੇ ਦਿਨ, ਲੇਕਿਨ ਉਹਦੇ ਵਿੱਚ ਜਿਹੜੀਆਂ ਦੁਨੀਆ ਦੀਆਂ ਦੋਨੇ ਵੱਡੀਆਂ ਤਾਕਤਾਂ ਦੇ ਉਲਝਣ ਦੇ ਹਾਲਾਤ ਬਣ ਗਏ ਸੀ। ਇੱਕ ਪਾਸੇ ਅਮਰੀਕਾ ਤੇ ਦੂਜੇ ਪਾਸੇ ਸੋਵੀਅਤ ਯੂਨੀਅਨ ਜੀ। ਲੇਕਿਨ ਅਭੀ ਉਹ ਟਕਰਾਅ ਹੁੰਦਾ ਉਹਨਾਂ ਦਾ ਰਹਿ ਗਿਆ ਤੇ ਲੜਾਈ ਖਤਮ ਹੋ ਗਈ। ਪਰ ਲੜਾਈ ਖਤਮ ਕਦੋਂ ਹੋਈ? ਜਦੋਂ 93,000 ਪਾਕਿਸਤਾਨ ਦੇ ਫੌਜੀਆਂ ਨੇ ਆਪਣੇ ਹਥਿਆਰ ਸੁੱਟਤੇ। ਜਨਰਲ AK ਨਿਆਜੀ ਨੇ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਆਪਣਾ ਪਿਸਟਲ ਰੱਖ ਕੇ ਆਤਮ ਸਮਰਪਣ ਕਰਤਾ ਸੀ। ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡਾ ਜਿਹੜਾ ਹੈਗਾ ਫੌਜ ਦਾ ਆਤਮ ਸਮਰਪਣ ਸੀ। ਔਰ ਉਹ ਜਿਹੜਾ ਹੈਗਾ ਮੁਜੀਬੁਰ ਰਹਿਮਾਨ ਫਿਰ ਉਸ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ। ਇਹ ਜਦੋਂ ਬੰਗਲਾਦੇਸ਼ ਹੋਂਦ ਵਿੱਚ ਆਇਆ ਉਹ 26 ਜਨਵਰੀ 1971 ਨੂੰ ਆਇਆ ਸੀ ਜੀ। 50 ਵਰ੍ਹੇ ਹੋਣ ਵਾਲੇ। ਹੁਣ ਉਹ 50ਵੀਂ ਜਿਹੜੀ ਵਰ੍ਹੇਗੰਢ ਆਪਣੀ ਮਨਾ ਰਹੇ ਹੈ, ਕਿਉਂਕਿ ਬੰਗਲਾਦੇਸ਼ ਜੇ ਹੋਂਦ ਵਿੱਚ ਆਇਆ ਤਾਂ ਇਹ ਭਾਰਤ ਦੀ ਮਦਦ ਨਾਲ ਆਇਆ। ਉਦੋਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੁੰਦੀ ਸੀ ਤੇ ਹੁਣ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਇੰਦਰਾ ਗਾਂਧੀ ਦੇ ਰਿਲੇਸ਼ਨ ਬਹੁਤ ਵਧੀਆ ਰਹੇ, ਬਾਅਦ ਦੇ ਵਿੱਚ ਵੀ ਸਾਡੇ ਨਾਲ ਰਿਲੇਸ਼ਨ ਤਾਂ ਅੱਜ ਤੱਕ ਵੀ ਉਹਨਾਂ ਦੇ ਵਧੀਆ ਰਹੇ ਜੀ। ਲੇਕਿਨ ਜਦੋਂ ਇਹ ਨਾਗਰਿਕਤਾ ਕਾਨੂੰਨ ਬਣਿਆ, ਨਾਗਰਿਕਤਾ ਕਾਨੂੰਨ ਵੇਲੇ ਬੀਬੀ ਜਿਹੜੀ ਹੈਗੀ ਹੈ ਸ਼ੇਖ ਹਸੀਨਾ, ਉਹਨੇ ਵੀ ਇਹਦਾ ਵਿਰੋਧ ਕੀਤਾ ਸੀ ਤੇ ਹਾਲਾਤ ਇੱਥੋਂ ਤੱਕ ਜਿਹੜੇ ਹੈਗੇ ਹੈ ਤਣਾਅਪੂਰਨ ਹੋ ਗਏ ਸੀ ਕਿ ਸਾਡੇ ਰਾਜਦੂਤ ਨੇ ਵਾਰ-ਵਾਰ ਸਮਾਂ ਮੰਗਿਆ ਜੀ ਉੱਥੋਂ ਦੀ ਪ੍ਰਧਾਨ ਮੰਤਰੀ ਤੋਂ, ਜੀ ਮੈਨੂੰ ਟਾਈਮ ਦਿਓ, ਮੈਂ ਤੁਹਾਡੇ ਨਾਲ ਗੱਲ ਕਰਨੀ, ਤੇ ਉਹਨੇ ਸਮਾਂ ਦੇਣ ਤੋਂ ਇਨਕਾਰ ਕਰਤਾ ਸੀ। ਅੱਛਾ ਜੀ, ਸਮਾਂ ਨਹੀਂ ਦਿੱਤਾ ਸੀ, ਮਤਲਬ ਹਾਲਾਤ ਇੰਨੇ ਖਰਾਬ ਹੋ ਗਏ ਸੀ। ਪਰ ਕਿਉਂਕਿ ਹੁਣ ਉਹ ਦੇਸ਼ ਦੀ ਜਿਹੜੀ ਹੈਗੀ ਹੈ ਵਰ੍ਹੇਗੰਢ ਹੈ, 50ਵੀਂ ਵਰ੍ਹੇਗੰਢ ਹੈ, ਭਾਰਤ ਦੇ ਇਮਦਾਦ ਦੇ ਨਾਲ ਹੋਂਦ ਵਿੱਚ ਆਇਆ ਤੇ ਉਹਨਾਂ ਨੇ ਕਿਹਾ ਪ੍ਰਧਾਨ ਮੰਤਰੀ ਜੀ ਤੁਸੀਂ ਆ ਜਾਓ। ਪ੍ਰਧਾਨ ਮੰਤਰੀ ਜੀ ਹਾਂ ਕਰਦੇ ਹੁਣੇ ਜਾ ਰਹੇ ਹੈ। ਬੰਗਾਲ ਚੋਣਾਂ ਹੋ ਰਹੀਆਂ ਜੀ। ਬੰਗਾਲ ਦੇ ਵਿੱਚ ਮਮਤਾ ਦੇ ਖਿਲਾਫ ਪੂਰਾ ਮਤਲਬ ਸਮਝ ਲਾ ਯੁੱਧ ਵਿੱਢਿਆ ਹੋਇਆ ਔਰ ਉਹ ਯੁੱਧ ਜੇ ਤਨ ਪਤਨ ਲੱਗਣਾ ਤੇ ਉਧਰੋਂ ਇਹ ਆ ਗਿਆ। ਉੱਥੇ ਫਿਰ ਉਹੀ ਪੁਰਾਣਾ ਮੁੱਦਾ ਜਾਗ ਪਿਆ, ਨਾਗਰਿਕਤਾ ਕਾਨੂੰਨ। ਕੁਛ ਤਾਂ ਹੈਗੇ ਕਠਮੁੱਲੇ ਜਿਨ੍ਹਾਂ ਨੂੰ ਆਪਾਂ ਕੱਟੜ ਮੁਸਲਮਾਨ ਕਹਿੰਦੇ ਆ, ਉਹਨਾਂ ਨੇ ਵਿਰੋਧ ਕਰਨਾ, ਜਿਵੇਂ ਸਾਡੇ RSS ਵਾਲੇ ਮੁਸਲਮਾਨਾਂ ਦਾ ਵਿਰੋਧ ਕਰਦੇ ਆ, ਮੁਸਲਮਾਨਾਂ ਨੇ ਉਵੇਂ ਜਿਵੇਂ RSS ਤੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਦੇ। ਲੇਕਿਨ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਕਿ ਜਿਹੜੇ ਵਿਦਿਆਰਥੀ ਹੈ ਯੂਨੀਵਰਸਿਟੀਆਂ ਦੇ ਕਾਲਜਾਂ ਦੇ, ਉਹ ਨਿਕਲ ਆਏ। ਉਹ ਕਹਿੰਦੇ ਵੀ ਅਸੀਂ ਉਸ ਬੰਦੇ ਦਾ ਸਵਾਗਤ ਨਹੀਂ ਕਰਨਾ, ਉਹਦਾ ਦੌਰਾ ਰੱਦ ਕਰੋ। ਉਹਦਾ ਦੌਰਾ ਰੱਦ ਕਰਨ ਦੀ ਗੱਲ ਆਈ, ਭਾਰਤ ਨੇ ਚਿੰਤਾ ਪ੍ਰਗਟ ਕੀਤੀ ਵੀ ਇਹ ਹੋ ਰਿਹਾ। ਪਰ ਉਹਨਾਂ ਦੀ ਇੱਕ ਸਟੇਟਮੈਂਟ ਆਈ ਉਹਨਾਂ ਦੇ ਵਿਦੇਸ਼ ਮੰਤਰੀ, ਉਹ ਕਹਿੰਦੇ ਜੀ ਮੋਦੀ ਜੀ ਸਾਡੇ ਮਹਿਮਾਨ ਹੋਣਗੇ, ਇਹਨਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ, ਅਸੀਂ ਇਹਨਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ, ਪਰ ਮੁਜ਼ਾਹਰੇ ਅਸੀਂ ਰੋਕ ਨਹੀਂ ਸਕਦੇ ਕਿਉਂਕਿ ਸਾਡਾ ਮੁਲਕ ਇੱਕ ਲੋਕਤੰਤਰ ਦੇਸ਼ ਹੈ। ਲੋਕਤੰਤਰ ਦੇਸ਼ ਦੇ ਵਿੱਚ ਹਰ ਬੰਦੇ ਨੂੰ ਇਹ ਡੈਮੋਕ੍ਰੈਟਿਕ ਰਾਈਟ ਹੈ ਉਹ ਕਿਸ ਦਾ ਵਿਰੋਧ ਕਰ ਲੇ। ਨੇੜੇ ਅਸੀਂ ਕਿਸੇ ਨੂੰ ਟੁੱਕਣ ਨਹੀਂ ਦੇਵਾਂਗੇ, ਬਾਹਰ ਮੁਜ਼ਾਹਰੇ ਕਰਦੇ ਤਾਂ ਕਰਦੇ ਜੀ। ਸੋ ਮੇਰੇ ਖਿਆਲ ਮੁਤਾਬਕ ਜੇ ਹੈ ਸ਼ੁਰੂਆਤ ਭਾਵੇਂ ਨੇਪਾਲ ਤੋਂ ਹੋਈ ਹੈ, ਪਰ ਅਸਲ ਦੇ ਵਿੱਚ ਪ੍ਰਤੱਖ ਤੌਰ ਦੇ ਉੱਤੇ ਜਿਹੜੀ ਇਸ ਵੇਲੇ ਜਿਹੜਾ ਪੋਲੀਟੀਕਲ ਮੁੱਦਾ ਇਹਨਾਂ ਨੇ ਪੋਲਰਾਈਜੇਸ਼ਨ ਵਾਸਤੇ ਬਣਾਇਆ ਸੀ ਮੁਸਲਮਾਨਾਂ ਦਾ ਵਿਰੋਧ ਕਰਕੇ, ਉਹੀ ਚੀਜ਼ ਜਿਹੜੀ ਹੈਗੀ ਹੈ ਹੁਣ ਉਹ ਪੁੱਠੀ ਪੈ ਰਹੀ ਹੈ। ਕਿਉਂਕਿ ਇੱਕ ਮੁਸਲਿਮ ਦੇਸ਼ ਹੈ ਜਿਹਦੇ ਨਾਲ ਸਾਡੇ ਰਿਲੇਸ਼ਨ ਬਹੁਤ ਵਧੀਆ ਸੀ ਤੇ ਜੇ ਉਸੇ ਮੁਸਲਿਮ ਦੇਸ਼ ਦੇ ਨਾਲ ਸਾਨੂੰ ਥੋੜੇ ਜਿਹੇ ਐਸਾ ਹਾਲਾਤ ਵਿੱਚ ਗੁਜ਼ਰਨਾ ਪਵੇ ਕਿ ਜਾਣਾ ਅਸੀਂ ਉਹਨਾਂ ਦੇ ਮਹਿਮਾਨ ਨਵਾਜ਼ੀ ਦੇ ਤੌਰ ਦੇ ਉੱਤੇ ਇੱਕ ਵੱਡੇ ਭਰਾ ਦੇ ਤੌਰ ਤੇ ਕਿ ਅਸੀਂ ਮਦਦ ਕੀਤੀ ਸੀ ਤੁਹਾਡੀ, ਤੁਸੀਂ ਹੋਂਦ ਵਿੱਚ ਆਏ ਹੋ, ਤੇ ਉੱਥੇ ਸਵਾਗਤ ਹੋਣ ਤੋਂ ਪਹਿਲਾਂ ਸਾਡਾ ਵਿਰੋਧ ਹੋ ਰਿਹਾ ਜੀ। ਧੰਨਵਾਦ ਜੀ ਤੁਹਾਡਾ ਢਿੱਲੋਂ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਤੇ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਬ੍ਰੇਕ ਤੋਂ ਬਾਅਦ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜਨਗੇ ਡਾਕਟਰ ਸ਼ਿੰਦਰ ਕੌਰ ਹੋਰੀ। ਸੋ ਮਿਲਦੇ ਹਾਂ ਜੀ ਤੁਹਾਡੇ ਨਾਲ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ।